ਹਾਲੇ 1 ਮਿੰਟ ਹੈਗਾ ਜੀ। ਫਤਿਹ ਬੁਲਾਉਣੇ ਵਾਲੇ ਫਤਿਹ ਬੁਲਾ ਸਕਦੇ। ਕੋਈ ਨਹੀਂ ਨਜ਼ਰ ਸਾਹਿਬ ਕੋਈ ਨਹੀਂ मैं क्या भाई आप शुरू करिए। हाँ जी गोरखी भाई साहब जी वाहिगुरू जी का खालसा वाहिगुरू जी की फतेह जी। परमिंदर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह वीर जी। वाहिगुरू जी का खालसा वाहिगुरू जी की फतेह। निजर साहब हाँ जी वाहिगुरू जी का खालसा वाहिगुरू जी की फतेह वीर जी। वाहिगुरू जी का खालसा वाहिगुरू जी की फतेह। एक दिन ना परमिंदर सिंह जी पता नहीं कुछ कह रहे थे तो मैं बाद च रिकॉर्डिंग वेखा ना क्योंकि मेरी आवाज ना डिले हो जाता हाँ जी तो गल इन्हां दी कट्टी गई उस दिन मैंने पता नहीं लगा जी वाहिगुरू जी का खालसा वाहिगुरू जी की फतेह। ਉਹ ਜੀ ਸ਼ੈਤਾਨ ਦੀ ਗੱਲ ਸੀ। शैतान दी गल कर हाँ जी जी प्लीज दसो ਸ਼ੈਤਾਨ ਦੀ क्योंकि ਗੱਲ मेरी ਸੀ। मेरी ਆਪਣੇ बड़ी ਅੰਦਰ 5 ਸ਼ੈਤਾਨ ਹੈ ਉਹਨਾਂ ਨੂੰ ਪੱਥਰ ਮਾਰਦੇ ਆ ਉਹ अच्छा ਉਹਨਾਂ ਨੂੰ ਭਜਾਉਂਦੇ ਆ। अच्छा ਹਾਂਜੀ ये कौन मारदा पत्थर? ਇਹ ਆਪਣੇ ਮੁਸਲਮਾਨਾਂ ਚ हाँ शैतान आहो, नानू भाजी पता हाँ ਉਹ ਨਿਕਲ ਸਾਹਿਬ ਮੈਂ ਇਹ ਸੁਣਿਆ ਉੱਥੇ ਜਿੱਥੇ ਨਾ ਮੱਕੇ ਦੇ ਵਿੱਚ ਨਾ ਉਹ ਕੀ ਆ ਕਿ हाँ एक पत्थर मारन दा काम करदे आ। हाँ मारदे ਪੱਥਰ ਜਿੱਥੇ ਮਾਰਨ ਜਾਂਦੇ ਨੇ ਨਿਕਲ ਸਾਹਿਬ ਕਹਿੰਦੇ ਹਰ ਸਾਲ ਉੱਥੇ ਐਕਸੀਡੈਂਟ ਵੀ ਹੁੰਦਾ ਵਾ ਬੜੇ ਲੋਕ ਥੱਲੇ ਆ ਕੇ ਸੱਟਾਂ ਲੱਗ ਜਾਂਦੀਆਂ ਬਹੁਤ ਭੀੜ ਇਕੱਠੀ ਹੁੰਦੀ ਉੱਥੇ ਤੇ ਉਹ ਵੇਖ ਲਓ ਕਿੱਦਾਂ ਦਾ ਕਲਚਰ ਬਣਾਇਆ ਵਾ ਅਗਲਿਆਂ ਨੇ ਪਰ ਜਿੰਨੇ ਜਿਸੇ ਜੇ ਜੀਵਨ ਚ ਸ਼ੈਤਾਨ ਹੀ ਨਾ ਹੋਵੇ ਤੇ ਫਿਰ ਜੀਵਨ ਦਾ ਕਾਹਦਾ ਸਵਾਦ ਫਿਰ ਆਪਾਂ ਵੀ ਕਦੀ ਟੋਪੀ ਟਾਪੀ ਪਾ ਕੇ ਤੇ ਮੇਰੇ ਵਰਗਾ ਤਾਂ ਜਾ ਸਕਦਾ ਹੈ ਉੱਥੇ। ਹਾਂ ਜਾ ਤੇ ਸਕਦੇ ਆ ਉੱਥੇ ਪੱਥਰ ਹੀ ਹੈ ਵਿਚਾਰੇ ਉਹ ਵੀ ਤੇ ਪੱਥਰ ਦੀ ਪੂਜਾ ਕਰਦੇ। ਹਾਂ ਉਹ ਪੱਥਰ ਜਿਹੜਾ ਨਾ ਕਹਿੰਦੇ ਅਸਮਾਨ ਤੋਂ ਡਿੱਗਿਆ ਹੋਇਆ ਪੱਥਰ ਹੈਗਾ ਕਿਉਂਕਿ ਕੋਈ ਇਸ ਤਰ੍ਹਾਂ ਉਹ ਜਿਹੜਾ ਹੈਗਾ ਡਿੱਗ ਪੈਂਦਾ ਹੈ ਕਿਸੇ ਪਲੈਨਟ ਤੋਂ ਜਿਹੜਾ ਹੈਗਾ ਆ ਕੇ ਡਿੱਗਿਆ ਹੋਇਆ ਪੱਥਰ ਹੈਗਾ ਬਸ ਇੰਨਾ ਹੀ ਹੈ। ਨਿੱਜਰ ਸਾਹਿਬ ਤੇ ਆੜੀ ਧਰਤੀ ਕਿਹੜੀ ਇੱਥੇ ਧਰਤੀ ਚਾਹੀ ਇਹ ਵੀ ਤੇ ਸਮਾਨ ਚੋਂ ਡਿੱਗੀ। ਬਿਲਕੁਲ ਸਹੀ ਗੱਲ ਹੈ। ਇਹ ਤੇ ਮਨ ਦਾ ਵਹਿਮ ਹੀ ਆ। ਇੱਥੇ ਕਿਹੜੀ ਜ਼ਮੀਨ ਕੋਈ ਹੈਗੀ ਆ ਸਾਰਾ ਕੁਝ ਅਸਮਾਨ ਚੋਂ ਤੇ ਆਇਆ। ਬਿਲਕੁਲ ਬਸ ਕਿ ਉਹ ਮੈਂ ਮੈਗਨੀਫਾਈ ਕੀਤਾ ਉਹਨੂੰ ਔਰ ਬਸ ਉਹੀ ਆ ਕਿ ਉਹ ਦਾਲ ਫੁਲਕੇ ਦਾ ਸਾਧਨ ਵੇਖ ਲਓ ਉਹਨੂੰ ਕਿੰਨੀ ਕਰੋੜਾਂ ਦੁਨੀਆ ਉੱਤੇ ਜਾਂਦੀ ਮੱਥਾ ਟੇਕਣ। ਬਿਲਕੁਲ ਤੇ ਦੇਸ਼ ਨੂੰ ਫਾਇਦਾ ਹੀ ਉਹਦਾ ਇਕਨੋਮਿਕਲੀ ਵੇਖਿਆ ਜਾਵੇ ਤਾਂ ਕਿੰਨਾ ਵੱਡਾ ਬਿਜ਼ਨਸ ਆ। ਬਿਲਕੁਲ ਸਹੀ ਗੱਲ ਹੈ। ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੋ ਨੇ ਜੈਸਾ ਇਹ ਜਿਹੜਾ ਆਪਾਂ ਜਿਹੜੇ ਹੈਗੇ ਸ਼ਲੋਕ ਗੁਰੂ ਅਰਜਨ ਦੇਵ ਜੀ ਦੇ 5ਵੀਂ ਪਾਤਸ਼ਾਹੀ ਦੇ ਸੰਸਕ੍ਰਿਤੀ ਸ਼ਲੋਕ ਲੈ ਰਹੇ ਹਾਂ ਉਹਦੇ ਵਿੱਚੋਂ 23ਵਾਂ ਸ਼ਲੋਕ ਲੈਣਾ ਹੈ ਜੀ। ਇਹ 1356 ਅੰਗ ਦੇ ਉੱਤੇ ਇਸ ਤੋਂ 22ਵੇਂ ਸ਼ਲੋਕ ਦੇ ਵਿੱਚ ਮਹਾਰਾਜ ਨੇ ਜਿਹੜਾ ਹੈਗਾ ਆਪਾਂ ਨੂੰ ਦੱਸਿਆ ਸੀਗਾ ਬਈ ਜੇ ਬਈ ਮੇਰੇ ਵਿੱਚ ਨਾ ਮਾਲਕ ਪਰਮਾਤਮਾ ਨੂੰ ਬੇਨਤੀ ਕਰ ਰਹੇ ਸੀਗੇ ਤੇ ਆਪਾਂ ਨੂੰ ਜਾਚ ਸਿਖਾ ਰਹੇ ਸੀਗੇ ਭਾਈ ਕਹਿੰਦੇ ਸੀ ਨਾ ਨਹਿ ਸਮਰਥੰ ਨਾ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਕਹਿੰਦੇ ਮੈਂ ਮੇਰੇ ਕੋਈ ਸਮਰੱਥਾ ਨਹੀਂ ਮਾਲਕਾ ਨਾ ਮੈਂ ਤੇਰਾ ਸੇਵਕ ਹੈ ਨਾ ਮੈਨੂੰ ਤੇਰੇ ਨਾਲ ਪਿਆਰ ਹੈਗਾ ਤੇਰੀ ਕਿਰਪਾ ਚਾਹੀਦੀ ਆ ਤਉ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਤੇਰੀ ਕਿਰਪਾਲ ਦੇ ਤੇਰੇ ਪ੍ਰਸਾਦ ਦੇ ਨਾਲ ਮੈਂ ਨਾਮ ਧਿਆਨ ਸਿਮਰਨ ਕਰ ਰਿਹਾ ਹਾਂ ਔਰ ਮੇਰੇ ਉੱਤੇ ਮੇਰਾ ਗੁਰੂ ਕਿਰਪਾਲ ਆ ਤੂੰ ਕਿਰਪਾਲ ਆ ਗੁਰੂ ਕਿਰਪਾਲ ਆ। ਤੇ ਇਸ ਤੋਂ ਬਾਅਦ ਹੁਣ 23ਵਾਂ ਸ਼ਲੋਕ ਆਇਆ ਜੀ ਪਰਨ ਪੋਖਣ ਕਰੰਤ ਜੀਆ ਵਿਸਰਾਮ ਛਾਦਨ ਦੇਵੰਤ ਦਾਨੰ ਕਹਿੰਦੇ ਇਸ ਕਰਕੇ ਪਰਮਾਤਮਾ ਦਾ ਜਿਹੜਾ ਹੈਗਾ ਇਸ ਕਰਕੇ ਮਾਲਕ ਪਰਮਾਤਮਾ ਦੀ ਬੰਦਗੀ ਉਹਨੂੰ ਯਾਦ ਕਰਨਾ ਉਹਦਾ ਥੈਂਕਸ ਕਰਨਾ ਬਣਦਾ ਹੈ ਭਾਈ। ਆਪਾਂ ਨੂੰ ਤਾਂ ਕੋਈ ਜਿਹੜਾ ਇੱਥੇ ਥੈਂਕਸ ਗਿਵਿੰਗ ਡੇ ਜਾਂ ਹੋਰ ਕੋਈ ਦਿਨ ਹੁੰਦਾ ਹੈ ਉਹ ਕੋਈ ਜਿਹੜਾ ਹੈਗਾ $100 ਦੀ ਰਿਬੇਟ ਹੁੰਦੀ ਹੈ ਤੇ ਸਾਰੀ ਰਾਤ ਜਾ ਕੇ ਖੜੇ ਹੋ ਜਾਂਦੇ ਸਟੋਰ ਦੇ ਅੱਗੇ ਲਾਈਨ ਲਗਾ ਕੇ ਬਈ ਪਹਿਲੇ 20 ਨੂੰ ਦੇਣਾ ਹੈ ਜਾਂ ਪਹਿਲੇ 10 ਨੂੰ ਦੇਣਾ ਹੈ ਉਹਨਾਂ ਨੇ। ਤੇ ਇੱਥੇ ਜਿਹੜਾ ਮਾਲਕ ਪਰਮਾਤਮਾ ਦੇਖ ਲਓ ਭਰਨ ਪੋਖਣ ਵੀ ਸਾਰਾ ਕੁਝ ਦੇ ਰਿਹਾ ਹੈ ਆਪਾਂ ਨੂੰ ਸਾਰਾ ਭਰਨ ਪੋਖਣ ਪੂਰਾ ਭਰ ਰਿਹਾ ਹੈ ਪੂਰੀ ਤਰ੍ਹਾਂ ਖਾਲੀ ਨੂੰ ਭਰ ਰਿਹਾ ਹੈ ਮਾਲਕ ਪਰਮਾਤਮਾ। ਸਾਰੀ ਉਮਰ ਦੇਖ ਲਓ
ਇੱਕ ਇੱਕ ਛਣ ਆਪਾਂ ਮਾਲਕ ਪਰਮਾਤਮਾ ਦੀ ਦਾਤ ਲੈਨੇ, ਉਹਦਾ ਖਾਣਾ ਖਾਣੇ, ਉਹਦੀ ਹਵਾ ਲੈਨੇ, ਉਹਦਾ ਪਾਣੀ ਪੀਨੇ, ਸਾਰਾ ਕੁਝ। ਭਰਨ ਪੋਖਣ ਕਰਨ ਤੇ ਜੀਆ, ਸਾਰੇ ਜੀਵਾਂ ਨੂੰ ਕਰ ਰਿਹਾ ਮਾਲਕ ਪਰਮਾਤਮਾ। ਔਰ ਨਾ ਹੀ ਉਹ ਮਾਲਕ ਪਰਮਾਤਮਾ ਕਦੀ ਜਿਹੜਾ ਹੈਗਾ ਦੱਸਦਾ ਹੈ, ਨਾ ਹੀ ਕਹਿੰਦਾ ਆ ਵੀ ਮੇਰਾ ਸਿਮਰਨ ਕਰੋ, ਮੈਨੂੰ ਯਾਦ ਕਰੋ, ਕੁਛ ਵੀ ਨਹੀਂ ਕਹਿੰਦਾ। ਮੈਨੂੰ ਥੈਂਕਸ ਕਰੋ, ਮਾਲਕ ਤਾਂ ਨਹੀਂ ਕਹਿੰਦਾ। ਭਰਨ ਪੋਖਣ ਕਰਨ ਤੇ ਜੀਆ, ਵਿਸਰਾਮ ਛਾਦਨ ਦੇਵੰਤ ਦਾਨੰ। ਕਹਿੰਦੇ ਦੇਖ ਤੈਨੂੰ ਜਿਹੜਾ ਵਿਸ਼ਰਾਮ ਕਰਨ ਵਾਸਤੇ ਕਿੰਨਾ ਸੋਹਣਾ ਘਰ ਦੇ ਦਿੰਦਾ ਹੈ। ਛਾਦਨ ਕਹਿੰਦੇ ਭੋਜਨ ਵਗੈਰਾ, ਕੱਪੜੇ, ਭੋਜਨ ਕਿੰਨੇ ਦੇ ਦਿੰਦਾ ਹੈ ਤੈਨੂੰ। ਦੇਵੰਤ ਦਾਨੰ, ਦਾਨ ਹੀ ਦੇ ਦਿੰਦਾ, ਫ੍ਰੀ ਦੇ ਦਿੰਦਾ ਹੈ ਤੈਨੂੰ। ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ। ਔਰ ਕਿੰਨਾ ਸੋਹਣਾ ਮਨੁੱਖ ਜੂਨ ਦਿੱਤੀ ਹੈ ਤੈਨੂੰ। ਰਤਨ ਵਰਗੀ ਜਿਹੜੀ ਹੈਗੀ ਸਭ ਤੋਂ ਕੀਮਤੀ ਸ੍ਰੇਸ਼ਟ ਜੂਨ ਜਿਹੜੀ ਹੈਗੀ ਤੈਨੂੰ ਸਿਰਜ ਕੇ ਰੱਖ ਦਿੱਤੀ ਮਾਲਕ ਪਰਮਾਤਮਾ ਨੇ, ਸਵਾਰ ਕੇ ਦੇ ਦਿੱਤੀ ਤੈਨੂੰ। ਇੰਨੀ ਤੇਰੇ ਅੰਦਰ ਚਤੁਰ, ਤੇਰੇ ਅੰਦਰ ਬੁੱਧੀ ਪਾਤੀ ਮਾਲਕ ਨੇ, ਚੇਤਨਤਾ ਪਾਤੀ ਤੇਰੇ ਅੰਦਰ। ਵਰਤੰਤ ਸੁਖ ਆਨੰਦ ਪ੍ਰਸਾਦੈ, ਵਰਤੰਤ ਸੁਖ ਆਨੰਦ ਪ੍ਰਸਾਦੈ, ਸਿਮਰੰਤ ਨਾਨਕ ਹਰ ਹਰ ਹਰੇ। ਔਰ ਜਿਹੜੇ ਉਸ ਮਾਲਕ ਪਰਮਾਤਮਾ ਦਾ ਸਿਮਰਨ ਕਰਦੇ ਆ, ਮਾਲਕ ਨੂੰ ਯਾਦ ਕਰਦੇ ਆ, ਤੇ ਕਹਿੰਦੇ ਉਹ ਸੁੱਖਾਂ ਦੇ ਵਿੱਚ ਵਸਦੇ ਆ, ਆਨੰਦ ਦੇ ਵਿੱਚ ਵਸਦੇ ਆ। ਉਸ ਮਾਲਕ ਪਰਮਾਤਮਾ ਦੇ ਪ੍ਰਸਾਦ ਦੇ ਨਾਲ, ਗੁਰ ਪ੍ਰਸਾਦ ਦੇ ਨਾਲ, ਮਾਲਕ ਦੀ ਕਿਰਪਾ ਦੇ ਨਾਲ। ਵਰਤੰਤ ਸੁਖ ਆਨੰਦ ਪ੍ਰਸਾਦੈ, ਸਿਮਰੰਤ ਨਾਨਕ ਹਰ ਹਰ ਹਰੇ। ਪਰਮੇਸ਼ਰ ਦਾ ਨਾਮ ਧਿਆਨ ਸਿਮਰਨ ਕਰਦੇ ਆ, ਉਸ ਖੁਸ਼ੀ ਸੁਖ ਖੇੜੇ ਦੇ ਵਿੱਚ ਰਹਿੰਦੇ ਆ। ਅਨਿੱਤਯ ਰਚਨਾ ਨਿਰਮੋਹਤੇ, ਬਾਕੀ ਜਿਹੜਾ ਜਾਲ ਪਾਇਆ ਹੋਇਆ ਮਾਲਕ ਪਰਮਾਤਮਾ ਨੇ, ਆਕਾਰ ਜਿਹੜਾ ਹੈਗਾ ਅਨਿੱਤਯ ਕਹਿੰਦੇ ਨਹੀਂ ਹਮੇਸ਼ਾ ਰਹਿਣ ਵਾਲੀ, ਜਿਹੜੀ ਨਿਤ ਨਾ ਰਹੇ, ਜਿਹੜੀ ਵਿਨਾਸ਼ੀ ਹੈਗੀ, ਉਸ ਰਚਨਾ ਨੂੰ ਕਹਿੰਦੇ ਉਸ ਤੋਂ ਜਿਹੜੇ ਹੈਗੇ ਆ ਨਿਰਮੋਹ, ਉਸ ਤੋਂ ਜਿਹੜੇ ਹੈਗੇ ਉਹਦੇ ਨਾਲ ਮੋਹ ਨਹੀਂ ਕਰਦੇ, ਉਹਦੇ ਤੋਂ ਬਚ ਕੇ ਰਹਿੰਦੇ ਆ। ਉਹਨੂੰ ਭੋਗਦੇ ਆ ਪਰ ਉਹਦੇ ਨਾਲ ਪਿਆਰ ਨਹੀਂ ਕਰਦੇ, ਉਹਦੇ ਨਾਲ ਮੋਹ ਨਹੀਂ ਕਰਦੇ, ਉਹਦੇ ਨਾਲ ਅਟੈਚ ਨਹੀਂ ਹੁੰਦੇ। ਭਰਨ ਪੋਖਣ ਕਰੰਤ ਜੀਆ, ਜੀਆਂ ਵਿਸਰਾਮ ਛਾਦਨ ਦੇਵੰਤ ਦਾਨੰ। ਕਹਿੰਦੇ ਪੂਰਾ ਪਾਲਣ ਪੋਸ਼ਣ, ਭਰਨ ਪੋਖਣ ਦਾ ਸਹੀ ਮੀਨਿੰਗ ਪਾਲਣ ਪੋਸ਼ਣ ਹੈ। ਪਾਲਣ ਪੋਸ਼ਣ ਕਰੰਤ ਜੀਆ, ਭਰਨ ਪੋਖਣ ਕਰੰਤ ਜੀਆ, ਵਿਸਰਾਮ ਛਾਦਨ ਦੇਵੰਤ ਦਾਨੰ। ਔਰ ਉਹਨਾਂ ਨੂੰ ਜਿਹੜਾ ਹੈਗਾ ਰਹਿਣ ਵਾਸਤੇ, ਵਿਸ਼ਰਾਮ ਕਰਨ ਵਾਸਤੇ ਛਾਦਨ ਕਹਿੰਦੇ ਆ, ਜਿਹੜੇ ਹੈਗੇ ਕੱਪੜਾ ਲੱਤਾ, ਸਾਰਾ ਜਿਹੜਾ ਹੈਗਾ ਖਾਣ ਪੀਣ ਦਾ, ਸਾਰੇ ਜੀਵਾਂ ਨੂੰ ਦੇ ਰਿਹਾ ਹੈ ਮਾਲਕ ਪਰਮਾਤਮਾ। ਔਰ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ। ਕਿੰਨਾ ਸੋਹਣਾ ਜਿਹੜਾ ਹੈਗਾ ਮਨੁੱਖੀ ਸਰੀਰ ਜਿਹੜਾ ਹੈਗਾ ਸਿਰਜ ਕੇ ਰੱਖ ਦਿੱਤਾ, ਰਤਨ ਜਨਮ ਦਿੱਤਾ, ਸਭ ਤੋਂ ਸਿਖਰਲਾ ਰਤਨ ਜਨਮ ਦਿੱਤਾ, ਚੇਤਨਤਾ ਦੇਤੀ ਤੇ ਆਪਣੇ ਅੰਦਰ ਬੁੱਧੀ ਦੇਤੀ, ਮੱਤ ਦੇਤੀ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਪਰਮਾਤਮਾ ਸਾਰੇ ਜੀਵਾਂ ਦਾ ਪਾਲਣਾ ਕਰਦਾ ਹੈ, ਪੋਸ਼ਣ ਕਰਦਾ ਹੈ, ਔਰ ਉਹਨਾਂ ਦੇ ਕੱਪੜੇ ਵੀ ਦਿੰਦਾ ਹੈ। ਇਹ ਦੇਖੋ, ਇਹ ਇਕੱਲੇ ਇਨਸਾਨ ਦੇ ਬੱਚੇ ਨੂੰ ਆਪਾਂ ਸਾਈਡ ਤੇ ਕਰ ਦਈਏ, ਬਾਕੀਆਂ ਦਾ ਅਰੇਂਜਮੈਂਟ ਆਲਰੇਡੀ ਇਹਨਾਂ ਕੋਲ ਹੈਗਾ। ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਇੱਥੋਂ ਤੱਕ ਨਿੱਜ ਤੇ ਬਰਫ਼ 'ਚ ਰਹਿੰਦੇ ਨੇ ਜੀਵ, ਉਹਨਾਂ ਦੀ ਬੋਡੀ ਓਦਾਂ ਦੀ ਹੈਗੀ, ਉਹਨਾਂ ਦੀ ਸਕਿਨ, ਉਹਨਾਂ ਦੀ ਜਿਹੜੀ ਖਲ ਹੈਗੀ ਆ, ਉਹ ਪ੍ਰੋਪਰਲੀ ਡਿਜ਼ਾਈਨਿੰਗ ਆ, ਉਹ ਮਰਨਗੇ ਨਹੀਂ ਉੱਥੇ। ਬਿਲਕੁਲ ਪੂਰੀ ਲੋਡਡ ਆ। ਇਨਸਾਨ ਦਾ ਬੱਚਾ, ਇਸ ਕਰਕੇ ਹਰੇਕ ਦੀ ਮਾਈਕ ਬੰਦ ਕਰੋ ਪਲੀਜ਼। ਹਾਂਜੀ, ਕੱਲਾ ਇਨਸਾਨ ਆ ਨਾ, ਇਨਸਾਨ ਦਾ ਬੱਚਾ ਜਿਹੜਾ ਨਾ, ਉਹ ਅਨਟ੍ਰੇਨ ਆਉਂਦਾ ਸੰਸਾਰ ਤੇ। ਬਿਲਕੁਲ ਨਿੱਜਰ ਸਾਹਿਬ, ਉਹ ਕਹਿ ਲੋ ਉਹ ਸ਼ੂਦਰ ਹੀ ਹੁੰਦਾ ਜੀ। ਜੇ ਉਹਨੂੰ ਨਹੀਂ ਪਾਲਣ ਪੋਸ਼ਣ ਕਰਾਂਗੇ ਤੇ ਮਰ ਜਾਏਗਾ ਉਹ। ਹਾਂ, ਉਹਦੀ ਇੱਕ ਤੇ ਨਿੱਜਰ ਸਾਹਿਬ ਉਹਦਾ ਨਹੀਂ ਵੇਖੋ, ਇੱਕ ਤੇ ਨਿੱਜਰ ਸਾਹਿਬ, ਇੱਕ ਤੇ ਉਹਦੀ ਤੁਸੀਂ ਰੋਟੀ ਪਾਣੀ ਦਾ ਵੀ ਅਰੇਂਜਮੈਂਟ ਕਰਨਾ, ਕੇਅਰ ਕਰਨੀ ਹੈ। ਉਹਦਾ ਕਾਰਨ ਪਤਾ ਕੀ ਹੈ ਨਿੱਜਰ ਸਾਹਿਬ? ਪਰਮਾਤਮਾ ਵੀ ਚਾਹੁੰਦਾ ਹੈ ਕਿ ਮਾਂ ਪਿਓ ਆਪਣਾ ਫਰਜ਼ ਅਦਾ ਕਰਨ, ਉਹਨੂੰ ਟੀਚ ਕਰਨ। ਬਿਲਕੁਲ, ਕਿਉਂਕਿ ਦੇਖੋ 7 ਸਾਲ ਦਾ ਬੱਚਾ ਨਾ ਜਿਹੜਾ ਨਿੱਜਰ ਸਾਹਿਬ, ਛੋਟਾ ਬੱਚਾ ਹੈ, ਉਹ ਤੁਹਾਡੇ ਨਾਲ ਰਹਿੰਦਾ,
ਉਹਨੂੰ ਪਤਾ ਨਹੀਂ ਤੁਸੀਂ ਕੀ ਕਹਿ ਰਹੇ ਜੋ, ਉਹ ਨਹੀਂ ਜਾਣਦਾ ਕਿ ਤੁਸੀਂ ਆਂਟੀ ਨਾਲ ਕਿੱਦਾਂ ਗੱਲ ਕਰਦੇ ਜੋ। ਉਹ ਕਹਿੰਦਾ ਵਾਕਈ ਬਾਹਰੋਂ ਆਏ ਆ, ਬੈਲ ਮਾਰੀ ਆ ਤੇ ਪਤਾ ਨਹੀਂ ਰਸੋਈ ਚ ਮਾਤਾ ਕੀ ਕਰਨ ਦੀ ਆ, ਕੁਛ ਲੈ ਕੇ ਨਹੀਂ ਆਈ ਆ ਤੇ ਇੱਥੇ ਇਹ ਜਿਹੜਾ ਬੰਦਾ ਖਲੋਤਾ ਵਾ ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ। ਪਤਾ ਨਹੀਂ ਕੀ ਗੱਲ ਹੋਈ ਆ ਆਪਸ ਦੇ ਵਿੱਚ ਆ ਤੇ ਇਹ ਹੱਥ ਚੁੱਕਦਾ ਬੰਦੇ ਉਹਨੂੰ ਨਹੀਂ ਪਤਾ। ਉਸ ਤੋਂ ਬਾਅਦ ਜਿਹੜੀ ਔਰਤ ਹੈ ਰੋਣ ਡੈ ਪਈ ਹੈ। ਉਹ 7 ਸਾਲ ਦਾ ਬੱਚਾ ਨਿੱਜਰ ਸਾਹਿਬ ਐਸੀਆਂ ਬੜੀਆਂ ਅਜੀਬ ਗਰੀਬ ਸਿਚੁਏਸ਼ਨ ਦੇ ਵਿੱਚ ਲੰਘਦਾ ਹੈ ਤੇ ਉਹ ਨਹੀਂ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਬੁੱਧੀ ਥੋੜੀ ਹੈਗੀ ਰੁਪਏ ਬਿਲਕੁਲ ਜਸਟੀਫਾਈ ਕਰਨਾ ਚਾਹੀਦਾ। ਉਹਨੂੰ ਇਹ ਥੋੜੀ ਪਤਾ ਕਿ ਮੇਰਾ ਪਿਓ ਆ ਜਾਂ ਮੇਰੀ ਮਾਂ ਆ। ਉਹ ਸੋਚਦਾ ਕਿ ਪ੍ਰਾਣੀ ਹੈਗੇ ਦੋ ਜਿਨ੍ਹਾਂ ਦੇ ਨਾਲ ਮੈਂ ਰਹਿ ਰਿਹਾ। ਉਹ ਬੰਦਾ ਆਇਆ, ਰੋਟੀ ਖਾਧੀ ਆ, ਥਾਲੀ ਉੱਥੇ ਛੱਡ ਗਿਆ। ਉਹਨੇ ਵੇਖ ਲਈ ਆ ਥਾਲੀ ਦੇ ਵਿੱਚ ਇਹਨੇ ਥੋੜਾ ਜਿਹਾ ਖਾਧਾ ਹੋਵੇ, ਛੋਟਾ ਹੈ ਵੇਖਣ ਦਿਆ। ਇਹ ਬੰਦਾ ਅੱਧੀ ਰੋਟੀ ਖਾਧੀ, ਅੱਧੀ ਉੱਤੇ ਛੱਡ ਕੇ ਭੱਜ ਗਿਆ। ਇਹ ਬੰਦਾ ਪਤਾ ਨਹੀਂ ਕੌਣ ਆ, ਬੜਾ ਉੱਚੀ ਉੱਚੀ ਰੌਲਾ ਪਾ ਕੇ ਗੱਲਾਂ ਕਰਦਾ। ਨੀਚੇ ਸਭ ਸਾਰੀਆਂ ਗੱਲਾਂ ਰਿਕਾਰਡ ਕਰ ਰਿਹਾ ਉਹ ਬਿਲਕੁਲ ਤੇ ਵੇਖ ਰਿਹਾ ਉਹ A to Z। ਮੈਂ ਸੋਚਦਾ ਕਿ ਉਹਨੂੰ ਜਾਂਦਾ ਤੁਹਾਨੂੰ ਸੁਆ ਕੇ ਹੀ ਸੌਣਾ ਉਹਨੇ। ਔਰ ਉਹ ਹਰ ਇੱਕ ਚੀਜ਼ ਨੂੰ ਇੰਨੀ ਬਰੀਕੀ ਨਾਲ ਵੇਂਦਾ ਪਿਆ। ਔਰ ਉੱਥੋਂ ਉਹ ਨਿੱਜਰ ਸਾਹਿਬ ਸਾਰਾ ਇਨਫੋਰਮੇਸ਼ਨ ਕਿਤੇ 8 ਤੇ 9 ਸਾਲ ਦਾ ਬੱਚਾ ਏਦਾਂ ਕਰਦਾ ਹੈ, ਪੂਰਾ ਜਾਣਕਾਰੀ A to Z ਜਿਹੜੀ ਪ੍ਰੋਗਰਾਮਿੰਗ ਚੜ੍ਹਦੀ ਆ, ਜਿਹਨੂੰ ਕਹਿੰਦੇ ਨਾ ਵਾਰਿਸ਼ਾ ਆਦਤਾਂ ਨਹੀਂ ਜਾਂਦੀਆਂ ਤੇ ਕੱਟੀਏ ਪੋਰੀਆਂ ਭਾਵੇਂ ਕੱਟੀਏ ਪੋਰੀਆਂ। ਇਹ ਨਿੱਜਰ ਸਾਹਿਬ ਆਦਤਾਂ ਉੱਥੇ ਬਿਲਡ ਹੋ ਗਈਆਂ। ਇਸ ਲਈ ਕਹਿੰਦੇ ਆ ਕਿ ਮਾਂ ਪਿਓ ਨੂੰ ਬੜੀ ਧਿਆਨ ਦੇ ਨਾਲ ਆਪਣੀ ਜੀਵਨ ਨੂੰ ਬਤੀਤ ਕਰਨਾ ਪਵੇਗਾ ਜਦੋਂ ਛੋਟਾ ਬੱਚਾ ਘਰੇ ਹੋਵੇ, ਕਿਉਂਕਿ ਛੋਟੇ ਬੱਚੇ ਨੂੰ ਜੋ ਵੀ ਉਹ ਤੁਹਾਡੀਆਂ, ਉਹ ਨਹੀਂ ਕਹੂਗਾ ਕਿ ਤੁਸੀਂ ਕਹੋਗੇ ਨਾ ਕੋਈ ਬੱਚੇ ਉੱਥੇ ਜੁੱਤੀ ਰੱਖੋ, ਏਦਾਂ ਕੱਪੜੇ ਉੱਥੇ ਰੱਖੋ, ਉਹ ਨਹੀਂ ਗੱਲ ਸੁਣਦਾ ਹੈ। ਉਹ ਕਹਿੰਦਾ ਤੁਸੀਂ ਕਿੱਥੇ ਰੱਖੇ ਆ, ਤੁਸੀਂ ਸ਼ਰਟ ਲਾ ਕੇ ਕਿੱਥੇ ਸੁੱਟੀ ਆ, ਤੁਸੀਂ ਪੈਂਟ ਲਾ ਕੇ ਕਿੱਥੇ ਸੁੱਟੀ ਆ, ਤੁਸੀਂ ਕੀ ਕਰ ਰਹੇ ਹੋ। ਬਸ ਤੁਸੀਂ ਆਏ ਤੇ ਗੱਡੀ ਦੀ ਚਾਬੀ ਕਿੱਥੇ ਰੱਖੀ, ਤੁਸੀਂ ਉੱਥੇ ਪ੍ਰੋਪਰ ਜਿੱਥੇ ਰੈਕ ਬਣਿਆ ਉੱਥੇ ਰੱਖੀ ਹੈ, ਜੇ ਥੱਲੇ ਸੁੱਟ ਗਏ ਜੋ। A to Z ਜਿਹੜਾ ਉਹ ਕਾਪੀ ਕਰ ਰਿਹਾ, ਉਹ ਹਰ ਚੀਜ਼ ਨੂੰ ਵੇਂਦਾ ਪਿਆ। ਜਦੋਂ ਤੁਸੀਂ ਕਿਸੇ ਨੇ ਤੁਹਾਡੇ ਘਰ ਗੈਸਟ ਆ ਗਿਆ, ਤੁਸੀਂ ਕਿੱਦਾਂ ਗੱਲ ਕਰਦੇ ਨੇ ਜੈਸਾ ਉਹ ਵੀ ਵੇਂਦਾ ਪਿਆ। ਉਹ ਅਨਕੌਂਸ਼ੀਅਸਲੀ ਉਹਦਾ ਜਿਹੜਾ ਕੰਪਿਊਟਰ ਬ੍ਰੇਨ ਹੈ, ਜੇ ਬੁੱਧੀ ਨਹੀਂ ਆਈ ਉਹਦੀ, ਉਹ ਵੇਂਦਾ ਪਿਆ ਕਿ ਆਪਾਂ ਕਿੱਦਾਂ ਗੱਲ ਕਰਦੇ। ਹਾਂ ਤੇ ਇਹ ਨਿੱਜਰ ਸਾਹਿਬ ਉਹ ਕੀ ਕਰਦਾ ਹੈ ਕਿ ਉਹ ਇਹ ਚੀਜ਼ਾਂ ਨੂੰ ਨਾ ਕਾਪੀ ਕਰਦਾ। ਹੁਣ ਇੱਕ ਬੱਚੇ ਨਿੱਜਰ ਸਾਹਿਬ 7-8 ਸਾਲ ਚੀਜ਼ ਵੇਖੀ ਹੋਵੇ, ਉਹਦੇ ਦਿਮਾਗ 'ਚ ਕਿੰਨਾ ਡਾਟਾ ਗਿਆ ਹੋਊਗਾ। ਔਰ ਬਾਅਦ ਦੇ ਵਿੱਚ ਨਿੱਜਰ ਸਾਹਿਬ ਹਜੇ ਨੂੰ ਪਤਾ ਨਹੀਂ ਹੈਗਾ 7-8 ਸਾਲ ਦੇ ਬੱਚੇ ਨੂੰ ਕਿ ਇਹ ਸਹੀ ਜਾਂ ਗਲਤ ਆ, ਪਰ ਉਹਦੇ ਲਈ ਉਹ ਸਹੀ ਆ ਸਭ ਕੁਝ। ਹਜੇ ਕੋ ਹੈ ਹੀ ਨਹੀਂ, ਬੁੱਧੀ ਨਹੀਂ ਹੈਗੀ ਉਹ ਤੇ ਵੇਂਦਾ ਪਿਆ ਵਾ। ਉਹ ਜਦੋਂ ਵੱਡਾ ਹੋ ਜਾਊਗਾ ਫਿਰ ਉਹਨੂੰ ਪਤਾ ਲੱਗਣਾ ਵਾ ਕਿ ਇਹ ਮੇਰੀ ਮਾਂ ਵਾ, ਇਹ ਮੇਰਾ ਪਿਓ ਆ। ਆਹ ਜਿਹੜੇ ਬੰਦੇ ਆ ਰਹੇ ਬਾਹਰ ਦੇ ਬੰਦੇ ਆ, ਉਹਨਾਂ ਕੋਲ ਜਾਊਗੇ ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਬੰਦੇ ਉੱਪਰੇ ਹੈਗੇ ਆ, ਮੈਂ ਵੇਖ ਕੇ ਨਹੀਂ ਜ਼ਿਆਦਾ। ਹਾਂ ਥੋੜਾ ਰੋਜ਼ ਆਉਣਗੇ, ਮਿਲਣਗੇ, ਫਿਰ ਉਹਦੀ ਦੋਸਤੀ ਬਣੂਗੀ, ਫਿਰ ਉਹਨਾਂ ਕੋਲ ਜਾਊਗਾ। ਦੇਖੋ ਨਿੱਜਰ ਸਾਹਿਬ ਛੋਟੇ ਬੱਚੇ ਨੂੰ ਇੰਨੀ ਸੈਂਸ ਹੈਗੀ ਆ। ਬਿਲਕੁਲ ਅਣਜਾਣ ਬੰਦੇ ਕੋ ਨਹੀਂ ਜਾਂਦਾ, ਉਹਦੇ ਅੰਦਰ ਹੀ ਮੈਨੂੰ ਲੱਗਦਾ ਆਪਣੇ ਅੰਦਰ ਹੀ ਸੈਂਸ ਹੈਗੀ ਉਹਦੇ। ਹਾਂ ਬਿਲਕੁਲ 1 ਸਾਲ ਦਾ ਬੱਚਾ ਹੀ ਨਹੀਂ ਜਾਂਦਾ ਗੁਰਕੀ ਸਾਹਿਬ, ਸਾਲ ਦਾ ਬੱਚਾ ਹਾਂ ਨਹੀਂ ਜਾਂਦਾ, ਸਾਲ ਦਾ ਹੋਏ 8 ਮਹੀਨੇ ਦਾ ਹੋਏ ਨਹੀਂ ਜਾਂਦਾ ਬੱਚਾ ਕਿਸੇ ਕੋਲ। ਉਹ ਮੰਨਦਾ ਥੋੜੀ ਹੈ ਕਿ ਤੁਸੀਂ ਬੜਾ ਤੁਹਾਨੂੰ ਚੁਕਾਓਗੇ ਤਾਂ ਵੀ ਨਹੀਂ ਜਾਣਾ ਉਹਨੇ। ਇਹਦਾ ਮਤਲਬ ਉਹਦੇ ਅੰਦਰ ਸੈਂਸ ਹੈਗੀ ਆ, ਜਿੱਦਾਂ ਉਹਨੂੰ ਪਤਾ ਵਾ ਕਿ ਚੁੱਕ ਕੇ ਨਾ ਲੈ ਜਾਏ। ਰੱਬ ਨੇ ਕੁਦਰਤੀ ਤੌਰ ਤੇ ਅੰਦਰ ਮਸ਼ੀਨ ਪਾਈ। ਬਿਲਕੁਲ ਹੁਣ ਇੱਥੇ ਨਿੱਜਰ ਸਾਹਿਬ ਮੇਨ ਚੀਜ਼ ਇਹ ਹੈਗੀ ਆ, ਜੋ ਵੀ ਆਪਾਂ ਬੱਚੇ ਨੂੰ ਸਿਖਾਉਣਾ ਚਾਹੁੰਦੇ ਹਾਂ, ਜੇ ਇੱਕ ਚੰਗਾ ਬੱਚਾ ਸੰਸਾਰ ਤੇ ਪੈਦਾ ਕਰਨਾ ਚਾਹੁੰਦੇ ਆ ਤੇ ਨਿੱਜਰ ਸਾਹਿਬ ਉਹਦੇ ਲਈ ਸਾਨੂੰ ਟੀਚਰ ਬਣਨਾ ਪੈਣਾ, ਉਦਾਂ ਦਾ ਰੋਲ ਪਲੇ ਕਰਨਾ ਪਊਗਾ। ਬਿਲਕੁਲ ਸਹੀ ਗੱਲ ਹੈ ਜੀ। ਚੰਗੀਆਂ ਤੇ ਮਾੜੀਆਂ ਆਦਤਾਂ ਜਿਹੜੇ ਬੱਚੇ ਹੁੰਦੇ ਨਾ ਨਿੱਜਰ ਸਾਹਿਬ ਸਾਡੇ ਕੋਲ ਸਿੱਖਦੇ ਆ। ਵੇਖੋ ਕਈ ਬੱਚੇ ਨੇ ਮੈਂ ਵੇਖਿਆ, ਕਈ ਮਾਂ ਪਿਓ ਬਹੁਤ ਉੱਚੀ ਬੋਲਦੇ ਨਾ, ਉਹਨਾਂ ਦੇ ਬੱਚੇ ਵੀ ਉੱਚੀ ਬੋਲਣ ਡੈ ਪੈਂਦੇ ਆ, ਕਿਉਂਕਿ ਉਹ ਮਾਂ ਪਿਓ ਨੂੰ ਵੇਂਦੇ ਰਹਿੰਦੇ ਆ। ਬਿਲਕੁਲ ਔਰ ਉਹੀ ਸਟਾਈਲ ਕਾਪੀ ਕਰ ਲੈਂਦੇ ਆ। ਹੁਣ ਇਹ ਆਦਤਾਂ ਚੰਗੀਆਂ ਵੀ ਹੁੰਦੀਆਂ ਤੇ ਨਿੱਜਰ ਸਾਹਿਬ ਸਾਡੀਆਂ ਮਾੜੀਆਂ ਆਦਤਾਂ ਵੀ ਉਹਨਾਂ ਕਾਪੀ ਕਰਨੀਆਂ। ਔਰ ਮੁੜ ਕੇ ਨਿੱਜਰ ਸਾਹਿਬ ਜਿਹੜੀ ਆਦਤ ਕਰੀ ਕਾਪੀ ਕਰ ਲਈ ਨਾ, ਫਿਰ ਕੋਈ ਕਾਲਜ, ਫਿਰ ਕੋਈ ਯੂਨੀਵਰਸਿਟੀ ਨੂੰ ਬਦਲ ਨਹੀਂ ਸਕਦੀ।
ਹਾਂ ਪ੍ਰਗਟ ਹੋਣ ਤੋਂ ਰੋਕ ਸਕਦਾ ਉਹ ਜ਼ਬਰਦਸਤੀ, ਪਰ ਉਹਦੇ ਅੰਦਰ ਉਹ ਚੀਜ਼ ਆਉਂਦੀ ਰਹਿਣੀ ਆਵਾਜ਼। ਹਾਂਜੀ ਨਿਜਰ ਸਾਹਿਬ ਆ ਜੀ ਅੱਗੇ ਕਥਾ ਤੇ ਆ ਜੀ। ਹਾਂਜੀ। ਭਰਨ ਪੋਖਣ ਕਰੰਤ ਜੀਆ ਵਿਸਰਾਮ ਛਾਦਨ ਦੇਵੰਤ ਦਾਨੰ। ਮਾਲਕ ਪਰਮਾਤਮਾ ਦੇਖ ਲਓ ਪੂਰਾ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਹੈ ਭਰਨ ਪਾਲਣ ਪੋਸ਼ਣ ਕਰੀ ਜਾਂਦਾ ਹੈ, ਔਰ ਸਾਰਾ ਰਹਿਣ ਦੇ ਵਾਸਤੇ ਖਾਣ ਦੇ ਵਾਸਤੇ ਸਾਰੇ ਨਰਾਂ ਨੂੰ ਸਾਰੇ ਜੀਵਾਂ ਨੂੰ, ਨਰਾਂ ਨੂੰ ਨਹੀਂ ਜੀ ਸਾਰੇ ਜੀਵਾਂ ਨੂੰ 84 ਲੱਖ ਜੂਨਾਂ ਨੂੰ ਦੇ ਰਿਹਾ ਹੈ ਮਾਲਕ ਪਰਮਾਤਮਾ, ਦਾਨ ਦੇ ਰਿਹਾ, ਫ੍ਰੀ ਦੇ ਰਿਹਾ। ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ, ਔਰ ਇੰਨਾ ਸੋਹਣਾ ਮਨੁੱਖੀ ਜੂਨ ਦੇਖੋ ਆਪਾਂ ਨੂੰ ਦਿੱਤਾ ਹੈ, ਸਿਰਜ ਕੇ ਸਵਾਰ ਕੇ ਰੱਖ ਦਿੱਤਾ, ਔਰ ਇੰਨੀ ਬੁੱਧੀ ਦੇ ਦਿੱਤੀ ਆਪਣੇ ਅੰਦਰ, ਚਤੁਰ ਕਹਿੰਦੇ ਆ, ਚੇਤਨਤਾ ਦੇ ਦਿੱਤੀ ਆਪਣੇ ਅੰਦਰ। ਹਾਂਜੀ ਵੀਰ ਜੀ। ਅੱਜ ਦੇਖੋ ਜੀ ਹੁਣ ਕਹਿੰਦੇ ਆ ਕਿ ਸਿਰਜੰਤ, ਸਿਰਜਨ ਦਾ ਮਤਲਬ ਪੈਦਾ ਕਰਦਾ। ਆਪ ਦੇਖੋ ਕਿ ਸਾਨੂੰ ਪਰਮਾਤਮਾ ਨੇ ਇੰਨਾ ਲੋਡ ਕਰਕੇ ਭੇਜਿਆ, ਕਿੱਦਾਂ ਸਾਡੀਆਂ ਅੱਖਾਂ ਨੇ ਵੇਂਦੀਆਂ ਨੇ, ਇੱਥੋਂ ਵੇਖਣ ਤੋਂ ਮੈਨੂੰ ਪਤਾ ਲੱਗ ਜਾਂਦਾ ਕਿ ਕਿੰਨੀ ਦੂਰ ਹੈ, ਕਿੰਨੀ ਵੱਡੀ ਆ, ਉਹ ਕਿੱਡੀ ਚੌੜੀ ਆ, ਕੀ ਰੰਗ ਹੈ ਉਹਦਾ, ਔਰ ਚੀਜ਼ ਮੇਰੀ ਆ ਜਾਂ ਕਿਹਦੀ ਆ। ਲੱਖਾਂ ਚੀਜ਼ਾਂ ਮੈਂ ਵੇਖਦਾ, ਮੈਨੂੰ ਇਹ ਪਤਾ ਕਿ ਮੇਰੀ ਕਿਹੜੀ ਤੇ ਲੋਕਾਂ ਦੀ ਕਿਹੜੀ ਨਜ਼ਰ। ਸਭ ਦੇਖੋ ਪਰਮਾਤਮਾ ਦਾ ਡਿਜ਼ਾਈਨਿੰਗ। ਬਿਲਕੁਲ ਕਰੋੜਾਂ ਬੰਦੇ ਹੈਗੇ ਆ, ਔਰ ਸਾਨੂੰ ਪਤਾ ਕਿ ਸਾਡੇ ਕਿਹੜੇ ਆ। ਆਪ ਜਸਟ ਸੋਚੋ ਕਿ ਸਾਡੇ ਅੰਦਰ ਕਿਹੋ ਜਿਹੀ ਮਸ਼ੀਨ ਲਾਈ ਆ ਪਰਮਾਤਮਾ ਨੇ। ਲੱਖਾਂ ਕਰੋੜਾਂ ਬੰਦੇ ਆ, ਪਰ ਸਾਨੂੰ ਪਤਾ ਕਿ ਸਾਡੇ ਰਿਸ਼ਤੇਦਾਰ ਕਿਹੜੇ ਆ, ਸਾਨੂੰ ਸਾਡੇ ਕੰਨਾਂ ਨੂੰ ਪਤਾ ਕਿ ਉਹਨਾਂ ਦੀ ਆਵਾਜ਼ ਕਿਹੜੀ ਆ। ਨਿਜਰ ਸਾਹਿਬ ਇੰਨੀ ਜ਼ਿਆਦਾ ਟੈਕਨੀਕ ਆ ਸਾਡੇ ਅੰਦਰ ਵਰਤੀ ਆ ਪਰਮਾਤਮਾ ਨੇ, ਔਰ ਇਹ ਕਮਾਲ ਹੀ ਹੈ। ਐਸੇ ਗੁਣ ਆ ਉਹਦੇ। ਹਾਂ ਬਿਲਕੁਲ ਗੁਣ ਆ ਗੋਰਖੀ ਸਾਹਿਬ, ਗੁਣ ਆ। ਦੇਖੋ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਦਿਮਾਗ ਜਿਹੜਾ ਮਾਲਕ ਪਰਮਾਤਮਾ ਨੇ 1.5 ਇੰਚ ਦਾ ਉਹ ਜਿਹੜਾ ਹੈਗਾ ਪੁਰਜਾ, 1.5 ਇੰਚ ਦੇ ਪੁਰਜੇ ਦੇ ਵਿੱਚ ਇੰਨੀ ਹਾਰਡ ਡਰਾਈਵ, ਇੰਨੀ ਮੈਮੋਰੀ ਉਹਦੇ ਵਿੱਚ ਆ। ਜੇ ਕੋਈ ਵੀਡੀਓ ਜਿਹੜੇ ਉਹਦੇ ਵਿੱਚ ਜਿਹੜਾ ਉਹਦੇ ਜੋ ਦੇਖਣਾ ਸ਼ੁਰੂ ਕਰੇ ਤੇ 300 ਸਾਲ ਤੱਕ ਵੀਡੀਓ ਲਗਾਤਾਰ ਦੇਖਦਾ ਰਹੇ ਤਾਂ ਵੀ ਜਿਹੜਾ ਹਾਰਡ ਡਰਾਈਵ ਜਿਹੜੀ ਹੈ ਖਤਮ ਨਹੀਂ ਹੁੰਦੀ। ਇੰਨਾ ਡਾਟਾ ਉਹਦੇ ਸਟੋਰ ਹੋ ਜਾਂਦਾ ਹੈ। ਮਾਸ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਮਾਲਕ ਪਰਮਾਤਮਾ ਨੇ ਕੀਤਾ ਹੋਇਆ ਭਾਈ। ਆਹੋ ਨਿਜਰ ਸਾਹਿਬ ਕਹਿਣ ਤੋਂ ਭਾਵ ਮੋਬਾਈਲ ਆ। ਹੁਣ ਮੋਬਾਈਲ ਦੇ ਜੇ ਆਪਾਂ ਉਂਗਲਾਂ ਤੇ ਮਾਰ ਲੈਂਦੇ ਆ, ਆਪਾਂ ਨੂੰ ਤੇ ਇੰਨਾ ਪਤਾ ਨਾ ਕਿ ਹਾਂ ਫੋਨ ਲਾਉਣਾ ਵਾ, ਨੈਟ ਵੇਖਣਾ, ਪਰ ਉਹਦੇ ਅੰਦਰ ਜਿਹੜਾ ਉਹਦਾ ਪੁਰਜੇ ਨੇ, ਉਹਦੇ ਅੰਦਰ ਜਿਹੜੀ ਪ੍ਰੋਗਰਾਮਿੰਗ ਹੈ ਉਹ ਕਿੰਨੀ ਬਰੀਕ ਹੈ। ਕਿੰਨਾ ਕੁਛ ਉਹਦੇ ਅੰਦਰ, ਕਿੱਦਾਂ ਹਵਾ 'ਚ ਸਿਗਨਲ ਕੈਚ ਕਰਨਾ, ਕਿੱਦਾਂ ਹਵਾ 'ਚ ਫੋਟੋਆਂ ਭੇਜਣੀਆਂ, ਕਿੰਨੀ ਟੈਕਨੋਲੋਜੀ ਬਰੀਕ ਆ। ਤੇ ਜਿਹੜੀ ਸਾਡੇ ਅੰਦਰ ਜਿਹੜੀ ਟੈਕਨੋਲੋਜੀ ਲੱਗੀ, ਦੱਸੋ ਕਿੰਨੀ ਅਪਗ੍ਰੇਡਡ ਹੋਊਗੀ। ਬਿਲਕੁਲ ਸਹੀ ਗੱਲ ਹੈ। ਜਿਹੜੀ ਆਹ ਟੈਕਨੋਲੋਜੀ ਹੈ ਨਾ, ਇਹ ਤੇ ਦੇਖ ਕੇ ਨਾ ਕਿ ਇਹ ਤੇ ਆਪਾਂ ਚਾਰਜਿੰਗ ਕਰਦੇ ਆ, ਪਰ ਸਾਡੀ ਜਿਹੜੀ ਅੰਦਰ ਚਾਰਜਿੰਗ ਵਾਲਾ ਬੈਟਰੀ ਵੀ ਅੰਦਰ ਲੱਗੀ ਹੋਈ ਹੈ। ਬੈਟਰੀ ਵੀ ਅੰਦਰ ਲੱਗੀ ਹੋਈ। ਔਰ ਸਾਡੇ ਅੰਦਰ ਕਹਿੰਦੇ ਕਿ ਦਿਮਾਗ ਏਦਾਂ ਦਾ ਵਾ, ਦੋ ਦਿਮਾਗ ਨੇ। ਇੱਕ ਤੇ ਦਿਮਾਗ ਨਾ ਅਸੀਂ ਗੱਲਾਂ ਗੁੱਲਾਂ ਕਰਨ ਲਈ ਵਰਤਦੇ ਆ, ਮੈਂ ਮੇਰੀ ਮੁੰਬਰੀ ਹੈਗੀ ਆ। ਇੱਕ ਦਿਮਾਗ ਜਿਹੜਾ ਹਿੱਸਾ ਹੈਗਾ ਵਾ ਉਹ ਥੱਲੇ ਆ, ਕਹਿੰਦੇ ਪਤਾ ਨਹੀਂ ਕੀ ਕਹਿੰਦੇ ਨੇ, ਬ੍ਰੇਨ ਸਟਮ ਵਗੈਰਾ ਵਗੈਰਾ ਕਹਿੰਦੇ ਆ ਉਹਨੂੰ, ਕਹਿੰਦੇ ਅਵਚੇਤਨ। ਸਾਡੇ ਅਵਚੇਤਨ ਮਾਈਂਡ, ਅਵਚੇਤਨ। ਅਵਚੇਤਨ ਮਾਨੀ ਜਿਹੜਾ ਨਹੀਂ ਆਪਣੇ ਦਿਲ ਦੀ ਧੜਕਣ, ਖੂਨ ਖਾਣ ਦੀ ਸਪਲਾਈ ਕੰਟਰੋਲ ਕਰਦਾ। ਜਦੋਂ ਬੰਦਾ ਕੋਮਾ 'ਚ ਚੱਲ ਜਾਂਦਾ ਤੇ ਉਹੀ ਚੱਲਦਾ ਰਹਿੰਦਾ ਮੁੜ ਕੇ। ਉਹ ਵੀ ਅਵਚੇਤਨ 'ਚ ਹੀ ਹੋਊਗਾ ਗੋਰਖੀ ਸਾਹਿਬ। ਨਹੀਂ ਨਿਜਰ ਸਾਹਿਬ ਨਹੀਂ ਹੋ ਰਿਹਾ, ਕਹਿੰਦੇ ਥੱਲੇ ਆ ਜਿੱਥੇ ਆਪਣਾ ਬ੍ਰੇਨ ਸਟਮ ਹੈ ਨਾ, ਉੱਥੇ ਬੈਠਾ ਹੁੰਦਾ ਥੱਲੇ, ਮਡੂਲਾ ਪਤਾ ਨਹੀਂ ਕੀ ਕਹਿੰਦੇ ਉਹਨੂੰ, ਏਦਾਂ ਵਗੈਰਾ ਹੈਗਾ ਕੁਝ ਨਾਂ ਨਹੀਂ ਪਤਾ ਸੰਗਤ ਜੀ। ਕਹਿੰਦੇ ਉਹ ਪੁਰਜਾ ਜਿਹੜਾ ਲੱਗਾ ਨਾ, ਠੀਕ ਹੈ ਜੀ, ਉਹਨੇ ਬੋਡੀ ਦੀ ਰਿਪੇਅਰ ਕਰਨੀ ਆ, ਉਹਨੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨਾ, ਉਹਨੇ ਖੂਨ ਦੀ ਸਪਲਾਈ ਕਰਨੀ, ਖੂਨ ਨੂੰ ਸਾਫ਼ ਕਰਨਾ, ਰੋਟੀ ਪਾਣੀ ਪਹੁੰਚਾਉਣਾ। ਉੱਥੇ ਸਾਡਾ ਕੋਈ ਕੰਟਰੋਲ ਨਹੀਂ ਹੈਗਾ। ਅੱਖਾਂ ਦੀ ਰਿਪੇਅਰ, ਕੰਨਾਂ ਦੀ ਰਿਪੇਅਰ, ਟਿਊਨਿੰਗ ਕਰਦਾ, ਨਾਸਾਂ ਦੇ ਰਾਹੀਂ, ਲੰਗਸ ਦੇ ਵਿੱਚ ਪ੍ਰੋਬਲਮ ਆ ਗਈ, ਸਰੀਰ ਤੋਂ ਬਿਮਾਰੀ ਆ ਗਈ, ਇਹ ਸਾਰਾ ਕੁਝ ਜਿਹੜਾ ਉਹ ਖੁਦ ਕੰਟਰੋਲ ਕਰਦਾ ਵਾ। ਸਾਹ ਲੈਣਾ ਕਿੰਨੀ ਫਾਸਟ ਲੈਣਾ ਵਾ। ਹੁਣ ਮੰਨ ਲਓ ਭੱਜਣ ਡੈ ਪਏ ਤੇ ਸਾਹ ਤੇਜ਼ ਹੋ ਜਾਂਦਾ ਹੈ। ਰਾਤ ਨੂੰ ਜਦੋਂ ਸੌ ਜਾਂਦੇ ਆ ਤਾਂ ਆਪਣੇ ਆਪ ਹੀ ਸਲੋ ਹੋ ਜਾਂਦੇ ਆ। ਇਹ ਜਿਹੜਾ ਕੰਟਰੋਲ ਸਾਰਾ ਨਾ ਉਹ ਪੁਰਜਾ ਕਰਦਾ। ਬਿਲਕੁਲ। ਅਬ ਜਸਟ ਸੋਚੋ, ਅਸਕਰ ਪੁਰਜਾ ਲੱਗਾ ਤੇ ਤਾਂ ਹੀ ਉਹ ਕੰਟਰੋਲ ਕਰਨ ਦੇ ਆ, ਆਪਣੇ ਆਪ ਕਿੱਥੋਂ ਪੁਰਜਾ ਆ ਗਿਆ। ਇਹਦਾ ਮਤਲਬ ਕਿ ਉਹ ਜਿਹੜਾ ਚਿੱਤਰਕਾਰ ਆ ਜਿਹਨੇ ਡਿਜ਼ਾਈਨਿੰਗ ਕੀਤੀ ਹੈ ਉਹਦੇ ਕਰਕੇ ਹੀ ਆ। ਦੇਖੋ ਦੰਦ ਵੇਖੋ ਆਪਣੇ। ਹੁਣ ਆਪਾਂ ਰੋਕੀ ਦੌੜਾ ਪਾਉਂਦੇ ਨੇ ਕਿ ਅਗਲਾ ਬੰਦਾ ਸਹੀ ਨਹੀਂ ਹੈ ਜੀ, ਉਹ ਮਾੜਾ, ਪਰ ਇੱਕ ਬੰਦੇ ਵੇਖਿਆ ਜਾ ਕੇ 32 ਦੰਦਾਂ ਦੇ ਵਿੱਚ ਉਹ ਕਿੱਦਾਂ ਜ਼ੁਬਾਨ ਸਰਵਾਈਵ ਕਰਦੀ ਨੇ, ਜੈਸਾ ਰਹਿੰਦੀ ਉਹਨਾਂ ਵਿੱਚ। ਬਿਲਕੁਲ ਰਹਿੰਦੀ ਉਹਨਾਂ ਦੇ ਵਿੱਚ ਆ। ਅਕਲ ਦੇ ਨਾਲ ਹੀ ਕਿੱਦਾਂ ਆਪਾਂ ਮੂੰਹ 'ਚ ਰੋਟੀ ਪਾਉਂਦੇ ਆ, ਕਿੱਦਾਂ ਪਾਣੀ ਆਈ ਜਾਂਦਾ ਮੂੰਹ ਦੇ ਵਿੱਚ, ਉਹੀ ਸਾਡੀ ਰੋਟੀ ਨਾਲ। ਜੇ ਆਪਾਂ ਚਿੱਥ ਕੇ ਰੋਟੀ ਨਿਕਾਲਦੇ ਨਾ ਅੰਦਰ, ਕਹਿੰਦੇ ਪਤਾ ਨੀ ਕਿੰਨੀ ਕਿਸਮ ਦੀ ਬਿਮਾਰੀ ਤੋਂ ਆਪਾਂ ਬਚਦੇ ਹਾਂ ਕੱਲੀ ਚਿੱਥ ਕੇ ਰੋਟੀ ਨਿਕਾਉਣ ਨਾਲ। ਬਿਲਕੁਲ। ਤੇ ਇੰਨਾ ਇੰਪੋਰਟੈਂਟ ਤੇ ਇੰਨੇ ਫੰਕਸ਼ਨ ਆ, ਸਾਰ ਨਾਸਾਂ ਹੀ ਜਾਂਦਾ। ਜਦ ਆਪਾਂ ਮੂੰਹ ਲਈ ਸਾਹ ਲੈਂਦੇ ਉਹ ਇੱਕ ਅਲੱਗ ਚੀਜ਼ ਆ, ਨਾਸਾਂ ਰਾਹੀਂ ਪਹਿਲਾਂ ਜਾਂਦਾ,
ਇਹਦੇ ਅੰਦਰ ਹੀ ਕਹਿੰਦੇ ਐਸੀ ਮਸ਼ੀਨ ਲੱਗੀ ਆ, ਜੇ ਹਵਾ ਗਰਮ ਹੈ ਤੈਨੂੰ ਠੰਡੀ ਕਰ ਦਿੰਦਾ ਉਹ ਪੁਰਜਾ, ਤੇ ਜੇ ਬਾਹਰ ਹਵਾ ਠੰਡੀ ਹੈ ਤੇ ਨਿਜੇ ਸਭ ਉਹਨੂੰ ਗਰਮ ਕਰ ਦਿੰਦਾ ਜੀ। ਆਪ ਜਸਟ ਦੇਖੀਏ ਕਿੰਨਾ ਮੈਕੈਨਿਜ਼ਮ ਵਧੀਆ ਲੱਗਾ ਹੁੰਦਾ। ਕਿੱਦਾਂ ਵੇਖੋ ਉਸੇ ਪੈਪ ਥਾਈ ਆਪਣੇ ਅੰਦਰ ਰੋਟੀ ਵੀ ਜਾ ਰਹੀ ਆ, ਉਸੇ ਪੈਪ ਰਾਹੀਂ ਨੇਜਰ ਸਾਹਿਬ ਹਵਾ ਵੀ ਜਾ ਰਹੀ ਆ। ਜਸਟ ਸੋਚੋ ਕਿ ਡਿਜ਼ਾਈਨਿੰਗ ਕਿਹਨੇ ਕੀਤੀ ਹੈ, ਹੈਨਾ। ਬਿਲਕੁਲ। ਪਰ ਆਪਾਂ ਨੂੰ ਪਤਾ ਨਹੀਂ ਹੈ ਕਿਉਂਕਿ ਮਸ਼ੀਨ ਆਪਤ ਵਰਤੀ ਜਾਂਦੇ ਆ, ਪਰ ਜਦੋਂ ਖਰਾਬ ਹੁੰਦੀ ਹੈ ਫਿਰ ਪਤਾ ਲੱਗਦਾ ਇਹਦੇ ਅੰਦਰ ਕਿੰਨੇ ਪੁਰਜੇ ਲੱਗੇ, ਹਨਾ। ਬਿਲਕੁਲ। ਕਈ ਵਾਰੀ ਇਹ ਸਭ ਹੱਥੂ ਆ ਜਾਂਦਾ ਹੈ ਗੋਲਕੀ ਸਾਹਿਬ, ਕਈ ਵਾਰੀ ਹੱਥੂ ਆ ਜਾਂਦਾ, ਉਦੋਂ ਪਤਾ ਲੱਗਦਾ ਹੈ। ਹਾਂ, ਇਹ ਪਰਮਾਤਮਾ ਨੇ ਬਹੁਤ ਖੂਬਸੂਰਤ ਚੀਜ਼ ਬਣਾਈ ਆ। ਔਰ ਵੈਸੇ ਪਰਮਾਤਮਾ ਜਿਹੜਾ ਵੀ ਚੀਜ਼ ਬਣਾਈ ਹੈ ਨਾ ਉਹ ਖਰਾਬ ਨਹੀਂ ਹੁੰਦੀ। ਅਸੀਂ ਆਪਣੀ ਮਰਜ਼ੀ ਨਾਲ ਉਹ ਖਰਾਬ ਕਰ ਲਈਏ, ਵਕਤੀ ਕਰਾਂ। ਜਿੱਦਾਂ ਮਤਲਬ ਰੋਟੀ ਆ, ਕੋਈ ਤਲੀ ਚੀਜ਼ ਆ ਗਈ ਆ, ਅੰਦਰੋਂ ਆਵਾਜ਼ ਤੇ ਆਉਂਦੀ ਹੈ ਕਿ ਸਵਾਦ ਖਾ ਲਿਆ ਜਾਵੇ, ਪਰ ਨੇਜਰ ਸਾਹਿਬ ਇੱਕ ਆਵਾਜ਼ ਇਹ ਵੀ ਕਹਿੰਦੀ ਹੈ ਖਾਣ ਤੋਂ ਬਾਅਦ ਕਿ ਤੂੰ ਗਲਤੀ ਕੀਤੀ ਹੈ। ਬਿਲਕੁਲ ਬਿਲਕੁਲ ਕਹਿੰਦੀ ਹੈ। ਪਹਿਲਾਂ ਵੀ ਕਹਿੰਦੀ ਹੈ, ਪਹਿਲਾਂ ਵੀ ਆ ਜਾਂਦੀ ਹੈ। ਹਾਂ, ਪਹਿਲਾਂ ਵੀ ਆ ਜਾਂਦੀ ਹੈ, ਉਹ ਮਾੜੀ ਮਾੜੀ ਆਵਾਜ਼ ਪਹਿਲਾਂ ਵੀ ਬੋਲਦੀ ਹੈ ਆ ਕਿ ਨਾ ਖਾਓ। ਹਾਂ, ਫਿਰ ਲਈ ਚੰਗਾ ਨਹੀਂ। ਬਿਲਕੁਲ। ਪਰ ਨੇਜਰ ਸਾਹਿਬ ਇੱਕ ਚੀਜ਼ ਹੋਰ ਹੈ, ਜਦੋਂ ਆਪਾਂ ਵਿਆਹ ਵਿਊਹ ਤੇ ਜਾਂਦੇ, ਉਹ ਆਵਾਜ਼ ਕਹਿੰਦੀ ਨਾ ਖਾ। ਇਹ ਪਤਾ ਨਹੀਂ ਇਹਨੇ ਬੰਦੇ ਨੇ ਕਿੱਦਾਂ ਦਾ ਕਾਊਂਟਰ ਤੇ ਸਮਾਨ ਰੱਖਿਆ, ਬੇਸ਼ੱਕ ਸੋਹਣਾ ਲੱਗ ਰਿਹਾ ਪਰ ਤੂੰ ਨਾ ਖਾ। ਪਰ ਆਪਾਂ ਕਹਿੰਦੇ ਨਹੀਂ ਖਾ ਲਈਏ, ਖਾਣ ਤੋਂ ਬਾਅਦ ਫਿਰ ਪਛਤਾਉਂਦੇ ਆ ਕਿ ਕਾਹਨੂੰ ਖਾਧਾ। ਤੇ ਜੇ ਉਹਦੀ ਆਵਾਜ਼ ਸੁਣ ਕੇ ਨੇਜਰ ਸਾਹਿਬ ਨਹੀਂ ਖਾਂਦੇ ਨਾ, ਤੁਸੀਂ 2-4 ਵਾਰੀ ਉਹ ਚੀਜ਼ ਨੂੰ ਨਾ ਕਰਕੇ ਵੇਖੋ, ਤੁਹਾਡੇ ਅੰਦਰ ਸ਼ਕਤੀ ਬਿਲਡ ਹੋ ਜਾਣੀ। ਬਿਲਕੁਲ ਸਹੀ ਗੱਲ। ਉਹਨੂੰ ਕਹਿੰਦੇ ਸੰਜਮ। ਗੁੱਸਾ ਆ ਗਿਆ ਵਾ ਪਰ ਤੁਸੀਂ ਬੋਲੇ ਨਹੀਂ, ਉਹ ਸ਼ਕਤੀ ਨੇ ਜੋ ਤੁਸੀਂ ਹਜਮ ਕੀਤਾ ਨਾ, ਸਮਝੋ ਕਿ ਬੜੀ ਵੱਡੀ ਗੱਲ ਹੈ। ਪਰ ਜਦੋਂ ਤੁਸੀਂ ਬੋਲ ਗਏ ਫਿਰ ਤੇ ਖਤਮ, ਫਿਰ ਮਿੱਟੀ ਹੋ ਗਿਆ। ਅਗਲੇ ਆਪਣੀ ਸਿਚੁਏਸ਼ਨ ਬਣ ਗਈ, ਆਪਾਂ ਉਹਨੂੰ ਵੇਖ ਲਿਆ, ਪਤਾ ਗੁੱਸਾ ਬਣਦਾ 101%, ਆਪਾਂ ਨਹੀਂ ਕੀਤਾ ਤੇ ਉਹ ਬੜੀ ਵੱਡੀ ਸ਼ਕਤੀ ਸਾਡੇ ਅੰਦਰ ਇਕੱਠੀ ਹੋ ਜਾਣੀ। ਨੇਜਰ ਸਾਹਿਬ ਬੜੀ ਵੱਡੀ ਸਟੋਰ ਤੁਸੀਂ ਕਰਕੇ ਵੇਖ ਲਓ ਸਾਧ ਸੰਗਤ ਜੀ। ਤੁਹਾਡਾ ਮਨ ਕੀਤਾ ਕੋਈ ਚੀਜ਼ ਖਾਣ ਨੂੰ, ਪਰ ਹੈ ਤੇਲ ਵਾਲੀ ਚੀਜ਼ ਹੈ, ਨਹੀਂ ਖਾਣਾ ਚਾਹੀਦੀ, ਆਪਣੀ ਸਿਹਤ ਲਈ ਤੁਹਾਡੇ ਲਈ ਸਹੀ ਨਹੀਂ ਹੈ, ਮੰਨ ਲਓ ਤੁਸੀਂ ਨਹੀਂ ਖਾਦੀ, ਤੁਸੀਂ ਵੇਖਿਓ ਉਸ ਤੋਂ ਬਾਅਦ ਤੁਹਾਡੇ ਅੰਦਰ ਕਿੰਨੀ ਵੱਡੀ ਫੀਲਿੰਗ ਆਉਂਦੀ, ਜਿੱਦਾਂ ਤੁਸੀਂ ਇੰਝ ਮਹਿਸੂਸ ਕਰਨਾ ਕਿ ਜਿੱਦਾਂ ਮੈਂ ਕੋਈ ਜਿੱਤ ਲਿਆ। ਕਿਉਂਕਿ ਤੁਸੀਂ ਉਦੋਂ ਇੰਦਰੀਆਂ ਤੇ ਸੰਜਮ ਕਰ ਲਿਆ। ਇੱਕ ਰਸਨਾ ਜ਼ਬਾਨ ਦਾ ਰਸ ਸੀ, ਤੁਸੀਂ ਇਹਨੂੰ ਘੁੰਮਣ ਨਹੀਂ ਦਿੱਤਾ, ਰੋਕ ਲਿਆ। ਜਿੱਦਾਂ ਨਦੀ ਹੈ ਨਾ, ਨਦੀ ਖੂਬਸੂਰਤ ਕਿਉਂ ਲੱਗਦੀ ਹੈ? ਕਿਉਂਕਿ ਕਿਨਾਰਿਆਂ ਦੇ ਵਿੱਚ ਚੱਲਦੀ ਹੈ। ਜਦੋਂ ਬੰਨ ਤੋੜ ਦਿੰਦੀ ਫਿਰ ਚੰਗੀ ਨਦੀ ਨਹੀਂ ਹੁੰਦੀ। ਹਾਂ, ਖਾ ਲਓ ਕੋਈ ਗੱਲ ਨਹੀਂ, ਪਰ ਕਈ ਵਾਰੀ ਨਾ ਵੀ ਖਾਓ। ਇਹਨੂੰ ਜਸਟ ਇਹ ਮਹਿਸੂਸ ਕਰਾਉਣਾ ਹੈ ਕਿ ਕਈ ਚੀਜ਼ਾਂ ਤੈਨੂੰ ਨਹੀਂ ਮਿਲਣੀਆਂ, ਉਹਦੇ ਨਾਲ ਤੁਹਾਡੇ ਅੰਦਰ ਨਾ ਆਤਮ ਸ਼ਕਤੀ ਵਧੂਗੀ। ਹਾਂਜੀ ਨੇਜਰ ਸਾਹਿਬ ਅੱਗੇ। ਵਰਤੰਤ ਸੁਖ ਆਨੰਦ ਪ੍ਰਸਾਦੈ, ਸਿਮਰੰਤ ਨਾਨਕ ਹਰ ਹਰ ਹਰੇ। ਕਹਿੰਦੇ ਇੰਨਾ ਸੋਹਣਾ ਮਨੁੱਖਾ ਸਰੀਰ ਦਿੱਤਾ ਹੈ ਮਾਲਕ ਪਰਮਾਤਮਾ ਨੇ, ਬਾਰੀ ਦਿੱਤੀ ਹੋਈ ਹੈ ਆਪਣੀ, ਔਰ ਆਪਣੀ ਸਾਰਾ ਪਾਲਣ ਪੋਸ਼ਣ, ਖਾਣ ਪੀਣ, ਰਹਿਣ ਸਹਿਣ ਦਾ ਸਾਰਾ ਕੁਛ ਇੰਤਜ਼ਾਮ ਮਾਲਕ ਦੇ ਰਿਹਾ, ਦਾਨ ਕਰ ਰਿਹਾ ਆਪਾਂ ਨੂੰ। ਤੇ ਜੇ ਆਪਾਂ ਉਹਦਾ ਜਿਹੜਾ ਹੈਗਾ ਸਿਮਰਨ ਕਰੀਏ, ਸਿਮਰੰਤ ਨਾਨਕ ਹਰ ਹਰ ਹਰੇ, ਜੇ ਧਿਆਨ ਸਿਮਰਨ ਕਰੀਏ ਮਾਲਕ ਪਰਮਾਤਮਾ ਦਾ, ਵਰਤੰਤ ਸੁਖ ਆਨੰਦ ਪ੍ਰਸਾਦ ਹੈ। ਕਹਿੰਦੇ ਉਹਦਾ ਪ੍ਰਸਾਦ ਮਿਲ ਜਾਏਗਾ, ਉਹਦੀ ਕਿਰਪਾ ਹੋ ਜਾਏਗੀ, ਗੁਰਪ੍ਰਸਾਦ ਆ ਜਾਏਗਾ, ਔਰ ਜਿਹੜਾ ਹੈਗਾ ਸੁੱਖ ਦੇ ਵਿੱਚ ਜੀਵਨ ਜਿਹੜਾ ਹੈ ਸੁੱਖ ਦੇ ਵਿੱਚ ਵਰਤਣ ਲੱਗ ਪਏਗਾ ਭਾਈ, ਖੁਸ਼ੀ ਦੇ ਵਿੱਚ, ਆਨੰਦ ਦੇ ਵਿੱਚ, ਖੇੜੇ ਦੇ ਵਿੱਚ ਆ ਜਾਏਗਾ। ਅਨਿੱਤਯ ਰਚਨਾ ਨਿਰਮੋਹਤੇ, ਜਿਹੜੀ ਬਾਕੀ ਇਹ ਪਦਾਰਥ ਹੈਗੇ, ਮਾਇਕ ਰਚਨਾ ਹੈਗੀ ਜੋ ਦਿਸ ਰਹੀ ਹੈ, ਜੋ ਆਕਾਰ ਹੈਗੇ, ਜੋ ਖਿੱਚ ਹੈਗੇ, ਜੋ ਆਪਣੇ ਪਰਿਵਾਰ, ਜੋ ਸਾਰਾ ਟੱਬਰ, ਕਹਿੰਦੇ ਅਨਿੱਤਯ ਹੈਗੀ, ਨਿੱਤ ਨਹੀਂ ਰਹਿਣ ਵਾਲੀ ਪਾਏ, ਪਰਮਾਨੈਂਟ ਨਹੀਂ ਹੈਗੀ ਆ, ਇਹ ਤੈਨੂੰ ਸਫ਼ਰ ਦੇ ਵਿੱਚ ਮਿਲੀ ਹੋਈ ਆ। ਅਨਿੱਤਯ ਰਚਨਾ ਨਿਰਮੋਹ ਤੇ ਜੇ ਧਿਆਨ ਸਿਮਰਨ ਕਰੇਗਾ ਤੇ ਇਹਦੇ ਨਾਲ ਨਿਰਮੋਹ ਰਹੇਗਾ। ਇੱਕ ਜਿਹੜਾ ਹੈਗਾ, ਇੱਕ ਆਪਾਂ ਬੱਚਿਆਂ ਨੂੰ ਪਾਲਦੇ ਹਾਂ ਤੇ ਮੋਹ ਦੇ ਨਾਲ ਪਾਲਦੇ ਹਾਂ, ਇੱਕ ਜਿਹੜਾ ਹੈਗਾ ਬੱਚਿਆਂ ਨੂੰ ਆਪਾਂ ਫਰਜ਼ ਦੇ ਨਾਲ ਪਾਲ ਸਕਦੇ ਹਾਂ। ਮੋਹ ਕੀ, ਜਿਸ ਤਰ੍ਹਾਂ ਕੋਈ ਛੋਟਾ ਬੱਚਾ ਹੈਗਾ, ਜਾ ਕੇ ਗੁਆਂਢੀਆਂ ਦੇ ਕੋਈ ਚੀਜ਼ ਜਿਹੜਾ ਹੈਗਾ ਛੋਟਾ ਬੱਚਾ ਚੱਕ ਕੇ ਲਿਆਇਆ, ਕੋਈ ਖਿਡੌਣਾ ਵਧੀਆ ਲੱਗਿਆ ਚੁੱਕ ਕਰਕੇ ਚੱਕ ਕੇ ਲਿਆ, ਔਰ ਮਾਂ ਨੇ ਜਿਹੜਾ ਹੈਗਾ ਕੁਛ ਨਹੀਂ ਕਿਹਾ, ਉਹਨੂੰ ਚੁੱਪਚਾਪ ਮੋਹ ਦੇ ਵਿੱਚ, ਵਸ ਦੇ ਵਿੱਚ ਆ ਕੇ, ਜੇ ਮਾਂ ਨੇ ਇੱਕ ਥੱਪੜਾ ਲਾਇਆ ਔਰ ਸਾਹਮਣੇ ਕਹੇ ਜਾ ਕੇ ਮੋੜ ਕੇ ਆ, ਨਾਲ ਜਾਏ ਮੋੜਨ ਵਾਸਤੇ, ਤੇ ਉਹ ਹੈਗਾ ਫਰਜ਼। ਉਸ ਤਰ੍ਹਾਂ ਜਿਹੜਾ ਹੈਗਾ ਫਰਜ਼ ਦੇ ਨਾਲ ਆਪਾਂ ਬੱਚਿਆਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ, ਔਰ ਉਹਨਾਂ ਦੇ ਅੰਦਰ ਚੰਗੇ ਸੰਸਕਾਰ ਬਿਲਡ ਕਰ ਸਕਦੇ ਹਾਂ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਬਾਣੀ ਤੇ ਸਾਨੂੰ ਇਹ ਸਮਝਾਉਂਦੀ ਹੈ ਕਿ ਜੀਵਨ ਦੇ ਵਿੱਚ ਧਰਮ ਲੈ ਕੇ ਆਓ। ਮਜ਼ਹਬ ਜਿਹੜਾ ਨਾ, ਮਜ਼ਹਬ ਇੱਕ ਅਲੱਗ ਚੀਜ਼ ਹੈ। ਜਿੱਦਾਂ ਇੱਕ ਸਿੱਖ ਮਜ਼ਹਬ ਹੈ, ਹਿੰਦੂ ਇੱਕ ਮਜ਼ਹਬ ਹੈ,
ਔਰ ਕ੍ਰਿਸਚਨ ਇੱਕ ਮਜ਼ਹਬ ਹੈ, ਮੁਸਲਿਮ ਇੱਕ ਮਜ਼ਹਬ ਹੈ। ਇਹ ਮਜ਼ਹਬ ਨੇ, ਪੰਥ ਹੁੰਦੇ ਨੇ, ਇਹਨੂੰ ਪੰਥ ਕਹਿੰਦੇ। ਧਰਮ ਦਾ ਮਤਲਬ ਹੁੰਦਾ ਕਿ ਸੱਚ ਦੇ ਉੱਪਰ ਆਪਣਾ ਜੀਵਨ ਚਲਾਉਣਾ। ਬੇਸ਼ੱਕ ਤੁਸੀਂ ਰੱਬ ਨੂੰ ਨਹੀਂ ਵੀ ਮੰਨਦੇ, ਪਰ ਤੁਸੀਂ ਸੱਚਾ ਜੀਵਨ ਬਤੀਤ ਕਰਦੇ ਜੋ। ਇੱਕ ਸੱਚੇ ਦਾ ਮਤਲਬ ਇਹੋ ਹੀ ਹੈ ਕਿ ਬੇਈਮਾਨ ਨਹੀਂ ਜੋ ਤੁਸੀਂ, ਮੰਨ ਲਓ। ਤੇ ਤੁਸੀਂ ਇਮਾਨਦਾਰੀ ਨਾਲ ਆਪਣੇ ਪੈਸੇ ਕਮਾ ਰਹੇ ਜੋ, ਇਮਾਨਦਾਰੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਜੋ, ਔਰ ਕਮਾਈ ਕੀਤੀ ਚ ਥੋੜਾ ਬਹੁਤ ਦਾਨ ਵੀ ਕਰ ਰਹੇ ਜੋ, ਕਿਸੇ ਦਾ ਹੱਕ ਨਹੀਂ ਮਾਰਦੇ, ਕਿਸੇ ਦੀ ਨਿੰਦਿਆ ਨਹੀਂ ਕਰ ਰਹੇ, ਕਿਸੇ ਦੀ ਚੁਗਲੀ ਨਹੀਂ ਕਰ ਰਹੇ, ਤੇ ਤੁਸੀਂ ਮੁਕਤੀ ਜੋ। ਦੂਜੀ ਤਰਫ ਨਿੱਜਰ ਸਾਹਿਬ ਮੈਂ ਧਾਰਮਿਕ ਸ਼ੋਅ ਕਰ ਰਿਹਾ ਔਰ ਸਭ ਮੈਂ ਝੂਠ ਮਾਰ ਰਿਹਾ, ਗੱਪਾਂ ਮਾਰ ਰਿਹਾ, ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਲੋਕਾਂ ਦਾ ਪੈਸਾ ਚੋਰੀ ਕਰ ਰਿਹਾ, ਨਿੰਦਿਆ ਕਰ ਰਿਹਾ, ਚੁਗਲੀ ਕਰ ਰਿਹਾ, ਤੇ ਉਹ ਧਾਰਮਿਕ ਭਾਵੇਂ ਮੈਂ ਦਿਖਾਈ ਦੇ ਰਿਹਾ ਪਰ ਮੈਂ ਧਾਰਮਿਕ ਨਹੀਂ ਜੋ। ਇਸੇ ਇਹੋ ਹੀ ਕਾਰਨ ਹੈ ਬਾਹਰਲੀਆਂ ਕੰਟਰੀਆਂ ਚ ਉੱਥੇ ਇਮਾਨਦਾਰੀ ਹੈਗੀ ਹੈ, ਤਾਂ ਹੀ ਨਿੱਜਰ ਸਾਹਿਬ ਉੱਥੇ ਸੁੱਖ ਵੀ ਜ਼ਿਆਦੇ ਹੈ। ਬਿਲਕੁਲ। ਨਾਲੇ ਗੋਰਖੀ ਸਾਹਿਬ ਜਿਹੜਾ ਜੱਜ ਹੈਗਾ ਉਹ ਤਾਂ ਆਪਣੇ ਅੰਦਰ ਬੈਠਾ ਹੋਇਆ, ਉਹ ਤਾਂ ਸਾਰਾ ਕੁਝ ਦੇਖ ਰਿਹਾ। ਹਾਂ ਉਹ ਨਿੱਜਰ ਸਾਹਿਬ ਇਹ ਵੀ ਇਹੀ ਕਾਰਨ ਹੈ। ਇਹ ਵੇਖ ਲਓ ਦੇਸ਼ਾਂ ਦੇ ਉੱਤੇ ਵੀ ਫਰਕ ਪੈਂਦਾ ਹੈ ਜਿੱਦਾਂ ਦਾ ਆਪਾਂ ਜੀਵਨ ਉਹਨਾਂ, ਕਿਉਂਕਿ ਮੋਰਲ ਬੜੇ ਉੱਚੇ ਨਾ ਨਿੱਜਰ ਸਾਹਿਬ ਉਹਨਾਂ ਦੇ। ਬਚਪਨ ਦੇ ਵਿੱਚ ਸਿਖਾਇਆ ਜਾਂਦਾ ਹੈ ਕਿ ਤੁਸੀਂ ਕੰਮ ਕਰਨਾ, ਮਿਹਨਤ ਕਰਨੀ ਹੈ, ਧਰਤੀ ਤੇ ਗੰਦ ਨਹੀਂ ਪਾਉਣਾ। ਕਾਫੀ ਸਾਡੇ ਨਾਲੋਂ ਜ਼ਿਆਦਾ ਡਿਵੈਲਪਮੈਂਟ ਉਹਨਾਂ ਦੇ ਵਿੱਚ ਜ਼ਿਆਦਾ ਵਾ। ਅਸੀਂ ਉੱਥੇ ਜਾ ਕੇ ਉਹ ਚੀਜ਼ਾਂ ਨੂੰ ਫੋਲੋ ਕਰਦੇ ਹਾਂ, ਪਰ ਆਪਾਂ ਮਤਲਬ ਸਾਡੇ ਲਾਗੇ ਮਤਲਬ ਜਿਹੀ ਆਪਣੇ ਦੇਸ਼ ਚ ਰਹਿੰਦੀਆਂ ਤੇ ਜਦੋਂ ਉਹ ਚੀਜ਼ਾਂ ਹੀ ਫੋਲੋ ਨਹੀਂ ਕਰ ਪਾਉਂਦੇ ਉਹਨੀਆਂ ਜਿੰਨੀਆਂ ਗੋਰਿਆਂ ਤੇ। ਵੇਖੋ ਗੋਰਿਆਂ ਦੇ ਚ ਕਿੰਨਾ ਸਿਸਟਮ ਹੈਗਾ। ਬਿਲਕੁਲ, ਬਹੁਤ ਵਧੀਆ ਹੈਗਾ ਜੀ ਇਹਨਾਂ ਦਾ। ਤਾਂ ਦੇਖੋ ਗੋਰਖੀ ਸਾਹਿਬ, ਕੋਈ ਵੀ ਚੀਜ਼ ਹੈਗੀ, ਕੋਈ ਚੀਜ਼ ਕਿਸੇ ਦੀ ਡਿੱਗ ਪਏ, ਕੋਈ ਮੋਬਾਈਲ ਡਿੱਗ ਪਏ ਜਾਂ ਕੁਛ ਵੀ ਡਿੱਗ ਪਏ, ਉਹ ਜਿਹੜਾ ਕਦੀ ਵੀ ਜਿਹੜਾ ਹੈਗਾ ਉਹਨੂੰ ਜਿਹੜਾ ਕੋਸ਼ਿਸ਼ ਕਰਦੇ ਆ ਉਹ ਤਾਂ ਉੱਥੇ ਹੀ ਰੱਖ ਦਿੰਦੇ ਆ, ਕਿਸੇ ਥੜੇ ਦੇ ਉੱਤੇ ਰੱਖ ਦੇਣਗੇ ਕਿਸੇ ਦੀ ਕੋਈ ਚੀਜ਼ ਡਿੱਗੀ ਹੋਈ, ਔਰ ਜਿਹੜਾ ਹੈਗਾ ਉੱਥੇ ਪਈ ਰਹਿੰਦੀ ਆ। ਮੈਂ ਤਾਂ ਸੈਰ ਕਰਨ ਜਾਂਦਾ ਜੀ, 10-10 ਦਿਨ ਦੇਖੀਏ ਕੋਈ ਵੀ ਚੀਜ਼ ਪਈ ਦੀ ਪਈ ਆ ਉੱਥੇ, ਕੋਈ ਚੱਕਦਾ ਹੀ ਨਹੀਂ ਆ ਉਹਨੂੰ। ਇੰਨਾ ਸਿਸਟਮ ਹੈ। ਔਰ ਆਪਣੇ ਜਿਹੜੇ ਹੈਗੇ ਇੱਧਰ ਆ ਕੇ ਗੋਰਖੀ ਸਾਹਿਬ ਜਿਹੜੇ ਹੈਗੇ ਫੇਰ ਆਪਣੀ ਆਦਤਾਂ ਨਹੀਂ ਛੱਡਦੇ। ਉਹ ਕੋਈ ਕਿਸੇ ਦੀ ਕੋਈ ਚੀਜ਼ ਚੱਕ ਲੈਂਦਾ, ਕਿਸੇ ਦਾ ਕੁਛ ਕਰ ਲੈਂਦਾ, ਬਸ ਇਸ ਤਰ੍ਹਾਂ ਜਿਹੜਾ ਹੈਗਾ ਇੱਥੇ ਆ ਕੇ ਫੇਰ ਉਹੀ ਚੱਲ ਰਿਹਾ ਸਾਰਾ। ਨਿੱਜਰ ਸਾਹਿਬ ਛੋਟੇ ਹੁੰਦੇ ਬੱਚਿਆਂ ਨੂੰ ਤੁਸੀਂ ਕਿਹਾ ਤਾਂ ਹੈਗਾ ਥੱਪੜ ਮਾਰਿਆ ਸੀ, ਉਹ ਮੁੜ ਕੇ ਨੂੰ ਸਮਝਾਇਆ ਕਿ ਪੁੱਤ ਇਹ ਨਹੀਂ ਕੰਮ ਕਰਨਾ, ਚਲੋ ਵਾਪਸ ਕਰਕੇ ਆਈਏ, ਤੇ ਉੱਥੇ ਹੀ ਕੰਮ ਰੁਕ ਗਿਆ ਨਾ ਉਹ। ਉਹਨੂੰ ਤਾਂ ਪਤਾ ਲੱਗ ਗਿਆ ਕਿ ਕੰਪਿਊਟਰ ਦੇ ਵਿੱਚ ਡਾਟਾ ਐਡ ਹੋ ਗਿਆ। ਕਿਆ ਜੋ ਵੀ ਆ ਮੈਨੂੰ ਨਹੀਂ ਪਤਾ ਮੈਂ ਕੀ ਕੀਤਾ, ਪਰ ਜੋ ਵੀ ਕੀਤਾ ਘਰ ਦੇ ਨਾਰਾਜ਼ ਹੋ ਗਏ ਆ, ਮੈਨੂੰ ਪੜ੍ਹ ਕੇ ਖੜਿਆ ਉੱਥੇ। ਬਿਲਕੁਲ ਸਹੀ ਹੈ। ਉਹ ਜਿਹੜਾ ਉਹ ਡਾਟਾ ਵੜ ਗਿਆ ਅੰਦਰ, ਉਹਨੂੰ ਪਤਾ ਲੱਗ ਗਿਆ ਕਿ ਆਹ ਚੀਜ਼ ਸਹੀ ਨਹੀਂ ਹੈ। ਔਰ ਉਹਦੇ ਮਾਈਂਡ ਦੇ ਵਿੱਚ ਉਹ ਗੇਮ ਆ ਗਈ ਕਿ ਇਹ ਜਿਹੜਾ ਕੰਮ ਮੈਂ ਕੀਤਾ ਵਾ ਇਹ ਸਹੀ ਨਹੀਂ ਹੈ। ਬਸ ਪਤਾ ਨਹੀਂ ਕੀ ਹੋਇਆ ਸੀ, ਪਰ ਮੈਂ ਘਰੇ ਤੇ ਲੈ ਆਇਆ ਹਾਂ, ਪਰ ਮੰਮੀ ਬਹੁਤ ਨਾਰਾਜ਼ ਹੋ ਗਈ ਸੀ, ਇਹ ਮੈਂ ਦੁਬਾਰਾ ਨਹੀਂ ਕਰਾਂਗਾ। ਤੇ ਉਹ ਨਿੱਜਰ ਸਾਹਿਬ ਇਹੋ ਹੀ ਤਾਂ ਮੋਰਲ ਤੇ ਬਿਲਡ ਹੋਏ ਨੇ ਇਹਨਾਂ ਦੇ ਅੰਦਰ। ਉਹਨਾਂ ਦੇ ਮੋਰਲ ਬਹੁਤ ਉੱਚੇ ਨੇ, ਹੋਰ ਜੋ ਮਰਜ਼ੀ ਕਰੀ ਜਾਂਦੇ ਆ, ਪਰ ਉਹਨਾਂ ਦੇ ਨਿੱਜਰ ਸਾਹਿਬ ਉਹਨਾਂ ਦੇ ਧਰਮ ਦੇ ਵਿੱਚ ਮੋਰਲ ਬਹੁਤ ਸਿਖਾਏ ਜਾਂਦੇ ਆ ਕਿ ਤੁਸੀਂ ਇੱਕ ਕਰੈਕਟਰ ਪਲੇ ਕਰਨਾ ਹੈ। ਬੇਸ਼ੱਕ ਕੁਝ ਮੁਕਤੀ ਤੇ ਨਹੀਂ ਮਿਲਦੀ, ਪਰ ਇੱਕ ਚੰਗਾ ਸਮਾਜ ਬਣ ਜਾਂਦਾ ਉਹਦੇ ਨਾਲ। ਗੋਰਖੀ ਸਾਹਿਬ ਪਰਮਾਤਮਾ ਮਿਹਰਬਾਨ ਆ। ਗੋਰਖੀ ਸਾਹਿਬ ਆਪਣੇ ਨਾਲੋਂ ਤਾਂ ਕਿੱਥੇ 100 ਸਾਲ ਅੱਗੇ ਹੈਗੇ ਇਹ ਲੋਕ, ਔਰ ਇੰਨੇ ਆਪਣੇ ਨਾਲੋਂ ਜਿਹੜੇ ਆਪਾਂ ਤਾਂ ਜਿਹੜੇ ਮਰੂ ਕਰੀ ਜਾ ਰਹੇ ਮਾੜੀ ਚੀਜ਼ ਦੇ ਵਿੱਚ, ਇਹ ਤਾਂ ਬਿਲਕੁਲ ਇੰਨੇ ਰੱਜੇ ਪੁੱਜੇ ਆ, ਹਰ ਪਾਸਿਓਂ ਰੱਜੇ ਪੁੱਜੇ ਹੈਗੇ। ਹਾਲਾਂਕਿ ਚਲੋ ਰੱਬ ਦੇ ਪਾਸੇ ਨਹੀਂ ਹੈਗੇ। ਹਾਂਜੀ ਮੈਂ ਕਿਹਾ ਵੀ ਨਿੱਜਰ ਸਾਹਿਬ ਆਪ ਦੱਸੋ। ਹਾਂਜੀ ਨਹੀਂ ਤੁਸੀਂ ਬੋਲੋ ਜੀ। ਨਹੀਂ ਪਹਿਲਾਂ ਤੁਸੀਂ ਬੋਲੋ, ਤੁਹਾਡੀ ਗੱਲ ਮੈਂ ਕੱਟ ਦਿੱਤੀ। ਨਹੀਂ ਮੈਂ ਕਿਹਾ ਵੀ ਚਲੋ ਪਰਮਾਤਮਾ ਦੇ ਬਾਰੇ ਜਿਹੜਾ ਹੈਗਾ ਇਹਨਾਂ ਨੂੰ ਸਪਿਰਿਚੁਅਲ ਦਾ ਜ਼ਿਆਦਾ ਨਹੀਂ ਹੈਗਾ ਆਪਣੇ ਜਿਸ ਤਰ੍ਹਾਂ ਜਿਹੜਾ ਹੈਗਾ ਬ੍ਰਹਮ ਗਿਆਨ ਜਾਂ ਉਹਦੇ ਬਾਰੇ, ਤੇ ਪਰ ਉਹ ਤਾਂ ਜਿਹੜੇ ਇਹਨਾਂ ਦੇ ਸੰਸਕਾਰ ਤਾਂ ਵਧੀਆ ਹੈਗੇ ਨਾ ਗੋਰਖੀ ਸਾਹਿਬ। ਨਿੱਜਰ ਸਾਹਿਬ ਇਹਨਾਂ ਦਾ ਕਾਫੀ ਕੁਝ ਸਹੀ ਆ ਆਪਣੇ ਨਾਲੋਂ। ਅੱਛਾ ਵੇਖੋ, ਇਹਨਾਂ ਦਾ ਇੱਕ ਹੀ ਬੰਦਾ ਆਇਆ ਤਾਂ ਕਿੰਨੀ ਦੁਨੀਆ ਸੁਧਾਰ ਗਿਆ, ਤੇ ਸਾਡੇ ਕਿੰਨੇ ਬੰਦੇ ਆਏ ਇੱਥੇ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਜੀ, ਬਿਲਕੁਲ। ਕਿੰਨੇ ਸੰਤਾਂ ਨੂੰ ਆਉਣਾ ਪਿਆ। ਇਹਦਾ ਮਤਲਬ ਕਿ ਕੁਦਰਤ ਵੀ ਉੱਥੇ ਧਿਆਨ ਦੇਣ ਦੀ ਕਿ ਇੱਥੇ ਥੋੜਾ ਗੰਦ ਜ਼ਿਆਦਾ ਮੱਚੇ ਤੇ ਜ਼ਿਆਦਾ ਬੰਦੇ ਭੇਜੇ ਜਾਣ। ਬਿਲਕੁਲ ਸਹੀ ਗੱਲ ਹੈ। ਦੇਖ ਲਓ ਹਿੰਦੁਸਤਾਨ ਚ ਕਿੰਨੇ ਜਿਹੜੇ ਬ੍ਰਹਮ ਗਿਆਨੀ ਆਏ ਆ, ਦੇਖੋ ਆਪਣੇ ਗੁਰੂ ਜੋਤਾਂ ਲਗਾਤਾਰ ਆਈਆਂ 10 ਦੀਆਂ 10। ਦੇਖੋ ਉਸ ਤੋਂ ਪਹਿਲਾਂ ਕਿੰਨੇ ਭਗਤ ਆਇਆ, ਕਿੰਨੇ ਸਾਰੇ ਜਿਹੜੇ ਹੈਗੇ ਉਹ ਅਵਤਾਰ ਪੈਦਾ ਹੋਏ। ਅਵਤਾਰ ਨੇ ਕਰਨਾ ਕੀ ਹੁੰਦਾ ਨਿੱਜਰ ਸਾਹਿਬ, ਸਾਡਾ ਸਟੈਂਡਰਡ ਹੀ ਤਾਂ ਅਪਗ੍ਰੇਡ ਕਰਨਾ ਆਉਂਦਾ। ਬਿਲਕੁਲ ਸਹੀ ਹੈ ਜੀ। ਇੱਥੇ ਇਹਨਾਂ ਦੇ ਇੱਕ ਬੰਦਾ ਹੀ ਉਹ ਕੰਮ ਕਰ ਗਿਆ ਤੇ ਸਾਡੇ ਹਜ਼ਾਰਾਂ ਨਹੀਂ ਉਹ ਕਰ ਸਕੇ। ਆਪ ਜਸਟ ਸੋਚੋ, ਕਿਉਂਕਿ ਧਰਤੀ ਤੇ ਕੁਝ ਤੇ ਗੜਬੜੇ ਮੈਨੂੰ ਤਾਂ ਲੱਗਦਾ ਉਹ ਏਰੀਆ ਜਿਹਾ ਏਦਾਂ ਦਾ ਖਤਰਨਾਕ ਹੈ।
ਨਾਲ ਦੇ ਵੇਖੋ, ਨਾਲ ਦੇ ਬਣੇ ਗੁਆਂਢੀ ਮੁਲਕ, ਉੱਥੇ ਵੀ ਇਹ ਚੀਜ਼ ਬਹੁਤ ਆ ਕਿ ਜਿੱਦਾਂ ਇਹ ਮਤਲਬ ਉਹ ਧਰਤੀ ਦੇ ਜਾਂ ਤੇ ਕੋਈ ਉਹਦੀ ਮੈਗਨੇਟ ਫੀਲਡ ਏਦਾਂ ਦੀ ਹੋਊਗੀ, ਜਿਹੜਾ ਬੰਦਾ ਉੱਥੇ ਰਹਿ ਕੇ ਜਿਹੜਾ ਬੰਦਾ ਏਦਾਂ ਦਾ ਕੰਮ ਕਰਦਾ, ਬਾਹਰ ਜਾ ਕੇ ਬੰਦੇ ਆਪਣੇ ਸੁਧਰ ਜਾਂਦੇ। ਵੇਖਿਆ, ਨੋਟਿਸ ਕੀਤਾ ਤੁਸੀਂ? ਥੋੜੇ ਸੁਧਰ ਜਾਂਦੇ ਹੋਣਗੇ। ਬਿਲਕੁਲ ਸੁਧਰਦੇ ਆ ਗੋਰਕੀ। ਨਹੀਂ, ਉਹਨਾਂ ਡੰਡਾ ਸੁਧਾਰ ਦਿੰਦਾ, ਡੰਡਾ ਸੁਧਾਰ ਦਿੰਦਾ, ਇਹਨਾਂ ਦਾ ਡੰਡਾ ਵੀ ਤਗੜਾ ਇਹਨਾਂ ਦਾ। ਸਿਸਟਮ ਨਹੀਂ ਨਾ ਖਰਾਬ ਕਰਨ ਦਿੰਦੇ। ਉਹ ਕਹਿੰਦੇ ਵਾਇਰਸ ਉੱਥੇ ਛੱਡ ਕੇ ਆਵੀਂ, ਇੱਥੇ ਜ਼ਿਆਦਾ ਰੌਲਾ ਪਾਇਆ ਤੇ ਤੇਰਾ ਵਾਇਰਸ ਕੱਢ ਕੇ ਤੇਰੇ ਦਿਮਾਗ ਦਾ ਵਾਇਰਸ ਤੇ ਤੈਨੂੰ ਕੱਢ ਦਾਂਗੇ। ਤੇ ਜਦੋਂ ਬੰਦਾ ਡਰਿਆ ਹੋਵੇ ਤੇ ਫਿਰ ਤੇ ਬੰਦੇ ਨੂੰ ਪਤਾ ਹੀ ਆ ਕਿ ਮੇਰੀ ਇੱਕ ਲਿਮਿਟ ਹੈਗੀ ਹੈ। ਇਹ ਦੇਸ਼ ਨੂੰ ਇਹ ਜੰਗਲੀਆਂ ਜਾਨਵਰਾਂ ਦੇ ਜਾਨਵਰ ਨਹੀਂ ਹੁੰਦੇ, ਜਾਨਵਰ ਨੇ ਜਿੱਥੇ ਮਰਜ਼ੀ ਫੋਰਸ ਕਰਦਾ, ਜਾਨਵਰ ਜਿੱਥੇ ਮਰਜ਼ੀ ਮੂੰਹ ਚੱਕ ਕੇ ਤੁਰ ਪੈਂਦਾ। ਤੇ ਜਿਹੜੇ ਐਸੇ ਜਾਨਵਰ ਹੁੰਦੇ ਆ, ਆਪਾਂ ਫਿਰ ਕਰਦੇ ਉਹਨਾਂ ਨੂੰ ਸੰਗਲਾਂ 'ਚ ਪਾ ਕੇ ਬੰਨ ਕੇ ਰੱਖਦੇ ਆ। ਇਸੇ ਹੀ ਤਰ੍ਹਾਂ ਇਨਸਾਨ ਨੇ। ਹੁਣ ਕਈ ਕਹਿੰਦੇ ਨੇ ਕਿ ਵੀਰ ਜੀ ਜੇਲ੍ਹਾਂ 'ਚ ਕਾਹਨੂੰ ਬੰਦੇ ਤਾੜੇ ਆ? ਮੈਂ ਕਿਹਾ ਤਾੜੇ ਕਿਉਂ ਨਹੀਂ, ਉਹ ਜ਼ਰੂਰੀ ਆ। ਕੋਈ ਜ਼ਿੰਮੇਵਾਰ ਇਨਸਾਨ ਨਹੀਂ ਹੈਗੇ। ਜਿੱਥੇ ਮਰਜ਼ੀ ਉਹ ਗੰਦ ਪਾਉਂਦੇ, ਜਿੱਥੇ ਮਰਜ਼ੀ ਚੋਰੀ ਕਰ ਲੈਂਦੇ ਆ, ਮਿਹਨਤ ਨਹੀਂ ਕਰਦੇ, ਉਲਟੇ ਪੁਲਟੇ ਕੰਮ ਕਰਦੇ। ਤੇ ਐਸੇ ਬੰਦੇ ਜਾਨਵਰ ਹੀ ਨੇ, ਹੈ ਸਰੀਰ ਉਹਨਾਂ ਕੋ। ਸਭ ਕਾਨੂੰਨ ਜਿਹੜਾ ਬਣਿਆ ਸਹੀ ਬਣਾਇਆ ਵਾ, ਬਿਲਕੁਲ ਸਹੀ ਬਣਾਇਆ। ਕਿਉਂਕਿ ਉਹ ਜਿਹੜਾ ਬੰਦਾ ਆਪਣੇ ਕੰਮ ਲਈ, ਐਕਸ਼ਨ ਲਈ ਜ਼ਿੰਮੇਵਾਰੀ ਨਹੀਂ ਹੈਗਾ, ਤੇ ਨਿੱਜਰ ਸਾਹਿਬ ਉਹ ਆਮ ਘੁੰਮਣ ਦੇ ਲਈ ਸਹੀ ਨਹੀਂ ਹੈ। ਕਿਉਂਕਿ ਉਹਨੇ ਕਈਆਂ ਨੂੰ ਮਾਰ ਵੀ ਸਕਦਾ, ਕਿਤੇ ਨੁਕਸਾਨ ਕਰ ਸਕਦਾ ਉਹ। ਬਿਲਕੁਲ। ਉਹ ਜਿਹੜਾ ਲਾਅ ਐਂਡ ਆਰਡਰ ਆ, ਛੋਟੇ ਲੈਵਲ ਤੇ ਇੱਥੇ ਵੀ ਕੰਟਰੋਲ ਕੀਤਾ ਜਾਂਦਾ ਵਾ ਕਿ ਚਲੋ ਇਹ ਇੱਕ ਦੋ ਬੰਦੇ ਫੜ ਕੇ ਅੰਦਰ ਤਾੜੋ, ਕਮ ਸੇ ਕਮ ਦੂਜੇ ਤੇ ਉਸ ਤੋਂ ਡਰਨਾ। ਹਾਂਜੀ ਨਿੱਜਰ ਸਾਹਿਬ, ਕਥਾ ਤੇ ਆ ਜਾਈਏ। ਹਾਂ, ਇਹ ਤਾਂ ਹੋ ਗਿਆ ਗੋਰਕੀ ਸਾਹਿਬ। ਅਗਲਾ ਕਰੀਏ। ਹਾਂਜੀ ਹਾਂਜੀ, ਅੱਗੇ ਆ ਜਾਓ। ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ। ਆਹ ਚੀਜ਼ ਨਹੀਂ ਨਾ ਆਪਾਂ ਨੂੰ ਪਤਾ ਬਈ ਹੁਣ ਜਿਹੜਾ ਹੈਗਾ ਆਪਾਂ ਨੂੰ, ਹੁਣ ਮਾਲਕ ਨੇ ਸੁਵਿਧਾਵਾਂ ਦੇ ਦਿੱਤੀਆਂ ਆਪਾਂ ਨੂੰ, ਜਿਹੜੇ ਹੈਗੇ ਬਹੁਤ ਜਿਹੜਾ ਹੈਗਾ ਰਾਜਾ ਬਣਾ ਦਿੱਤਾ, ਜਾਂ ਕੋਈ ਜਿਹੜਾ ਹੈਗਾ ਫੈਕਟਰੀ ਦਾ ਮਾਲਕ ਬਣਾ ਦਿੱਤਾ। ਸਾਰਾ ਜਿਹੜਾ ਹੈਗਾ ਪਰਟੀਕੂਲਰ ਜਿਹੜੇ ਆਪਣੇ ਅੰਡਰ ਬਹੁਤ ਸਾਰੇ ਕਰ ਦਿੱਤੇ। ਕਹਿੰਦੇ ਇਹ ਜਿਹੜੀ ਪਿਛਲੀ ਕਮਾਈ ਆ ਤੇਰੀ ਪਾਈ। ਕਿਉਂਕਿ ਜਿਹੜਾ ਹੈਗਾ ਇਹ ਜਿਹੜੇ ਇਨਸਾਨ ਜਿਹੜੇ ਹੈਗੇ, ਦੇਖੋ ਪਰਮਾਤਮਾ ਦੇ ਜਿਹੜੇ ਝੂਠ ਨਹੀਂ ਬੋਲਦੇ, ਸੱਚ ਦੇ ਉੱਪਰ ਚੱਲਦੇ ਆ, ਤੇ ਪਰ ਧਿਆਨ ਸਿਮਰਨ ਨਹੀਂ ਕਰ ਪਾਉਂਦੇ, ਤੇ ਉਹ ਨਿਕਲ ਤਾਂ ਨਹੀਂ ਪਾਉਂਦੇ, 3 ਗੁਣੀ ਮਾਇਆ ਦੇ ਵਿੱਚ ਹੀ ਰਹਿੰਦੇ ਆ। ਉਹਨਾਂ ਨੂੰ ਫਿਰ ਜਿਹੜਾ ਹੈਗਾ ਮਾਲਕ ਪਰਮਾਤਮਾ, ਜਿਹੜੇ ਕਈ ਐਸੇ ਹੈ ਕਿ ਜਿਹੜੇ ਜਿਸ ਤਰ੍ਹਾਂ ਜਿਹੜਾ ਹੈ ਕਿਸੇ ਨੇ ਤੀਰਥਾਂ ਤੇ ਚਲੇ ਗਏ, ਜਾਂ ਕਿਸੇ ਨੂੰ ਦਾਨ ਦੇ ਦਿੱਤਾ, ਮਤਲਬ ਕਿਸੇ ਦਾ ਭਲਾ ਕਰ ਦਿੱਤਾ, ਤੇ ਚੰਗੇ ਸੰਸਕਾਰ, ਚੰਗੇ ਗੁਣ, ਉਹਨਾਂ ਨੇ ਚੰਗੇ ਕਰਮ ਕੀਤੇ ਆ, ਤੇ ਉਹਦੇ ਐਵਜ ਦੇ ਵਿੱਚ ਫਿਰ ਇਹ ਰਾਜੇ ਬਣ ਜਾਂਦੇ ਆ, ਜਾਂ ਇਹਨਾਂ ਦੇ ਕੋਲ ਬਹੁਤ ਸੁਵਿਧਾਵਾਂ ਆ ਜਾਂਦੀਆਂ। ਕਹਿੰਦੇ ਇਹ ਪਿਛਲੀ ਕਮਾਈ ਆ ਤੁਹਾਡੀ। ਦਾਨੰ ਪਰਾ ਪੂਰਬੇਣ, ਪਹਿਲੇ ਦਾ, ਪੂਰਬ ਦਾ। ਪੁੰਚੰਤੇ ਮਹੀਪਤੇ, ਰਾਜੇ ਜਿਹੜੇ ਹੈਗੇ ਭੋਗਦੇ ਆ। ਵਿਪਰੀਤ ਬੁੱਧਿਅੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਲਓ ਇੰਨਾ ਹੀ ਸ਼ਲੋਕ ਹੈ 2 ਲਾਈਨਾਂ ਦਾ। ਕਹਿੰਦੇ ਜਿਹੜੇ ਵਿਪਰੀਤ ਬੁੱਧੀ ਹੁੰਦੇ ਆ ਰਾਜੇ, ਜਿਨ੍ਹਾਂ ਕੋਲ ਪਾਵਰ ਆ ਜਾਂਦੀ ਆ, ਫਿਰ ਉਹ ਲੋਕਾਂ ਨੂੰ ਜਿਹੜਾ ਹੈਗਾ ਤਕਲੀਫ ਦਿੰਦੇ ਆ, ਮਾਰਦੇ ਆ। ਮਾਰਨ ਦਾ ਮਤਲਬ ਤਕਲੀਫ ਦੇਣੀ। ਵਿਪਰੀਤ ਬੁੱਧਿਅੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਫਿਰ ਕਹਿੰਦੇ ਭਾਈ ਬਥੇਰਾ ਚਿਰੰਕਾਲ, ਕਹਿੰਦੇ ਆ ਪਤਾ ਨਹੀਂ ਕਿੰਨੀਆਂ ਕੁ ਜੂਨਾਂ 'ਚ ਕਿੰਨੀ ਕੁ ਦੇਰ ਤੱਕ ਜਾਂਦੇ ਆ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇੱਥੇ ਨਾ ਪਤਾ ਕੀ ਸਮਝਾਇਆ ਗਿਆ ਕਿ ਜਿੱਦਾਂ ਮਤਲਬ ਹੁਣ ਕਈਆਂ ਨੇ ਦਾਨ ਕੀਤਾ, ਕਈਆਂ ਨੇ ਤਮੋ ਗੁਣੀ ਦਾਨ ਕੀਤਾ, ਕਿਸੇ ਨੇ ਸਤੋ ਗੁਣੀ ਦਾਨ ਕੀਤਾ, ਕਿਸੇ ਨੇ ਰਜੋ ਗੁਣੀ ਦਾਨ ਕੀਤਾ। ਜਿੱਦਾਂ ਦਾ ਦਾਨ ਕੀਤਾ ਤੁਸੀਂ, ਤੁਹਾਨੂੰ ਉਹਦਾ ਫਲ ਮਿਲਣਾ ਹੀ ਮਿਲ। ਰਜੋ ਗੁਣੀ ਦਾਨ ਕੀਤਾ, ਹੁਣ ਆਮ ਹੀ ਆਪਾਂ ਜਾਣਦੇ ਹਾਂ ਨਾ ਬਈ ਆ ਫਲਾਨਾ ਕੰਮ ਹੋ ਜੇ ਤੇ ਅਸੀਂ ਆਹ ਕਰ ਦਾਂਗੇ। ਇਸੇ ਹੀ ਕਿਸਮ ਦਾ ਜੇਕਰ ਦਾਨ ਕੀਤਾ ਹੈ, ਉਹਦੇ ਮਗਰ ਸਾਡੀ ਕੋਈ ਇੱਛਾ ਹੈਗੀ ਹੈ, ਤਾਂ ਸਾਨੂੰ ਚੀਜ਼ ਦੀ ਪ੍ਰਾਪਤੀ ਹੋਣੀ ਹੈ। ਦਾਨ ਜਿਹੜਾ ਨਿੱਜਰ ਸਾਹਿਬ ਜਿਹੜਾ ਇੱਛਾ ਰੱਖ ਕੇ ਕਰ ਲਿਆ ਨਾ, ਤੇ ਉਹਦੇ ਲਈ ਸਾਨੂੰ ਜਨਮ ਵੀ ਲੈਣਾ ਪਊਗਾ। ਬਿਲਕੁਲ। ਦਾਨ ਕਈ ਬੰਦੇ ਹੁੰਦੇ ਸਤੋ ਗੁਣੀ ਹੁੰਦੇ ਆ, ਪਰ ਦਾਨ ਕਰਦੇ ਉਹਨਾਂ ਦੇ ਮਗਰ ਹੁੰਦੇ ਆ, ਉਹਨਾਂ ਦੇ ਮਗਰ ਕੋਈ ਇੱਛਾ ਹੁੰਦੀ ਆ, ਪ੍ਰਾਪਤੀ ਕਰਨਾ ਚਾਹੁੰਦੇ ਕੁਝ। ਔਰ ਜਿੱਦਾਂ ਦੀ ਆਪਾਂ ਪ੍ਰਾਪਤੀ ਲਈ ਆਪਾਂ ਮਨ ਚ ਇੱਛਾ ਹੈਗੀ ਹੈ, ਔਰ ਸਾਨੂੰ ਉਸ ਦਾਨ ਦਾ ਜਿਹੜਾ ਫਲ ਆ ਉਸੇ ਰੂਪ ਚ ਮਿਲਣਾ ਹੈ। ਤੇ ਜਦੋਂ ਸਾਡੇ ਕੋਲ ਪਾਵਰ ਆ ਜਾਂਦੀ ਹੈ, ਤੇ ਫਿਰ ਆਪਾਂ ਮਾੜੇ ਕਰਮ ਕਰਦੇ ਹਾਂ। ਮਾੜੇ ਕਰਮ ਕਰਨ ਦੇ ਨਾਲ ਫਿਰ ਉਹ ਸਾਡਾ ਜਿਹੜਾ ਕਾਰਨ ਸਰੀਰ ਹੈਵੀ ਹੋ ਜਾਂਦਾ, ਔਰ ਉਹਦੇ ਕਰਕੇ ਉਹ ਸਾਡਾ ਜਿਹੜਾ ਅਗਲਾ ਜੀਵਨ ਹੈ ਨਾ, ਉਹ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਣਾ। ਜਾਂ ਉਹ ਸਾਨੂੰ ਬਹੁਤ ਹੀ ਮਾੜੇ ਕਰਮ ਕਰਾਂਗੇ ਤੇ ਅਸੀਂ ਬਿਲਕੁਲ ਥੱਲੇ ਚੱਲ ਜਾਣਾ। ਆਪ ਜਸਟ ਸੋਚੋ, ਜਿੱਤੇ ਸਾਡਾ ਇੱਕ ਕੱਪੜਾ ਵਾ, ਉਹਨੂੰ ਜਿੰਨਾ ਹੀ ਲਪੇਟ ਕੇ ਲੈ ਜਾਵਾਂਗੇ ਨਾ,
ਉਹੋ ਜਿਹਾ ਲਿਬੜਿਆ ਜੀਵਨ ਸਾਨੂੰ ਮਿਲ ਜਾਣਾ। ਜਿੰਨਾਂ ਨੂੰ ਸਾਫ਼ ਕਰਕੇ ਲੈ ਜਾਾਂਗੇ ਉਹਨਾਂ ਹੀ ਸੁਥਰਾ ਜੀਵਨ ਮਿਲ ਜਾਣਾ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਤੁਸੀਂ ਵੇਖੋ ਨਾ, ਤੁਹਾਡੇ ਕੋਲ ਕੋਈ ਲਿਬੜਿਆ ਤਿਬੜਿਆ ਬੰਦਾ ਆਵੇ ਤੇ ਤੁਸੀਂ ਲਾਗੇ ਬਾਓਗੇ, ਤੁਸੀਂ ਕਹਿਣਾ ਪਰੇ ਪੈ ਕੇ 7-8 ਫੁੱਟ ਦੂਰ ਹੀ ਰਹਿ, ਇੱਥੇ ਨਾ ਬੈ, ਸਾਡਾ ਸੋਫਾ ਨਾ ਖਰਾਬ ਕਰ ਦੇ। ਤੇ ਸਾਫ਼ ਸੁਥਰਾ ਬੰਦਾ ਹੋਵੇ, ਤੁਸੀਂ ਇਹਨੂੰ ਹੱਥ ਨੂੰ ਮਿਲਾਓਗੇ, ਉਹਨੂੰ ਜੱਫੀ ਪਾਓਗੇ। ਇਹੋ ਹਿਸਾਬ ਧਰਮਰਾਜ ਦਾ ਵਾ। ਤੇ ਜਿਹੋ ਜਿਹਾ ਧਰਮਰਾਜ ਵੇਂਦਾ ਕਿ ਜਿਹੋ ਜਿਹਾ ਜਿੱਤ ਲੈ ਕੇ ਗਿਆ ਵਾ ਬੰਦਾ, ਉਹ ਜਿਹੀ ਉਹਨੂੰ ਵਸਤੂ ਮਿਲ ਜਾਂਦੀ ਹੈ। ਉਦਾਂ ਤਾਂ ਹੀ ਇੱਕ ਮਕੈਨਿਜ਼ਮ ਚੱਲਣ ਦਿਆ। ਧਰਮਰਾਜ ਕੋ ਬੰਦਾ ਨਹੀਂ ਬੈਠਾ ਕਿ ਸ਼ਕਤੀਆਂ ਵਾ, ਤੇ ਪਰਮਾਤਮਾ ਤੇ ਆਪ ਨਿਰਗੁਣ ਹੈ, ਉਹ ਨੀ ਕੋਈ ਗੁਣ ਨੂੰ ਗ੍ਰਹਿਣ ਕਰਦਾ, ਤੇ ਬਸ ਆਪਣੀ ਸਮਾਧੀ ਲੈਣ ਬੈਠਾ, ਉਹ ਕੁਛ ਵੀ ਨਹੀਂ ਕਰਦਾ। ਕਿਉਂਕਿ ਇਹ ਜਿਹੜਾ ਗੁਣ ਗ੍ਰਹਿਣ ਕਰਨਾ ਇਹ ਪ੍ਰਕਿਰਤੀ ਦਾ ਹਿੱਸਾ ਹੈ। ਉਹ ਪ੍ਰਕਿਰਤੀ ਦੇ ਵਿੱਚ ਆਪਾਂ ਆਏ ਆ। ਉਹ ਪ੍ਰਕਿਰਤੀ ਪਤਾ ਕੀ ਕਹਿੰਦੀ ਆ? ਉਹ ਕਹਿੰਦੀ ਚਾਕੂ ਤੇ ਹੱਥ ਮਾਰੇਗਾ ਤੇ ਹੱਥ ਤੇਰਾ ਵੱਡੇ ਹੀ ਜਾਣਾ ਵਾ, ਉੱਥੇ ਤੈਨੂੰ ਰੱਬ ਵੀ ਨਹੀਂ ਬਚਾ ਸਕਦਾ। ਬਿਲਕੁਲ, ਪ੍ਰਕਿਰਤੀ ਦੇ ਨਿਯਮ ਅਲੱਗ ਆ, ਪਰਮਾਤਮਾ ਦੇ ਨਿਯਮ ਅਲੱਗ ਹੈਗੇ। ਪਰਮਾਤਮਾ ਦੇ ਜਿਹੜੇ ਹੈਗੇ ਹਾਂ ਪਰਮਾਤਮਾ ਏਦਾਂ ਵਾ ਕਿ ਜੇ ਆਪਾਂ ਭਗਤੀ ਕਰਦੇ ਹਾਂ ਤਾਂ ਹੋ ਸਕਦਾ ਵਾ ਕਿ ਪਰਮਾਤਮਾ ਆਪਣੇ ਗੁਨਾਹਾਂ ਨੂੰ ਮਾਫ਼ ਕਰ ਦੇ, ਜਾਂ ਥੋੜੇ ਜਿਹੇ ਗੁਨਾਹਾਂ ਦਾ ਆਪਸ਼ਨ ਏਦਾਂ ਕਰਦਾ ਕਿ ਥੋੜੇ ਘੱਟ ਕਰ ਦਿੰਦਾ, ਉਹਦੀ ਸਜ਼ਾ ਘੱਟ ਕਰ ਦਿੰਦਾ, ਪਰ ਕੁਛ ਹੱਦ ਤੱਕ ਨੇ ਜਿੱਦਾਂ ਭੁਗਣੇ ਪੈਂਦੇ ਜਦੋਂ। ਬਿਲਕੁਲ, ਕਿਉਂਕਿ ਪ੍ਰਕਿਰਤੀ ਦੀ ਜੇ ਚੀਟਿੰਗ ਕਰੂਗਾ ਰੱਬ, ਤੇ ਫਿਰ ਕਿੱਦਾਂ ਗੇਮ ਚੱਲੂਗੀ? ਇਹ ਵੀ ਸਹੀ ਹੈ ਨਾ? ਬਿਲਕੁਲ। ਫਿਰ ਕੁਦਰਤ ਨੇ ਰੂਲ ਬਣਾਇਆ, ਪਰਮਾਤਮਾ ਨੇ ਤੇ ਰੂਲ ਬਣਾਏ। ਪ੍ਰਕਿਰਤੀ ਨਿਯਮ ਤੇ ਹੈਗਾ, ਹੈ ਕਿ ਧਰਮ ਹੀ ਤੇ ਹੈਗਾ, ਸੱਚ ਤੇ ਝੂਠ। ਜੇ ਸੱਚ ਦਾ ਪੱਲਾ ਫੜਦੇ ਆ ਤੇ ਆਪਾਂ ਉੱਪਰ ਉੱਠਦੇ ਆ, ਤੇ ਝੂਠ ਹਲ ਫੜਦੇ ਆ ਤੇ ਫਿਰ ਥੱਲੇ ਪ੍ਰਕਿਰਤੀ ਨਾਲ ਭੱਜੀ ਜਾਂਦੇ। ਸੱਚ ਦੇ ਨਾਲ ਚੱਲਦੇ ਆ ਤੇ ਸੱਚ ਦੇ ਮਾਰਗ ਚੱਲੇ ਆ ਤੇ ਉਸਤਤ ਕਰੇ ਜਹਾਨ। ਜਦੋਂ ਕਹਿੰਦੇ ਉਸਤਤ ਜਹਾਨ ਕਰਦਾ, ਕਿਉਂ ਚੱਲਦਾ? ਕਿਉਂਕਿ ਸੱਚੇ ਮਾਰਗ ਤੇ ਚੱਲਦੇ ਆ, ਉੱਚਾਈ ਆਉਂਦੀ ਜੀਵਨ। ਜਦੋਂ ਅਸੀਂ ਝੂਠ ਦਾ ਸਹਾਰਾ ਫੜਦੇ ਆ, ਫਿਰ ਸਾਡੇ ਬੰਧਨ ਪਾਈ ਜੇ, ਫਿਰ ਅਗਿਆਨ ਆਉਂਦਾ ਤੇ ਅਵਿਦਿਆ ਚ ਅਸੀਂ ਐਸੇ ਕਰਮ ਕਰਦੇ ਆ ਜਿਨ੍ਹਾਂ ਦੇ ਸੰਸਕਾਰ ਪੈਦਾ ਹੋਣੇ ਆ। ਉਹ ਸੰਸਕਾਰਾਂ ਨੇ ਸਾਡੇ ਜੀਵਨ ਦੇ ਉੱਤੇ ਇੱਥੇ ਵੀ ਸਾਨੂੰ ਦੁਖੀ ਕਰਨਾ ਵਾ ਤੇ ਅੱਗੇ ਵੀ ਸਾਨੂੰ ਪਰੇਸ਼ਾਨ ਕਰਨਾ। ਹਾਂਜੀ ਨੇ ਜਗਾ ਅਗਲਾ ਵੀ 2 ਲਾਈਨਾਂ ਦਾ ਹੀ ਸ਼ਲੋਕ ਹੈ ਗੁਰਕੀ ਸਾਹਿਬ, ਬਹੁਤ ਕਮਾਲ ਦਾ ਹੈ। 2 ਲਾਈਨਾਂ ਦਾ ਬਿਰਥਾ ਅਨੁਗ੍ਰਹੰ ਗੋਬਿੰਦੈ ਜਸ ਸਿਮਰਨ ਰਿਦੰਤਰੈ। ਕਹਿੰਦੇ ਦੇਖੋ, ਜਿਹੜਾ ਇਨਸਾਨ ਦੀ, ਹੁਣ ਦੇਖੋ ਆਪਾਂ ਇਨਸਾਨ ਦੇ ਜੂਨ ਦੇ ਵਿੱਚ ਹੈਗੇ ਆ, ਕਹਿੰਦੇ ਇਹਦੇ ਵਿੱਚ ਇਨਸਾਨ ਦੀ ਜੂਨ ਦੇ ਵਿੱਚ ਆ ਕੇ ਬਿਰਥਾ ਦਾ ਮਤਲਬ ਹੈ ਬਈ ਮਾਲਕ ਪਰਮਾਤਮਾ ਦੇ ਅਨੁਗ੍ਰਹਿ, ਕਹਿੰਦੇ ਆ ਮਾਲਕ ਦੀ ਕਿਰਪਾ, ਮਾਲਕ ਦੀ ਕਿਰਪਾ। ਅਨੁਗ੍ਰਹਿ ਗੋਬਿੰਦ ਹੈ, ਕੀ ਹੈ ਉਹਦੀ ਕਿਰਪਾ? ਮਾਲਕ ਦੀ ਅਨੁਗ੍ਰਹਿ ਕੀ ਹੈ? ਮਾਲਕ ਅਨੁਗ੍ਰਹੰ ਗੋਬਿੰਦ ਹੈ, ਉਹਦਾ ਅਨੁਗ੍ਰਹਿ ਕੀ ਹੈ? ਉਹਦਾ ਅਨੁਗ੍ਰਹਿ ਹੈ ਜਸ ਸਿਮਰਨ, ਉਹਦਾ ਸਿਮਰਨ ਰਿਦੰਤਰ ਹੈ, ਹਿਰਦੇ ਦੇ ਅੰਦਰ ਪਰਮਾਤਮਾ ਦਾ ਧਿਆਨ ਸਿਮਰਨ ਕਰਨਾ। ਜਸ ਸਿਮਰਨ ਰਿਦੰਤਰ ਹੈ, ਜੇ ਇਹਦੇ ਯਈਆ ਲੱਗਿਆ ਹੋਇਆ ਸੱਸੇ ਦੇ ਪੈਰ ਜਸ ਦੇ ਵਿੱਚ। ਬਿਰਥਾ ਅਨੁਗ੍ਰਹੰ ਗੋਬਿੰਦ ਜਸ ਸਿਮਰਨ ਰਿਦੰਤਰੇ, ਕਹਿੰਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਧਿਆਨ ਸਿਮਰਨ ਕਰਨਾ। ਜਿਹੜਾ ਇਨਸਾਨ ਇਸ ਪਰਮਾਤਮਾ ਦੀ ਮਿਹਰ ਤੋਂ ਵਾਂਝਾ ਹੈ, ਅਨੁਗ੍ਰਹਿ ਕਹਿੰਦੇ ਆ ਮਿਹਰ, ਮਾਲਕ ਦੀ ਮਿਹਰ ਤੋਂ, ਮਾਲਕ ਦੀ ਕਿਰਪਾ ਤੋਂ ਵਾਂਝਾ ਹੈਗਾ, ਜਿਹਦੇ ਕੋਲ ਧਿਆਨ ਸਿਮਰਨ ਹੈ ਨੀਗਾ। ਆਰੋਗਯੰ ਮਹਾਰੋਗਯੰ ਬਿਸਮਰਤੇ ਕਰੁਣਾ ਮੈਂ, ਕਹਿੰਦੇ ਉਹ ਤੰਦਰੁਸਤ ਬੰਦਾ ਜਿਹੜਾ ਹੈਗਾ, ਪੂਰੀ ਤਰ੍ਹਾਂ ਤੰਦਰੁਸਤ ਹੈਗਾ, ਕਹਿੰਦੇ ਮਹਾਰੋਗੀ ਹੈਗਾ ਉਹ ਇਨਸਾਨ, ਮਹਾਰੋਗੀ ਇਨਸਾਨ ਹੈਗਾ ਉਹ। ਬਿਸਮਰਤੇ ਕਰੁਣਾ ਮੈਂ, ਜਿਹੜਾ ਕਿ ਪਰਮਾਤਮਾ ਨੂੰ ਜਿਹਨੇ ਸਮਰਨ ਤੋਂ ਪਰੇ ਕਰਤਾ, ਬਿਸਮਰਤ ਕਰਤਾ, ਭੁਲਾ ਦਿੱਤਾ ਜਿਹਨੇ ਮਾਲਕ ਪਰਮਾਤਮਾ ਨੂੰ, ਉਸ ਦਿਆਲੂ, ਉਸ ਕਿਰਪਾਲੂ ਪਰਮਾਤਮਾ ਨੂੰ ਜਿਹਨੇ ਭੁਲਾ ਦਿੱਤਾ, ਨਹੀਂ ਧਿਆਨ ਸਿਮਰਨ ਕਰਦਾ, ਕਹਿੰਦੇ ਉਹ ਤਾਂ ਤੰਦਰੁਸਤ ਬੰਦਾ ਵੀ ਮਹਾਰੋਗੀ ਹੈਗਾ, ਮਹਾਰੋਗੀ। ਹਾਂਜੀ ਗੁਰਕੀ ਸਾਹਿਬ ਬਿਲਕੁਲ ਠੀਕ ਹੈ ਜੀ। ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਜਿਹੜਾ ਬੰਦਾ ਈਰਖਾ ਕਰਦਾ, ਚੋਰੀ ਕਰਦਾ, ਝੂਠ ਬੋਲਦਾ, ਬੁਰਾ ਸੋਚਦਾ ਹੈ, ਇਹ ਬੰਦਾ ਸਮਝ ਲਓ ਕਿ ਇਹ ਕੋਈ ਚੰਗਾ ਇਨਸਾਨ ਨਹੀਂ ਹੈਗਾ। ਇਹ ਧਰਮ ਤੋਂ ਉਲਟੀ ਦਿਸ਼ਾ ਲਗਦੀ ਆ। ਸਹੀ ਹੈ ਨਾ ਜੀ ਸਾਹਿਬ? ਹਾਂ ਬਿਲਕੁਲ। ਜੇ ਪਰਮਾਤਮਾ ਨੂੰ ਆਪਾਂ ਭੁਲਾ ਦਾਂਗੇ, ਪਰਮਾਤਮਾ ਦਾ ਸਿਮਰਨ ਹੈ ਨੀਗਾ, ਪਰਮਾਤਮਾ ਦਾ ਖੌਫ ਨਹੀਂ ਹੈ, ਮਾਲਕ ਨੂੰ ਨਹੀਂ ਆਪਾਂ ਜਿਹੜੇ ਹੈਗੇ ਦੇਖ ਰਹੇ ਅੰਗ ਸੰਗ ਵੀ ਮਾਲਕ ਦੇਖ ਰਿਹਾ, ਉਹਦਾ ਡਰ ਨਹੀਂ ਹੈ ਆਪਣੇ ਅੰਦਰ, ਤੇ ਮਾਲਕ ਦਾ ਸਿਮਰਨ ਨਹੀਂ ਹੈ, ਤੇ ਫਿਰ ਉਸੇ ਜਗ੍ਹਾ ਦੇ ਉੱਤੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਰੋਗ ਆ ਜਾਣੇ ਆਪਣੇ ਅੰਦਰ। ਤੇ ਤੰਦਰੁਸਤ ਭਾਵੇਂ ਆਪਾਂ ਸਰੀਰ ਤੰਦਰੁਸਤ ਹੋਏ, ਪਰ ਇਹ ਰੋਗ ਜ਼ਰੂਰ ਅੰਦਰ ਪੂਰੀ ਤਰ੍ਹਾਂ ਭਰਪੂਰ ਹੋ ਜਾਣਗੇ। ਹਾਂਜੀ ਗੁਰਕੀ ਸਾਹਿਬ
ਅਸਲ ਤੇ ਜਿਹੜੀ ਨਾ ਕੋਈ ਵੀ ਬਿਮਾਰੀ ਹੈ ਨਾ ਸਾਡੇ ਸਰੀਰ 'ਚ, ਉਹ ਤੇ ਨਿੱਜ ਸਾਹਿਬ ਮਨ ਦੀ ਬਿਮਾਰੀ ਆ, ਸਰੀਰ 'ਚ ਆਉਂਦੀ। ਬਿਲਕੁਲ ਸਹੀ ਗੱਲ ਹੈ, ਮਨ ਦੀ ਬਿਮਾਰੀ ਹੈ। ਮਨ ਕਰਕੇ, ਮਨ ਦੀਆਂ ਗਲਤੀਆਂ ਕਰਕੇ ਤਨ ਬਿਮਾਰ ਹੁੰਦਾ ਹੈ। ਜਿੱਦਾਂ ਦਾ ਮਨ ਹੈ ਨਾ ਉਦਾਂ ਦਾ ਤਨ ਹੋ ਜਾਣਾ। ਇਹ ਦੋਨੋਂ ਹੀ ਇੱਕ ਦੂਜੇ ਤੇ ਪ੍ਰਭਾਵ ਹੇਠ ਆਪਣਾ ਜੀਵਨ ਬਤੀਤ ਕਰਦੇ। ਤੇ ਵੇਖ ਲਓ ਬਾਣੀ ਤੇ ਉਹ ਕਹਿੰਦੀ ਹੈ ਕਿ ਜੇ ਆਪਾਂ ਚੰਗਾ ਜੀਵਨ ਬਤੀਤ ਕਰਨਾ ਹੈ, ਭਾਵੇਂ ਸਰੀਰ ਸਾਡੇ ਕੋਲ ਖੂਬਸੂਰਤ ਹੈ, ਪਰ ਜੇ ਸਾਡੀ ਸੰਗਤ ਹੀ ਸਹੀ ਨਹੀਂ ਆ, ਸਾਡੀ ਸੋਚ ਸਹੀ ਨਹੀਂ ਆ, ਅਸੀਂ ਝੂਠ ਦੇ ਨਾਲ ਰਹਿੰਦੇ ਆ, ਤੇ ਉਹ ਚੰਗਾ ਸਰੀਰ ਵੀ ਹੋ ਕੇ ਹੀ ਚੰਗੇ ਨਹੀਂ ਹੈਗੇ। ਹਾਂਜੀ ਨਿੱਜਰ ਸਾਹਿਬ, ਬਹੁਤ ਵਧੀਆ ਗੱਲ। ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣੇ। ਕਹਿੰਦੇ ਆ ਦੇਖ ਲਓ, ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦੇ ਕੀਰਤਨ ਦੇ ਵਿੱਚ, ਕੀਰਤਨ ਹੁਣ ਜਿਹੜਾ ਹੈਗਾ, ਕੀਰਤਨ ਵਰਡ ਜਿਹੜਾ ਹੈਗਾ ਇਹ ਧਿਆਨ ਸਿਮਰਨ ਹੈ ਮਾਲਕ ਪਰਮਾਤਮਾ ਦਾ। ਤੇ ਕੀਰਤਨ ਵਰਡ ਅੱਜ ਹੀ ਖੁੱਲਿਆ, ਅੱਜ ਦੀ 102 ਨੰਬਰ ਰਿਕਾਰਡਿੰਗ ਦੇ ਵਿੱਚ ਪਾਇਆ ਕੀਰਤਨ ਵਰਡ, ਕਿ ਜਦ ਮਾਲਕ ਪਰਮਾਤਮਾ ਅੰਦਰ ਜੋਤ ਪ੍ਰਗਟ ਹੋ ਜਾਏ ਤੇ ਉਦੋਂ ਜਿਹੜੀ ਹੈਗੇ ਐਸੇ ਜਿਹੜੇ ਹੈਗੇ ਜਿਹੜੇ ਸਰੀਰ ਦੇ ਵਿੱਚ ਹਾਲੇ ਹੈਗੇ ਆ, ਜਿਨ੍ਹਾਂ ਨੇ ਮਾਲਕ ਪਰਮਾਤਮਾ ਨੂੰ ਬ੍ਰਹਮ ਪ੍ਰਗਟ ਹੋ ਗਿਆ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨੀ ਹੋ ਗਏ, ਕਹਿੰਦੇ ਉਹਨਾਂ ਦੇ ਅੰਦਰ ਜਿਹੜਾ ਹੈਗਾ ਉਹ ਕੀਰਤਨ ਚੱਲ ਪੈਂਦਾ ਹੈ। ਪਾਏ ਰਮਣੰ ਕੇਵਲੰ ਕੀਰਤਨੰ, ਕੇਵਲ ਮਾਲਕ ਪਰਮਾਤਮਾ ਦੇ ਉਸ ਧਿਆਨ ਸਿਮਰਨ ਦੇ ਵਿੱਚ ਜਿਹੜਾ ਹੈਗਾ ਅੰਮ੍ਰਿਤ ਰਸ ਦੇ ਨਾਲ ਜਿਹੜੇ ਰਮਦੇ ਆ। ਸੁਧਰਮੰ, ਕਹਿੰਦੇ ਸਭ ਤੋਂ ਚੰਗੇ ਧਰਮ ਦੇ ਧਰਮੀ ਹੈਗੇ ਉਹ, ਸਭ ਤੋਂ ਚੰਗਾ ਧਰਮ ਹੈ ਉਹਨਾਂ ਦਾ, ਮਨੁੱਖ ਧਰਮ ਸਭ ਤੋਂ ਚੰਗਾ ਹੈਗਾ। ਪਾਏ ਦੇਹ ਧਾਰਨੇ, ਸਰੀਰ ਲਿਆ ਇਨਸਾਨ ਦਾ, ਸਭ ਤੋਂ ਚੰਗਾ ਕਰਮ ਕਰ ਰਹੇ, ਧਰਮ ਕਰ ਰਹੇ ਹੋ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵੰਤ ਸੰਤ ਨਾ ਤ੍ਰਿਪਤੇ। ਉਹਨਾਂ ਦੇ ਅੰਦਰ ਕਹਿੰਦੇ ਅੰਮ੍ਰਿਤ, ਐਸਾ ਅੰਮ੍ਰਿਤ ਰਸ ਆ ਜਾਂਦਾ ਹੈ ਪਰਮੇਸ਼ਰ ਦੇ ਨਾਮ ਦੇ ਦੁਆਰਾ। ਕਹਿੰਦੇ ਉਹ ਤਾਂ ਪੀਂਦੇ ਹੋਏ ਕਹਿੰਦੇ ਰੱਜਦੇ ਹੀ ਨਹੀਂ ਆ, ਬਸ ਉਹਨਾਂ ਦਾ ਬਾਰ-ਬਾਰ ਜੀ ਕਰਦਾ ਹੈ, ਬਸ ਆਹੀ ਪੀ ਜਾਈਏ, ਇਹੀ ਪੀ ਜਾਈਏ। ਸਹਿਣ ਸੀ, ਅੱਛਾ ਹੋ ਗਿਆ ਜੀ ਗੋਰਕੀ ਸਾਹਿਬ, ਅਗਲਾ ਆ ਗਿਆ ਫਿਰ। ਸਾਧ ਸੰਗਤ ਜੀ ਇਹੋ ਹੀ ਹੈ। ਉਧਰ ਕੀਰਤਨ ਦੀ ਗੱਲ ਕਰਦੇ ਨਾ, ਕੀਰਤਨ ਨਿਰਵਾਣ ਕੀਰਤਨ, ਕੀਰਤਨ ਦਾ ਮਤਲਬ ਹੁੰਦਾ ਲਗਾਤਾਰ, ਨਿਰੰਤਰਨ। ਇੱਕ ਤੁਹਾਡੀ ਅਵਸਥਾ ਹੈ ਕਿ ਜਦੋਂ ਤੁਹਾਡੀ ਸੁਰਤੀ ਆਤਮਾ ਤੱਤ ਤੇ ਸਥਿਰ ਹੋਣ ਲੱਗ ਪਈ ਨਾ, ਤਾਂ ਇੱਕ ਬੜੀ ਤਗੜੀ ਉੱਚੀ ਜੀ ਅਵਸਥਾ ਬਣ ਜਾਣੀ ਆ। ਉਹਦੇ ਲਈ ਕੁਛ ਕਾਰਨ ਨਹੀਂ ਹੈਗਾ। ਉਹ ਜਿਹੜਾ ਆਨੰਦ ਆ, ਉਹ ਜਿਹੜਾ ਸੁੱਖ ਆ, ਅਕਾਰਨ ਆ, ਕਿਉਂਕਿ ਪਰਮਾਤਮਾ ਹੀ ਆਨੰਦ ਸਰੂਪ ਆ, ਸੱਚ ਚਿੱਤ ਆਨੰਦ। ਤੁਹਾਡਾ ਚਿੱਤ ਸੱਤ ਹੋ ਜਾਊਗਾ, ਚਿੱਤ ਸੱਚ ਦਾ, ਚਿੱਤ ਜਿਹੜਾ ਤੁਹਾਡਾ ਸੱਚ ਹੋ ਜਾਣਾ। ਔਰ ਜਦੋਂ ਚਿੱਤ ਸੱਚ ਹੋ ਗਿਆ ਤੇ ਫਿਰ ਆਨੰਦ ਹੀ ਆਨੰਦ ਹੈ। ਜੇ ਸਭ ਉੱਥੇ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ। ਤੁਸੀਂ ਪਦਾਰਥਾਂ ਤੋਂ ਉੱਪਰ ਉੱਠ ਜਾਓਗੇ। ਪਦਾਰਥ ਹੈਗੇ ਤੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੇ ਤੇ ਤਾਂ ਵੀ ਪ੍ਰੋਬਲਮ ਨਹੀਂ। ਕੋਈ ਸਤਿ ਸ੍ਰੀ ਅਕਾਲ ਬੁਲਾ ਗਿਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਬੁਲਾ ਕੇ ਗਿਆ ਤੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਜੀਵਨ ਜਿਹੜਾ ਨਾ ਸਹਿਜ ਜਾ ਜਾਏਗਾ। ਇਹ ਜਿਹੜਾ ਆਪਾਂ ਸੰਸਾਰ ਦੇ ਕੋਲ ਲਈ ਹੋਏ ਤੇ ਨਾ ਆਪਣਾ ਮਤਲਬ ਭਾਵਨਾ ਕਿ ਸਾਨੂੰ ਕੋਈ ਕੇਅਰ ਕਰੇ, ਸਾਡੀ ਕੋਈ ਰਿਸਪੈਕਟ ਕਰੇ, ਇਹ ਸਭ ਕੁਝ ਸ਼ਾਂਤ ਹੋ ਜਾਣਾ। ਕਿਉਂਕਿ ਸਧਾਰਨ ਤੌਰ ਤੇ ਸਾਡੇ ਸੁੱਖ ਦਾ ਕੰਟਰੋਲ ਲੋਕਾਂ ਦੇ ਹੱਥ 'ਚ ਆ। ਲੋਕੀ ਸਾਨੂੰ ਕੰਟਰੋਲ ਕਰਦੇ ਆ। ਤੁਸੀਂ ਦੇਖਿਆ ਨਹੀਂ, ਤੁਸੀਂ ਕੋਈ ਵੀ ਚੀਜ਼ ਖਰੀਦਦੇ ਨਾ, ਤੁਹਾਨੂੰ ਦੱਸਦੇ ਨੇ ਲੋਕੀ ਆਹ ਲਓ, ਆਹ ਲਓ, ਆਹ ਲਓ, ਆਹ ਲਓ। ਬਹੁਤ ਹੱਦ ਤੱਕ ਤੁਹਾਡੇ ਜੀਵਨ ਜਿਹੜਾ ਇਨਫਲੂਐਂਸ ਆ, ਪ੍ਰਭਾਵ ਹੈ, ਲੋਕਾਂ ਦੇ ਕਹਿਣ ਤੇ ਪ੍ਰਭਾਵਿਤ ਆ, ਪਰ ਲੋਕ ਗਾਈਡ ਕਰਦੇ ਆ। ਪਰ ਉਸ ਅਵਸਥਾ ਦੇ ਵਿੱਚ ਜਿਹੜਾ ਆਨੰਦ ਦਾ ਸਰੋਤ ਹੈ ਤੁਹਾਡੇ ਅੰਦਰ ਆ, ਉਹ ਤੁਸੀਂ ਲੱਭ ਲਿਆ ਉਹਨੂੰ। ਉਹ ਜਿਹੜਾ ਆਨੰਦ ਦਾ ਸਰੋਤ ਨਾ ਤੇ ਵੱਧਦਾ ਨਾ ਘਟਦਾ, ਉਲਟਾ ਵਧੀ ਜਾਂਦਾ। ਜਿਵੇਂ ਜਿਵੇਂ ਆਤਮਾ ਤੱਤ ਦੇ ਕਰੀਬ ਆਉਂਦੇ ਆ ਨਾ, ਤੇ ਸਾਡੇ ਅੰਦਰ ਜਿਹੜੀ ਨਾ ਉਚਾਈ ਵੱਧਦੀ ਜਾਂਦੀ, ਹੋਰ ਸ਼ੁੱਧ। ਇੱਕ ਸਮਾਂ ਆਉਂਦਾ ਅਸੀਂ ਆਨੰਦ ਦੇ ਸਰੂਪ ਹੋ ਜਾਂਦੇ ਆ। ਉਹ ਮਹਾ ਆਨੰਦ ਕਹਿੰਦੇ ਆ ਇਹਨੂੰ। ਕਹਿੰਦੇ ਆ ਕਿ ਇਹ ਜਿਹੜਾ ਆਨੰਦ ਆ ਨਾ, ਇਹ ਮਤਲਬ ਨਾ ਤੇ ਸ਼ੁਰੂ ਹੁੰਦਾ ਨਾ ਖਤਮ ਹੁੰਦਾ ਹੈ। ਬੂੰਦ ਸਾਗਰ ਚ ਜਾਂਦੀ ਆ, ਸਾਗਰ ਹੀ ਹੋ ਜਾਂਦੀ ਆ। ਹੁਣ ਉਹ ਸ਼ਾਂਤੀ ਭੰਗ ਨਹੀਂ ਹੋ ਸਕਦੀ, ਕਿਉਂਕਿ ਪਦਾਰਥਾਂ ਦੇ ਕਰਕੇ ਨਹੀਂ ਆ ਨਿੱਜਰ ਸਾਹਿਬ ਉਹ। ਕਿਉਂਕਿ ਇਹ ਰਜੋ ਤਮੋ ਗੁਣ ਤੇ ਸਤੋ ਗੁਣ ਤੋਂ ਪਰੇ ਦੀ ਗੱਲ ਆ। ਉਸ ਕਰਕੇ ਇਹ ਪ੍ਰਕਿਰਤੀ ਦੇ ਪਦਾਰਥ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਨਾ ਉਹਨੂੰ ਖੰਡਿਤ ਕਰ ਸਕਦੇ ਆ। ਕਿਉਂਕਿ ਮਨ ਜਿਹੜਾ ਨਾ, ਮਨ ਅਣਮਨੀ ਅਵਸਥਾ ਹੈ, ਉੱਥੇ ਮਨ ਨਹੀਂ ਹੈਗਾ। ਮਨ ਤੋਂ ਅੱਗੇ ਦੀ ਅਵਸਥਾ ਹੈ, ਉਹ ਸੁਰਤੀ ਦੀ ਅਵਸਥਾ ਹੈ। ਸੁਰਤੀ ਆਤਮਾ ਚ ਗਈ ਆ, ਆਤਮਾ ਚ ਲੀਨ ਹੋ ਗਈ ਆ। ਇਸ ਕਰਕੇ ਜਿਹੜਾ ਹੈ ਨਾ ਕੀਰਤਨ ਸ਼ਬਦ ਵਰਤਿਆ ਗਿਆ, ਵੀ ਉਹ ਜਿਹੜਾ ਸ਼ਬਦ ਹੈ ਨਾ, ਉਹਨੂੰ ਫਿਰ ਸੰਤ ਕਹਿੰਦੇ ਨੇ। ਤੁਸੀਂ ਵੀ ਪੀਓਗੇ,
ਸੰਤ ਕੋਈ ਆਪਾਂ ਕੋਈ ਸੰਤਾਂ ਤੋਂ ਘੱਟ ਥੋੜੀ, ਆਪਾਂ ਵੀ ਸੰਤ ਆ। ਸਾਧੂ ਕੌਣ ਹੁੰਦਾ? ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਜਿਹਨੇ ਆਪਣੇ ਜੀਵਨ ਦੇ ਵਿੱਚ ਜਿਹੜੇ ਔਗਣ ਉਹਨਾਂ ਨੂੰ ਕੱਟ ਲਿਆ ਤੇ ਆਪਣੇ ਗੁਣਾਂ ਨੂੰ ਪ੍ਰਗਟ ਕਰ ਲਿਆ। ਕਿਸਾਨ ਤੇ ਉਹੀ ਹੁੰਦਾ ਨਾ ਕਿ ਜਿਹੜਾ ਫਸਲ ਵਾਹੁੰਦਾ ਹੈ। ਜਿੱਦਾਂ ਮਾਲੀ ਕੈਰੀ ਚ ਘੁੰਮਦਾ ਰਹਿੰਦਾ ਦਾਤਰੀ ਲੈ ਕੇ, ਜਿੱਥੇ ਘਾਹ ਘੂ ਉੱਗਦਾ ਜੰਗਲੀ ਪੱਥਰ ਚੁੱਕ ਕੇ ਸੁੱਟ ਦਿੰਦਾ। ਇਹੋ ਇੱਕ ਬੰਦਾ ਸਾਧੂ ਆ। ਬਸ ਉਹਨੇ 5-6 ਮਹੀਨੇ ਆਪਣੀ ਕੈਰੀ ਤੇ ਕੰਮ ਕੀਤਾ, ਉਹਨੇ ਜਿਹੜੀਆਂ ਜੜੀਆਂ ਬੂਟੀਆਂ ਪੁੱਟ ਕੇ ਬਾਹਰ ਸੁੱਟਦੀਆਂ ਤੇ ਉਹਦੇ ਜਿਹੜੇ ਫੁੱਲ ਉੱਗ ਗਏ। ਜੀ ਸਾਹਿਬ ਸਹੀ ਹੈ, ਇੰਨੀ ਗੱਲ ਹੈ ਤੋਂ ਬਾਅਦ ਤੋਂ ਕੁਛ ਹੋਇਆ ਨਾ ਬਿਲਕੁਲ ਠੀਕ ਹੈ ਜੀ। ਦੇਖੋ ਹੁਣ ਆਪਣੇ ਆਪ ਕੁਛ ਵੀ ਨਹੀਂ ਆ ਜੇਕਰ ਅਸੀਂ ਇੱਛਾ ਹੀ ਨਹੀਂ ਜ਼ਾਹਰ ਕਰਦੇ ਤੇ ਪ੍ਰਮਾਤਮਾ ਵੀ ਸਾਡੀ ਮਦਦ ਨਹੀਂ ਕਰਦਾ। ਦੇਖੋ ਦੋਨੋਂ ਹੀ ਸ਼ਕਤੀਆਂ ਨੇ, ਮਾੜੀ ਵੀ ਤੇ ਚੰਗੀ ਵੀ। ਤੁਸੀਂ ਝੂਠ ਬੋਲਣਾ ਚਾਹੋ ਤੈਨੂੰ ਕੋਈ ਰੋਕਦਾ ਥੋੜੀ, ਕੋਈ ਮਨਾ ਕਰਦਾ ਨਾ ਬੋਲੋ ਤੁਸੀਂ। ਪਰ ਇੱਕ ਝੂਠ ਨੂੰ ਬੋਲਣ ਦੇ ਲਈ ਤੁਹਾਨੂੰ ਲੱਖ ਝੂਠ ਬੋਲਣੇ ਪੈਣੇ, ਰਹਿਣਾ ਫਿਰ ਵੀ ਝੂਠ ਹੈ। ਸੱਚ ਬੋਲੋਗੇ ਤੁਹਾਡਾ ਚਿੱਤ ਸ਼ਾਂਤ ਹੋ ਜਾਣਾ, ਉਸੇ ਵਕਤ ਸ਼ਾਂਤ ਹੋ ਜਾਣਾ। ਕੋਸ਼ਿਸ਼ ਕਰਿਆ ਕਰੋ ਘਰੇ ਵੀ ਸੱਚ ਬੋਲਿਆ ਕਰੋ। ਅਗਲੇ ਨੂੰ ਦੱਸ ਦਿਓ ਕਿ ਮੈਂ ਸੱਚ ਬੋਲਣਾ ਵਾ, ਪਲੀਜ਼ ਬਰਦਾਸ਼ਤ ਕਰ ਲਾ, ਕਿਉਂਕਿ ਤੈਨੂੰ ਹਜਮ ਨਹੀਂ ਹੋਣਾ, ਡਾਇਜੈਸਟ ਨਹੀਂ ਹੋਣਾ, ਪਰ ਮੈਂ ਸੱਚ ਬੋਲਾਂਗਾ ਜਾਂ ਮੈਂ ਬੋਲਾਂਗੇ। ਹੁਣ ਤੁਸੀਂ ਦੱਸੋ ਸੱਚ ਬੋਲੀਏ ਜਾਂ ਝੂਠ ਬੋਲੀਏ, ਤੁਹਾਨੂੰ ਕਿਹੜਾ ਚੰਗਾ ਲੱਗਦਾ? ਪਰ ਮੈਂ ਸਾਧਨਾ ਕਰਦਾ ਵਾਂ ਜਾਂ ਕਰਦੀ ਹਾਂ, ਮੈਨੂੰ ਸੱਚ ਬੋਲਣਾ ਪੈਣਾ। ਔਰ ਤੁਸੀਂ ਪਲੀਜ਼ ਇਹਨੂੰ ਹਜਮ ਕਰਿਆ ਕਰੋ। ਔਖਾ ਹੈ ਸੱਚ ਨੂੰ ਬਰਦਾਸ਼ਤ ਕਰਨਾ, ਪਰ ਉਹਦੇ ਨਾਲ ਕੀ ਹੋਊਗਾ? ਤੁਹਾਡੇ ਸਰੀਰ 'ਚ ਹੋਰ ਉਚਾਈ ਆਊਗੀ। ਸੱਚ ਨੂੰ ਲੈ ਕੇ ਆਓ ਆਪਣੇ ਜੀਵਨ 'ਚ। ਹਾਂਜੀ ਨਿਜਰ ਸਾਹਿਬ। ਹਾਂਜੀ ਵੀਰ ਜੀ। ਰਮਣੰ ਆਪਾਂ ਸੀਗੇ, ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣੇ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵੰਤ ਸੰਤ ਨਾ ਤ੍ਰਿਪਤੇ। ਇਸ ਤੋਂ ਬਾਅਦ ਹੁਣ ਜਿਹੜਾ ਹੈਗਾ ਸਹਿਣਸ਼ੀਲ ਸੰਤੰ ਸਮ ਮਿੱਤਰस्य ਦੁਰਜਨ ਹੈ। ਆਹ ਦੇਖ ਲਓ ਜਿਹੜੀ ਗੋਰਖੀ ਸਾਹਿਬ ਕਹਿ ਰਹੇ ਆ ਕਿ ਉਹ ਜਿਹੜੇ ਹੈਗੇ ਪਰਮੇਸ਼ਰ ਦੀ ਭਗਤੀ ਕਰਦੇ ਆ, ਉਹਨਾਂ ਦੇ ਵਾਸਤੇ ਦੋਨੋਂ ਜਿਹੜੇ ਹੈਗੇ ਸੇਮ ਹੁੰਦੇ ਆ। ਉਹ ਦੁੱਖ ਔਰ ਸੁੱਖ ਇੱਕ ਬਰਾਬਰ ਆ, ਮਿੱਤਰ ਸ਼ਤਰੂ ਇੱਕ ਬਰਾਬਰ ਹੁੰਦਾ ਉਹਨਾਂ ਦੇ ਵਾਸਤੇ। ਆਹੀ ਗੱਲ ਹੁਣ ਆ ਅਗਲਾ ਸ਼ਲੋਕ ਕਹਿ ਰਿਹਾ ਜੀ। ਸਹਿਣਸ਼ੀਲ ਸੰਤੰ, ਕਹਿੰਦੇ ਸੰਤ ਜਿਹੜੇ ਸਹਿਣਸ਼ੀਲ ਹੁੰਦੇ ਆ, ਹਰੇਕ ਦੀ ਗੱਲ ਨੂੰ ਬਰਦਾਸ਼ਤ ਕਰਦੇ ਆ। ਸਹਿਣਸ਼ੀਲ ਸੰਤੰ ਸਮ ਮਿੱਤਰस्य ਦੁਰਜਨ ਹੈ, ਉਹਨਾਂ ਦੇ ਵਾਸਤੇ ਸਮ ਹੈਗੇ ਮਿੱਤਰ ਤੇ ਦੁਰਜਨ। ਦੁਰਜਨ ਕਹਿੰਦੇ ਆ ਦੁਸ਼ਮਣ। ਸਹਿਣਸ਼ੀਲ ਸੰਤੰ ਸਮ ਮਿੱਤਰस्य ਦੁਰਜਨ ਹੈ। ਕਿਸ ਤਰ੍ਹਾਂ? ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ। ਕਹਿੰਦੇ ਮਿੱਤਰ ਹੁੰਦੇ ਆ ਉਹ ਖਾਤਰਦਾਰੀ ਕਰਦੇ ਆ ਜਿਹੜੀ ਹੈਗੀ ਸੰਤਾਂ ਦੀ, ਤੇ ਜਿਹੜੇ ਨਿੰਦਕ ਹੁੰਦੇ ਆ ਉਹ ਜਿਹੜੇ ਹੈਗੇ ਉਹਨਾਂ ਨੂੰ ਮਾਰਨ ਵਾਸਤੇ ਦੌੜਦੇ ਆ। ਆਵਦ ਹੋਏ ਉਪਤਿਸ਼ਟਤੇ, ਉਹਨਾਂ ਤੇ ਹਮਲਾ ਕਰਦੇ ਆ। ਪਰ ਉਹ ਸੰਤ ਜਿਹੜੇ ਹੈਗੇ ਸਹਿਣਸ਼ੀਲ ਹੈਗੇ, ਉਹਨਾਂ ਦੋਨਾਂ ਨੂੰ ਸਮ ਦ੍ਰਿਸ਼ਟੀ ਨਾਲ ਦੇਖਦੇ ਆ। ਉਹ ਸਹਿਣਸ਼ੀਲ ਸੰਤੰ ਸਮ ਮਿੱਤਰस्य ਦੁਰਜਨੈ ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ। ਹਾਂਜੀ ਵੀਰ। ਹਾਂ ਬਿਲਕੁਲ ਠੀਕ ਹੈ ਜੀ। ਇਹ ਨਿੱਜਰ ਸਾਹਿਬ ਤੁਹਾਡੀ ਅਵਸਥਾ ਬਣ ਜਾਣੀ ਹੈ। ਹੁਣ ਮੈਂ ਤੇ ਕਈ ਵਾਰੀ ਆਪ ਅਨੁਭਵ ਕੀਤਾ, ਭਾਵੇਂ ਕੋਈ ਮੈਨੂੰ ਜਿੰਨਾ ਮਰਜੀ ਮਾੜਾ ਚੰਗਾ ਬੋਲਦੇ, ਅੰਦਰ ਤਰੰਗ ਹੀ ਨਹੀਂ ਪੈਦਾ ਹੁੰਦੀ। ਪਹਿਲਾਂ ਬਹੁਤ ਹੁੰਦੀ ਸੀ। ਇਹ ਨਹੀਂ ਤੇ ਇਹ ਥੋੜੀ ਕਿ ਮੈਂ ਜ਼ਬਰਦਸਤੀ ਉਹਨੂੰ ਰੋਕਣ ਦਿਆਂ ਵਾਂ। ਇੱਕ ਜਸਟ ਸੋਚੋ, ਤੁਹਾਨੂੰ ਮੈਂ ਦੱਸ ਰਿਹਾ ਕਿ ਇਹ ਤੁਹਾਡੀ ਅਵਸਥਾ ਬਣਨੀ ਹੈ ਸਾਰਿਆਂ ਦੀ। ਕਿਉਂਕਿ ਇੱਕ ਤਾਂ ਹੁੰਦਾ ਨਾ ਕਿ ਆਪਾਂ ਜ਼ਬਰਦਸਤੀ ਹੁਣ ਮਹਾਤਮਾ ਬੁੱਧ ਤੇ ਮੂੰਹ ਤੇ ਕੋਈ ਥੁੱਕ ਗਿਆ ਤੇ ਅਗਲਾ ਕਵੇ ਨਾ ਕੁਛ, ਇਹ ਤੇ ਕੰਟਰੋਲ ਕਰਨ ਵਾਲਾ ਕੰਮ ਥੋੜੀ ਹੋ ਗਿਆ। ਇਹ ਬਿਲਕੁਲ ਤੁਹਾਡੇ ਅੰਦਰ ਦੀ ਅਵਸਥਾ ਹੈ, ਉਹ ਤੁਹਾਡੇ ਅੰਦਰ ਜਦੋਂ ਬਣਨੀ ਹੈ। ਜਦੋਂ ਵੀ ਤੁਸੀਂ ਬ੍ਰਾਹਮਣ ਆਦਿ ਨੂੰ ਸੁਣਨਾ ਸ਼ੁਰੂ ਕਰਤਾ, ਤੁਹਾਡੀ ਆਤਮਾ ਜਿਹੜੀ ਉਹ ਪ੍ਰਗਟ ਹੋਣ ਡਿਆ ਪਈ ਤੇ ਭਰਮ ਖਤਮ ਹੋਣ ਡਿਆ ਪਿਆ। ਕਿਉਂਕਿ ਬ੍ਰਹਮ ਨੂੰ ਨਿੱਜਰ ਸਾਹਿਬ ਤੁਹਾਡੇ ਬ੍ਰਹਮ ਦੇ ਗੁਣ ਆਉਣੇ ਆ ਤੁਹਾਡੇ ਅੰਦਰ। ਫਿਰ ਪ੍ਰਕਿਰਤੀ ਦੀਆਂ ਗਾਲਾਂ, ਪ੍ਰਕਿਰਤੀ ਦੀਆਂ ਚੁਗਲੀਆਂ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ, ਕੋਈ ਭਲਾ ਕਹੇ ਕੋਈ ਬੁਰਾ, ਗੁਰੂ ਨਾਨਕ ਪਾਤਸ਼ਾਹ ਪਤਾ ਕਿੰਨੇ ਕਿਹਾ, ਕੋਈ ਭਲਾ ਕਹੇ ਕੋਈ ਬੁਰਾ ਕਹੇ, ਸਕਲ ਸਮ ਹਮੇ ਬਣੇ ਆਈ। ਸਕਲ ਸੰਗ ਹਮਕੋ ਬਣੇ ਆਈ। ਇੱਕ ਆਉਂਦਾ ਹਾਂ, ਕੋਈ ਭਲਾ ਕਹੇ ਕੋਈ ਬੁਰਾ ਕਹੇ, ਹਮ ਤੋਂ ਤਨ ਦਿਓ ਹੈ ਡਾਰ। ਕਹਿੰਦੇ ਮੈਂ ਤਾਂ ਸਰੀਰ ਹੈ ਹੀ ਨਹੀਂ ਆ। ਹਾਂ ਕਿਉਂ ਨਿੱਜਰ ਸਾਹਿਬ? ਭੋਲਾ ਬੁਰਾ ਜਿਹੜਾ ਹੁੰਦਾ ਉਹ ਸੰਸਾਰਿਕ ਬੰਦੇ ਨੂੰ ਪ੍ਰਭਾਵਿਤ ਕਰਦਾ, ਬ੍ਰਹਮ ਗਿਆਨੀ ਨੂੰ ਨਹੀਂ ਪ੍ਰਭਾਵਿਤ ਕਰਦਾ। ਉਹ ਨਹੀਂ ਕਰਦਾ, ਪਦਾਰਥਾਂ ਚ ਹੈ ਹੀ ਨਹੀਂ ਨਿੱਜਰ ਸਾਹਿਬ। ਉਹ ਚਾਹ ਕੇ ਵੀ ਨਹੀਂ ਇੱਥੇ ਫਸ ਸਕਦਾ ਉਹਨੂੰ ਪਦਾਰਥ ਕਿੱਦਾਂ, ਕਿਉਂਕਿ ਪਦਾਰਥ ਚ ਹੈ ਨਹੀਂ ਨਾ ਹੁਣ ਉਹ। ਬਿਲਕੁਲ ਉਹ ਜੋਤੀ ਜੋਤ ਚ ਰਲ ਗਈ ਹੈ ਨਿੱਜਰ ਸਾਹਿਬ। ਉਹ ਬ੍ਰਹਮ ਤੇ ਬਣ ਗਿਆ। ਹੁਣ ਬ੍ਰਹਮ ਤੇ ਖੁਦ ਹੀ ਨਿਰਗੁਣ ਹੈ। ਆਪ ਜਸਟ ਦੇਖੋ, ਆਪਾਂ ਥਿਊਰੀਕਲੀ ਦੇਖੀ ਤਾਂ ਬ੍ਰਹਮ ਖੁਦ ਨਿਰਗੁਣ ਹੈ, ਉਹ ਗੁਣ ਨੂੰ ਗ੍ਰਹਿਣ ਹੀ ਨਹੀਂ ਕਰਦਾ। ਤੇ ਬ੍ਰਹਮ ਗਿਆਨੀ ਫਿਰ ਕਿੱਥੋਂ ਗ੍ਰਹਿਣ ਕਰ ਲੂਗਾ ਈਰਖਾ ਨੂੰ, ਨਿੰਦਿਆ ਨੂੰ, ਚੁਗਲੀ ਨੂੰ?
ਉਹ ਰਿਐਕਸ਼ਨ ਲਊਗਾ? ਨਹੀਂ ਲਊਗਾ। ਹਾਂ, ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰ ਚੁੱਕਿਆ ਸੀ, ਉਹਦਾ ਕਾਰਨ ਇਹੋ ਹੀ ਸੀ ਕਿ ਲੋਕਾਂ ਦੇ ਕਲਿਆਣ ਦੇ ਲਈ, ਲੋਕਾਂ ਦੀ ਭਲਾਈ ਲਈ ਉਹ ਕਰਮ ਕਰਦਾ ਹੈ, ਬਾਕੀ ਉਹਨੂੰ ਲੋੜ ਨਹੀਂ ਹੁੰਦੀ ਵੈਸੇ। ਬਿਲਕੁਲ। ਆਹ ਕਲਿਆਣ ਦੇ ਲਈ ਉਹ ਕਹਿੰਦਾ ਧੌਣ ਵੱਢ ਵੀ ਦਊਗਾ, ਕਿਉਂਕਿ ਉਹ ਯਥਾਰਥ ਸੱਚ ਤੋਂ ਪਿੱਛੇ ਨਹੀਂ ਹੋਊਗਾ। ਇਹ ਨਹੀਂ ਕੋਈ ਸਾਹਮਣੇ ਸੱਚ ਪ੍ਰਗਟ ਹੋਣ ਦਿਆ ਤੇ ਕਵੇ ਕਿ ਮੈਂ ਕੁਛ ਨਹੀਂ ਕਹਿਣਾ। ਉਹਨੇ ਸੱਚ ਦੀ ਮਦਦ ਕਰਨੀ, ਕਿਉਂਕਿ ਪਰਮਾਤਮਾ ਨੇ ਸ਼ੁਰੂ ਤੇ ਰੂਲ ਬਣਾਇਆ ਹੈ ਕਿ ਆਪਾਂ ਸੱਚ ਨੂੰ ਪ੍ਰਗਟ ਕਰਨਾ ਹੈ, ਉਹ ਸੱਚ ਨੂੰ ਸੱਚ ਦੇ ਰੂਪ ਚ ਪ੍ਰਗਟ ਕਰਨਾ, ਉਹਦੀ ਮਦਦ ਕਰਨੀ ਹੈ। ਤੇ ਕੋਈ ਸੰਸਾਰ ਦੇ ਉੱਪਰ ਜਿੱਥੇ ਆਪਾਂ ਤੇ ਜਿਉਣਾ ਵੀ ਤੇ ਹੈਗਾ ਨਾ, ਪਰਮਾਤਮਾ ਨੇ ਸਾਨੂੰ ਵੀ ਡਿਊਟੀ ਲਾਈ ਹੈ ਕਿ ਚਰਨਜੀਤ, ਇਹ ਜਿਹੜਾ ਰੁੱਖ ਹੈ ਨਾ, ਜਿਹਦੀ ਛਾਂ ਨਹੀਂ ਹੈਗੀ, ਰੁੱਖ ਦੇ ਕੰਮ ਦਾ ਨਹੀਂ ਹੁੰਦਾ। ਉਹ ਕਦਾ ਕੰਮ ਦਾ ਰੁੱਖ? ਜਿਹਨੇ ਆਪਣੇ ਜੋਗਾ ਹੀ ਖਾਧਾ ਪੀਤਾ, ਉਹ ਬੰਦਾ ਥੋੜੀ ਹੈਗਾ, ਉਹ ਤੇ ਜਾਨਵਰ ਹੈ, ਹਨਾ। ਛੋਟੀਆਂ ਛੋਟੀਆਂ ਚਿੜੀਆਂ ਵੀ ਵੇਖੋ, ਉਹ ਰਾਸ਼ਨ ਲੈ ਕੇ ਜਾਂਦੀਆਂ ਨੇ। ਪਰ ਸ਼ਹਿਦ ਦੀਆਂ ਮੱਖੀਆਂ ਵੇਖੋ ਕਿੱਦਾਂ ਫੁੱਲ ਤੋਂ ਸ਼ਹਿਦ ਇਕੱਠਾ ਕਰਕੇ ਉੱਥੇ ਖੜਦੀਆਂ ਨੇ। ਤੇ ਤੂੰ ਵੀ ਇਨਸਾਨ ਆ, ਜਿੱਥੇ ਵੇਖ, ਜਿੱਥੇ ਲੋੜ ਹੈਗੀ ਤੇ ਮਦਦ ਕਰ। ਕਿ ਤੂੰ ਆਪਣੇ ਲਈ ਜੀਵਨ ਬਤੀਤ ਕੀਤਾ, ਤੂੰ ਕਾਹਦਾ ਬੰਦਾ ਹੋਇਆ? ਤੂੰ ਤੇ ਬੰਦਾ ਤੇ ਨਹੀਂ ਨਾ ਹੋਇਆ, ਉਹ ਤੇ ਤੂੰ ਬਹੁਤ ਇੱਕ, ਉਹ 3 ਕਿਸਮ ਦੇ ਬੰਦੇ ਨਾ, ਤੁਹਾਨੂੰ ਦੱਸਿਆ ਤੇ ਹੈਗੇ ਸੀ ਉਦੋਂ। ਇੱਕ ਬੰਦੇ ਉਹ ਹੁੰਦੇ ਆ ਜਿਹੜੇ ਬਿਲਕੁਲ ਹੀ ਇੱਕ ਸਧਾਰਨ ਜੀਵਨ ਬਤੀਤ ਕਰਦੇ ਆ, ਉਹ ਖੁਦ ਖਾ ਲੈਣਗੇ, ਲਾ ਕੇ ਘਰ ਦੇ ਸਾਰੇ ਬੈਠੇ ਹੋਣਗੇ, ਉਹਨਾਂ ਪੁੱਛਣਾ ਵੀ ਨਹੀਂ ਉਹਨਾਂ ਨੂੰ। ਏਦਾਂ ਦੇ ਬੰਦੇ ਹੈਗੇ ਨੇ ਜੀ ਸਾਹਿਬ। ਬਿਲਕੁਲ ਤਮੋ ਬਿਰਤੀ ਹੋ ਗਈ ਉਹਨਾਂ ਦੀ। ਹਾਂ, ਉਹਨਾਂ ਖਾ ਲੈਣਾ, ਉਹਨਾਂ ਪੁੱਛਣਾ ਵੀ ਨਹੀਂ ਕਿ ਨੁਸਲਾ ਤੱਕ ਵੀ ਨਹੀਂ ਮਾਰਨੀ। ਕੁਛ ਬੰਦੇ ਏਦਾਂ ਹੈਗੇ ਆ, ਉਹ ਆਪਣੇ ਪਰਿਵਾਰ ਦੀ ਕੇਅਰ ਕਰਦੇ, ਉਹ ਕਮਾਈ ਕਰਦੇ, ਆਪਣੇ ਪਰਿਵਾਰ ਨੂੰ ਆਂਢ ਗੁਆਂਢ ਨੂੰ, ਪਰਿਵਾਰ ਦੇ ਬੰਦਿਆਂ ਨੂੰ ਦਿੰਦੇ। ਇੱਕ ਬੰਦੇ ਹੋਰ ਕੈਟਾਗਰੀ ਹੈਗੇ, ਉਹ ਆਪਣੇ ਆਲੇ ਦੁਆਲੇ ਵੀ ਵਹਿੰਦੇ। ਪਰ ਇੱਕ ਬੰਦੇ ਬੜੇ ਉੱਚੇ ਹੁੰਦੇ ਆ, ਉਹਨਾਂ ਲਈ ਸਾਰੀ ਦੁਨੀਆ ਬਰਾਬਰ ਹੈਗੀ। ਉਹ ਕਿਸੇ ਨੂੰ ਵਾਧਾ ਘਾਟਾ ਨਹੀਂ ਵਹਿੰਦੇ। ਉਹ ਮਤਲਬ ਇਹ ਨਹੀਂ ਸੋਚਦੇ ਕਿ ਉਹ ਹਿੰਦੂ ਆ, ਮੁਸਲਿਮ ਹੈ, ਈਸਾਈ ਹੈ, ਉਹਦੇ ਲਈ ਸਾਰੇ ਹੀ ਇੰਪੋਰਟੈਂਟ ਹੈ। ਹਾਂਜੀ ਨਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਤੇ ਇੱਥੇ ਮਹਾਰਾਜ ਜਿਹੜੇ ਦੱਸ ਰਹੇ ਭਾਈ, ਤੇ ਆਪਣੇ ਅੰਦਰ ਜਿਹੜਾ ਇਹ ਧਿਆਨ ਸਿਮਰਨ ਦੇ ਨਾਲ ਜਿਹੜੀ ਗੁਣ ਜਿਹੜੇ ਹੈਗੇ ਪ੍ਰਗਟ ਹੋ ਜਾਣੇ ਆ। ਸਹਿਨਸ਼ੀਲ ਸੰਤੰ ਸਮ ਮਿੱਤਰस्य ਦੁਰਜਨੈ, ਨਾਨਕ ਭੋਜਨ ਅਨੇਕ ਪ੍ਰਕਾਰੇਣ, ਨਿੰਦਕ ਆਵਦ ਹੋਏ ਉਪਤਿਸ਼ਠਤੇ। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਅਗਲਾ ਸ਼ਲੋਕ ਆ ਗਿਆ ਭਾਈ, ਜਿਹੜਾ ਮਾਲਕ ਇੱਕ ਸੈਕਿੰਡ ਰੁਕ ਦੀਜੇ। ਹਾਂਜੀ ਹਾਂਜੀ। ਐ ਸਾਧ ਸੰਗਤ ਜੀ, ਆ ਜਿਹੜੀ ਤੇ ਤੁਕ ਬੋਲੀ ਹੈ ਨਾ, ਨਿੰਦਕ, ਇਹਨੇ ਤੁਹਾਡੀ ਅਵਸਥਾ ਨੂੰ ਤਸਦੀਕ ਕਰਨਾ ਵਾ। ਆਪ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਡੀ ਅਵਸਥਾ ਪੱਕੀ ਕਿ ਨਹੀਂ ਪੱਕੀ। ਇਹਨਾਂ ਗੱਲਾਂ ਨੇ ਤੇ ਦੇਖੋ, ਕਸਵੱਟੀ ਤੋਂ ਬਿਨਾਂ ਕਿੱਦਾਂ ਪਤਾ ਲੱਗੂ ਤੁਸੀਂ ਬ੍ਰਹਮ ਗਿਆਨੀ ਹੋਏ ਕਿ ਨਹੀਂ ਹੋਏ। ਬਿਲਕੁਲ, ਇਸੇ ਲਈ ਆਪਾਂ ਨੂੰ ਘਰ ਗ੍ਰਸਤੀ ਦੇ ਵਿੱਚ ਰਹਿਣ ਵਾਸਤੇ ਮਹਾਰਾਜ ਕਹਿੰਦੇ ਆ, ਗ੍ਰਸਤੀ 'ਚ ਰਹਿ, ਤੈਨੂੰ ਪਤਾ ਲੱਗੂਗਾ ਤੇ ਤੂੰ ਕਿੰਨੇ ਪਾਣੀ ਦੇ ਵਿੱਚ ਹੈਗਾ ਆ। ਨਹੀਂ ਤਾਂ ਜੰਗਲ ਦੇ ਵਿੱਚ ਉੱਥੇ ਕਿਹੜਾ ਹੈ ਤੈਨੂੰ ਜਿਹੜਾ ਹੈਗਾ ਟੈਸਟ ਕਰਨ ਵਾਲਾ, ਕਿਹੜੀ ਚੀਜ਼ ਮਿਲ ਜਾਣੀ ਹੈ ਉੱਥੇ? ਉੱਥੇ ਤਾਂ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ। ਤੁਹਾਡੇ ਜੀਵਨ 'ਚ ਨਿਜੇ ਸਾਹਿਬ ਕੋਈ ਨਿੰਦਿਆ ਸਾਹਮਣੇ ਹੁੰਦੀ ਹੋਵੇ, ਤੁਹਾਡੇ ਨਾਲ ਕੋਈ ਮਾੜਾ ਕਰਮ ਕਰੇ, ਉੱਥੇ ਤੇ ਪਤਾ ਲੱਗਣਾ। ਬਿਲਕੁਲ। ਲੋਕੀ ਕਹਿੰਦੇ ਕਿ ਮੈਂ ਬੜਾ ਪਸੰਦ ਆ ਤੇ ਮੈਂ ਬੜਾ ਫਲਾਨਾ ਤੇ ਟਿਮਕਾ, ਨੇ ਥਾਣੀਆਂ ਵੀ ਗੱਲ ਬਣਨੀ ਉੱਥੇ ਪ੍ਰੈਕਟੀਕਲ ਤੁਹਾਨੂੰ ਤੇ ਉਹਨੇ ਰਗੜਨਾ ਅਗਲੇ ਨੇ। ਬਿਲਕੁਲ ਰਗੜਨਾ, ਕੁਦਰਤ ਨੇ। ਹਾਂ ਬਿਲਕੁਲ ਰਗੜਨਾ। ਹਾਂ, ਉਹਦਾ ਭਲਵਾਨ ਨਹੀਂ ਧੌਣ ਤੇ ਗੋਡਾ ਰੱਖਿਆ ਹੁੰਦਾ, ਇੱਕ ਭਲਵਾਨ ਤੇ ਦੂਜੇ ਭਲਵਾਨ ਦਾ ਮੂੰਹ ਤੇ ਧਰਤੀ 'ਚ ਨੱਪਿਆ ਹੁੰਦਾ, ਓਦਾਂ ਠੋਕਣਾ ਤੁਹਾਨੂੰ ਉਹਨੇ, ਉੱਥੇ ਤੇ ਪਤਾ ਲੱਗਣਾ ਕਿ ਹੀਰਾ ਮੇਰੇ ਕੋਲ ਅਸਲੀ ਕਿ ਨਕਲੀ। ਬਿਲਕੁਲ। ਇਹ ਨਹੀਂ ਕਿ ਓਦਾਂ ਹੀ ਮੈਂ ਬਣ ਕੇ ਆਵਾਂ ਬ੍ਰਹਮ ਗਿਆਨੀ ਬਣਿਆ ਤੇ ਚਿੱਟਾ ਕੱਪੜਾ ਪਾਇਆ ਤੇ ਮੈਂ ਬੜਾ ਸੰਤ ਬਣ ਕੇ ਬੈਠਾ, ਉਹ ਨਹੀਂ। ਉਹਦੀ ਪ੍ਰੀਖਿਆ ਹੋਣੀ ਆ। ਉਹ ਪ੍ਰੀਖਿਆ ਇਸ ਲਈ ਹੋਣੀ ਹੈ ਕਿ ਸਾਨੂੰ ਦੱਸਣ ਵਾਸਤੇ, ਤੇ ਗੁਰੂਆਂ ਨੇ ਤਾਂ ਲਿਖਿਆ ਕਿ ਇਹ ਜਿਹੜੀ ਤੇਰੀ 'ਚ ਅਵਸਥਾ ਆਊਗੀ, ਤੇਰੇ 'ਚ ਸਹਿਣਸ਼ੀਲਤਾ ਆਊਗੀ, ਤੇ ਹੋਰ ਕਿਹੜੀ ਚ ਰਹੂਗੀ ਅਵਸਥਾ ਆਊਗੀ? ਬੋਲ ਦਿਓ। ਇੱਕ ਨਿੰਦਕ, ਸਮ ਮਿੱਤਰस्य ਸਮ ਦੁਰਜਨੈ, ਦੋਨੋਂ ਬਰਾਬਰ, ਸ਼ਤਰੂ ਮਿੱਤਰੂ ਇੱਕ ਬਰਾਬਰ। ਇੱਕ ਨਿੰਦਾ ਜਿਹੜਾ ਨਿੰਦਕ ਤੇ ਜਿਹੜਾ ਹੈਗਾ ਮਿੱਤਰ, ਦੋਨੋਂ ਜਿਹੜੇ ਹੈਗੇ ਤੇਰੇ ਲਈ ਇੱਕ ਬਰਾਬਰ ਹੋ ਜਾਣਗੇ। ਨਿੰਦਾ ਤੇ ਜਿਹੜਾ ਹੈਗਾ ਤੇਰੀ ਕੋਈ ਉਸਤਤੀ ਕਰੇ, ਚਾਹੇ ਤੇਰੀ ਕੋਈ ਨਿੰਦਾ ਕਰੇ, ਇੱਕ ਬਰਾਬਰ ਰਹੇਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜਾ ਸਾਹਿਬ, ਤੁਸੀਂ ਅੱਗੇ ਆ ਜਾਓ। ਅੱਗੇ ਜਿਹੜੇ ਹੈਗੇ ਅਗਲਾ ਤਾਂ ਹੋਰ ਵੀ ਕਮਾਲ ਕਰ ਰਿਹਾ ਮਹਾਰਾਜ। ਜਿਹੜੇ ਹੈਗੇ ਕਹਿੰਦੇ ਹੁਣ ਜਿਹੜਾ ਹੈਗਾ ਹੁਣ ਪਰਮਾਤਮਾ ਵਿੱਚ ਆ ਗਿਆ ਹੈ। ਹੁਣ ਕਹਿੰਦੇ ਆਹ ਸਟੇਜ ਜਿਹੜੀ ਹੈਗੀ ਆ, ਅਭਿਆਸੀ ਆ ਸਟੇਜ ਤੱਕ ਆ ਗੁਣ ਆ ਗਏ ਉਹਦੇ ਅੰਦਰ। ਤੇ ਹੁਣ ਦੇਖੋ ਕਹਿੰਦੇ ਤਿਰਸਕਾਰ ਨਹਿ ਭਵੰਤ ਮਾਨ ਭੰਗਨੈ। ਹੁਣ ਮਾਲ ਕਹਿੰਦਾ ਮੇਰਾ ਜਿਹੜਾ ਭਗਤੀ ਕਰ ਰਿਹਾ, ਕਹਿੰਦੇ ਉਹਦਾ ਤਿਰਸਕਾਰ ਕਿਸ ਤਰ੍ਹਾਂ ਹੋ ਸਕਦਾ ਹੈ? ਉਹਦੇ ਜਿਹੜਾ ਹੈਗਾ ਉਹਦੀ ਬੇਇੱਜ਼ਤੀ ਕੌਣ ਕਰ ਸਕਦਾ ਹੈ? ਕਹਿੰਦੇ ਉਹਦੀ ਬੇਇੱਜ਼ਤੀ ਕਿਵੇਂ ਹੋਏਗੀ? ਕਹਿੰਦੇ ਮਾਲਕ ਹੈਗਾ ਵਿੱਚ। ਤਿਰਸਕਾਰ ਨਹਿ ਭਵੰਤ ਮਾਨ ਭੰਗਨੈ।
ਉਹਦਾ ਮਾਨ ਕੋਈ ਭੰਗ ਨਹੀਂ ਕਰ ਸਕਦਾ, ਉਹਦੀ ਬੇਇੱਜ਼ਤੀ ਨਹੀਂ ਕਰ ਸਕਦਾ, ਉਹਦਾ ਤਿਰਸਕਾਰ ਨਹੀਂ ਕਰ ਸਕਦਾ ਕੋਈ, ਉਹਨੇ ਨੈਗਲੈਕਟ ਨਹੀਂ ਕਰ ਸਕਦਾ ਕੋਈ। ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁੱਖ ਨਹਿ। ਕਹਿੰਦੇ ਉਹਦੀ ਸੋਭਾ ਹੁਣ ਉਹ ਨਹੀਂ ਰਹਿ ਸਕਦੀ, ਸੋਭਾਹੀਨ ਨਹੀਂ ਹੁੰਦਾ ਉਹ ਪ੍ਰਗਟ ਹੋਏਗਾ, ਲੋਕੀ ਉਹਦੀ ਸੋਭਾ ਕਰਨਗੇ, ਉਹਦੇ ਚ ਖੁਸ਼ਬੂ ਆਉਂਦੀ ਹੈ ਗੁਲਾਬ ਵਾਂਗੂ। ਨਹਿ ਪੋਹੰਤ ਸੰਸਾਰ ਦੁੱਖ ਨੇ, ਉਹਨੂੰ ਸੰਸਾਰ ਦੇ ਦੁੱਖ ਨਹੀਂ ਪਾਉਂਦੇ। ਕਿਹਨੂੰ ਪਾਈ? ਕਿਹਦੇ ਬਾਰੇ ਕਹਿ ਰਹੇ ਮਹਾਰਾਜ? ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ। ਜਿਹੜਾ ਧਿਆਨ ਸਿਮਰਨ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਆ, ਸਾਧ ਸੰਗਤ ਦੇ ਵਿੱਚ ਮਿਲ ਕੇ ਉਹ ਪ੍ਰਾਣੀ ਸੁਖ ਦੇ ਵਿੱਚ ਵਸਦਾ ਆ। ਸੇ ਪ੍ਰਾਣੀ ਸੁਖ ਬਾਸਨੇ। ਉਹ ਪ੍ਰਾਣੀ ਬਹੁਤ ਸਾਰੇ ਹੈਗੇ ਜਿਹੜੇ ਜਪਦੇ ਆ ਗੋਬਿੰਦ ਨਾਮ, ਸਾਧ ਸੰਗਤ ਦੇ ਵਿੱਚ ਮਿਲ ਕੇ ਉਹ ਸੁਖੀ ਵਸਦੇ ਆ ਪਾਏ। ਔਰ ਮਾਲਕ ਪਰਮਾਤਮਾ ਉਹਨਾਂ ਦਾ ਤਿਰਸਕਾਰ ਨਹੀਂ ਹੋਣ ਦਿੰਦਾ, ਨਾ ਉਹਨਾਂ ਦਾ ਮਾਨ ਭੰਗਣ ਹੋਣ ਦਿੰਦਾ, ਬੇਇੱਜ਼ਤੀ ਨਹੀਂ ਹੋਣ ਦਿੰਦਾ। ਉਹਨਾਂ ਦੀ ਸੋਭਾ ਹੁੰਦੀ ਆ ਔਰ ਉਹਨਾਂ ਨੂੰ ਜਿਹੜਾ ਹੈਗਾ ਸੰਸਾਰ ਦੇ ਦੁੱਖ ਪਾਉਂਦੇ ਨਹੀਂ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਨਿਜਰ ਸਾਹਿਬ, ਇਹ ਬਿਲਕੁਲ ਸਹੀ ਲਿਖਿਆ ਕਿ ਤਿਰਸਕਾਰ ਤੇ ਉਹਦਾ ਹੋਣਾ ਹੀ ਨਹੀਂ ਉਹਦੀ। ਉਹ ਕਿਉਂਕਿ ਪਰਮਾਤਮਾ ਜਿਹੜੇ ਬੰਦੇ ਦੇ ਜੀਵਨ ਚ ਆ ਗਿਆ ਉਹ ਤੇ ਬੜੀ ਉੱਚੀ ਅਵਸਥਾ ਹੈ ਨਾ। ਇਹ ਪ੍ਰਕਿਰਤੀ ਪਰ ਉਹਨੂੰ ਪਰੇਸ਼ਾਨ ਥੋੜੀ ਕਰ ਸਕਦੀ ਆ। ਪਰ ਇਹ ਆ ਕਿ ਜਦੋਂ ਆਪਾਂ ਸਾਧਨਾ ਕਰਦੇ ਆ ਨਾ, ਤੇ ਤੁਹਾਡੇ ਨਾਲ ਕੋਈ ਦੁਰਾਚਾਰ ਜਾਂ ਦੁਰਾ ਵਿਵਹਾਰ ਕਰੇ, ਕ੍ਰੋਧ ਨਾਲ ਗੱਲ ਕਰੇ, ਪਰ ਤੁਹਾਡੇ ਅੰਦਰ ਹਲਚਲ ਨਹੀਂ ਪੈਦਾ ਹੋਣੀ। ਬਹੁਤ ਔਖਾ ਹੈ। ਜਿਵੇਂ ਜਿਵੇਂ ਤੁਹਾਡੀ ਸੁਰਤੀ ਆਤਮਾ ਤੱਤ ਦੇ ਅੰਦਰ ਸਥਿਰਤਾ ਹੁੰਦੀ ਗਈ ਨਾ, ਤੁਸੀਂ ਇਹ ਦੇਖੋ ਤੁਹਾਡੇ ਲਈ ਝੂਠ ਬੋਲਣਾ ਬੜਾ ਔਖਾ ਜੀ, ਬਹੁਤ ਔਖਾ ਹੈ। ਮਾਮੂਲੀ ਗੱਲ ਹੈ, ਕਿਹੜਾ ਵੇਖਣ ਦਿਆ ਬੋਲ ਦੋ, ਪਰ ਤੁਹਾਡੇ ਲਈ ਬੋਲਣਾ ਬੜਾ ਔਖਾ। ਤੁਸੀਂ ਨਿੰਦਿਆ ਦੀ ਗੱਲ ਕਰਦੇ, ਤੁਸੀਂ ਨਿੰਦਿਆ ਵੀ ਕਰੋਗੇ ਨਾ, ਤੁਹਾਡੀ ਨਿੰਦਿਆ ਵੀ ਏਦਾਂ ਦੀ ਹੋਊਗੀ ਜਿੱਦਾਂ ਅਗਲੇ ਦੀ ਉਸਤਤ ਕਰ ਰਹੇ ਤੁਸੀਂ। ਕਿਉਂਕਿ ਉਹ ਗੁਣ ਜਿਹੜਾ ਹੁੰਦਾ ਨਾ ਨਿਚਰ ਸਾਹਿਬ, ਹੁੰਦਾ ਚਿੱਤ ਦਾ, ਨਿੰਦਿਆ ਕਰਨੀ। ਹੁਣ ਚਿੱਤ ਚ ਗੁਣ ਹੀ ਨਹੀਂ ਹੈਗਾ, ਔਗਣ ਨਹੀਂ ਹੈਗਾ। ਉਹ ਚਿੱਤ ਨੇ ਉਹ ਫਿਰ ਕਿੱਥੋਂ ਪ੍ਰਗਟ ਕਰਨਾ? ਉਹ ਤੁਹਾਡੇ ਅੰਦਰ ਹੀ ਨਹੀਂ ਹੈਗੀ। ਅਗਲਾ ਇਸੇ ਲਈ ਉਹ ਜਿਹੜਾ ਅੰਦਰੋਂ ਸਾਡੇ ਅੰਦਰ ਸਥਿਤੀ ਪੈਦਾ ਹੁੰਦੀ ਨਾ ਨਿਚਰ ਸਾਹਿਬ, ਜਦੋਂ ਅੰਦਰ ਸਾਡੀ ਸ਼ੁੱਧਤਾ ਆਉਂਦੀ ਹੈ ਨਾ, ਤੇ ਫਿਰ ਅਸੀਂ ਨਾ ਔਗਣਾਂ ਦੀ ਸੰਗਤ ਹੀ ਛੱਡ ਦਿੰਦੇ ਹਾਂ। ਬੇਸ਼ੱਕ ਇਹ ਨਹੀਂ ਕਿ ਅਗਲਾ ਉਹ ਵੇਖਿਆ ਨਾ ਬਿੱਛੂ, ਕਹਿੰਦੇ ਸੰਤ ਕੋਈ ਫੜਿਆ ਸੀ ਬਿੱਛੂ, ਜੋ ਡੰਗ ਮਾਰਦਾ ਸੀ, ਹੱਥ ਕੰਬ ਜਾਂਦਾ, ਬਿੱਛੂ ਡਿੱਗ ਜਾਂਦਾ ਨਹਿਰ ਚ, ਉਹ ਫੇਰ ਚੁੱਕਦੇ, ਫਿਰ ਬਿੱਛੂ ਡੰਗ ਮਾਰਦਾ, ਫਿਰ ਹੱਥ ਕੰਬਦਾ। ਕਿੰਨੀ ਵਾਰੀ ਹੋਇਆ। ਤੇ ਲਾਗੇ ਕੋਈ ਬੈਠੇ ਸੀ, ਉਹ ਕਹਿੰਦੇ ਕਿ ਮਹਾਰਾਜ ਛੱਡੋ ਖੜਾ ਇਹਨੂੰ ਡੁੱਬਣ ਤੋਂ। ਪਰ ਉਹ ਕਹਿੰਦੇ ਕਿ ਛੋਟਾ ਜਿਹਾ ਜਾਨਵਰ ਆ, ਇੱਕ ਕੀੜਾ, ਇਹ ਆਪਣਾ ਸੁਭਾਅ ਹੀ ਛੱਡਣ ਦਿਆ। ਤੇ ਮੈਂ ਆਪਣਾ ਉਹਦੇ ਤੇ ਉਹ ਇਹ ਨਹੀਂ ਕਿ ਜ਼ਬਰਦਸਤੀ ਕਰ ਰਹੇ ਸੀ, ਉਹ ਸੁਭਾਅ ਹੀ ਉਹਨਾਂ ਦਾ ਸਹੀ ਏਦਾਂ ਦਾ ਕਿ ਉਹਨੇ ਇਹ ਚੀਜ਼ ਵੇਖਣੀ ਨਹੀਂ ਹੈ ਬੰਦੇ ਨੇ ਕਿ ਇਹ ਬੰਦਾ ਅਗਲਾ ਕੀ ਕਰਦਾ ਪਿਆ। ਬਸ ਉਹ ਆਪਣੀ ਸ਼ਾਂਤੀ ਚ ਬੈਠਾ ਆਪਣਾ ਕਰਮ ਕਰਦਾ। ਉਹ ਕਹਿੰਦੇ ਬਾਣੀ ਤੇ ਕਹਿੰਦੇ ਕਿ ਕੋਈ ਭਲਾ ਕਹੇ ਕੋਈ ਬੁਰਾ ਕਹੇ, ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਪਤਾ ਮੈਂ ਭਲਾ ਜਾਂ ਮੈਂ ਬੁਰਾ ਵਾਂ, ਮੈਨੂੰ ਕਿਸੇ ਦੀ ਸਟੇਟਮੈਂਟ ਦੀ ਲੋੜ ਨਹੀਂ ਆ। ਇਹ ਜਿਹੜਾ ਸੰਸਾਰਿਕ ਬੰਦਾ ਨਾ, ਇਹ ਤੇ ਲੋਕਾਂ ਦੀ ਸਟੇਟਮੈਂਟ ਭਾਲਦਾ। ਦਾਨ ਵੀ ਇਸ ਕਰਕੇ ਕਰਦਾ ਲੋਕੀ ਕਹਿਣ ਕਿ ਵੀ ਦਾਨੀ ਬਹੁਤ ਵੱਡਾ ਵਾ। ਕਿਉਂਕਿ ਨਿਜਰ ਸਾਹਿਬ ਇਹ ਬੱਚਿਆਂ ਕੋਲ ਸਰਟੀਫਿਕੇਟ ਲੈਂਦਾ ਹੈ, ਤੇ ਜਿਹੜੇ ਸੰਤ ਹੁੰਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੈਂ ਕੀ ਕਰਦਾ। ਉਹ ਤੇ ਗੁੰਮਨਾਮ ਜੀਵਨ ਬਤੀਤ ਕਰਦੇ ਆ। ਗੁੰਮਨਾਮ ਦਾ ਮਤਲਬ ਇਹ ਆ ਕਿ ਉਹ ਜੇਕਰ ਕੋਈ ਸੰਤ ਹੈਗਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਬੰਦੇ ਦੇ ਪੱਲੇ ਕੁਛ ਹੈਗਾ, ਕਿਉਂਕਿ ਉਸ ਬੰਦੇ ਦੀਆਂ ਗੱਲਾਂ ਚੋਂ, ਉਸ ਬੰਦੇ ਦੇ ਜੀਵਨ ਤੋਂ ਤੁਹਾਨੂੰ ਮਹਿਕ ਆਉਣੀ ਹੈ। ਕਿਉਂਕਿ ਗੁਲਾਬ ਦੇ ਫੁੱਲ ਵਰਗਾ ਜੀਵਨ ਹੋ ਜਾਣਾ ਵਾ। ਤੁਹਾਡੇ ਵੀ ਜੀਵਨ ਚ ਜੇਕਰ ਗਤੀ ਹੋ ਰਹੀ ਹੈ ਨਾ, ਤੁਹਾਡੇ ਕਰੀਬੀ ਮਹਿਸੂਸ ਕਰਨਗੇ ਔਰ ਤੁਹਾਨੂੰ ਦੱਸਣਗੇ ਕਿ ਤੂੰ ਬੰਦਾ ਸੇਮ ਨਹੀਂ ਹੈਗਾ, ਕੁਛ ਬਦਲ ਗਿਆ ਤੇਰੇ ਵਿੱਚੋਂ। ਕੁਛ ਗੱਲਾਂ ਮੈਂ ਵੇਖ ਰਿਹਾ, ਨੋਟਿਸ ਕਰਨਗੇ ਆਂਢ ਗੁਆਂਢ ਵਾਲੇ, ਉਹਨਾਂ ਹੈਰਾਨ ਹੋਣਾ ਯੂ ਆਰ ਨਾਟ ਅ ਸੇਮ ਪਰਸਨ। ਕੁਛ ਬਦਲ ਗਿਆ ਤੇਰੇ ਅੰਦਰੋਂ, ਤੇਰੀ ਗੱਲ ਕਰਨ ਦੇ ਤਰੀਕੇ ਚ ਬਦਲਿਆ, ਜਾਂ ਤੇਰੇ ਜੀਵਨ ਦੇ ਵਿੱਚ ਕੋਈ ਚੀਜ਼ਾਂ ਬਦਲ ਗਈਆਂ ਨੇ, ਤੂੰ ਉਹ ਸੇਮ ਬੰਦਾ ਨਹੀਂ ਹੈਗਾ। ਤੁਹਾਨੂੰ ਕਹਿਣਗੇ ਤੁਹਾਡਾ ਆਲਾ ਦੁਆਲਾ ਦੱਸੂਗਾ ਤਾਂ ਇਹ ਬਾਣੀ ਕਿਸੇ ਕਰਕੇ ਦੱਸਿਆ। ਹਾਂਜੀ ਨਿਜਰ ਸਾਹਿਬ, ਲੋਕਾਂ ਨੂੰ ਪਤਾ ਲੱਗ ਜਾਣਾ। ਬਿਲਕੁਲ ਪਤਾ ਲੱਗਦਾ ਹੈ ਗੋਰਖੀ ਸਾਹਿਬ, ਬਿਲਕੁਲ ਪਤਾ ਲੱਗਦਾ ਹੈ। ਦੇਖੋ ਜੀਵਨ ਜਿਹੜਾ ਲੋਕਾਂ ਨੇ ਰੌਲਾ ਪਾ ਦੇਣਾ ਵਾ, ਲੋਕਾਂ ਨੇ ਰੌਲਾ ਪਾ ਦੇਣਾ ਵਾ ਇਹ ਬੰਦਾ ਤੇ ਹੋ ਰਿਹਾ। ਬਿਲਕੁਲ ਸਹੀ ਗੱਲ ਹੈ, ਇਹ ਸੇਮ ਪਰਸਨ ਨਹੀਂ ਹੈਗਾ। ਤੁਹਾਡੇ ਘਰਦਿਆਂ ਨੇ, ਤੁਹਾਡੇ ਹਸਬੈਂਡ ਨੇ ਦੱਸ ਦੇਣਾ, ਤੁਹਾਡੀ ਵਾਈਫ ਨੇ ਦੱਸ ਦੇਣਾ ਤੂੰ ਸੇਮ ਨਹੀਂ ਹੈਗਾ, ਪਤਾ ਨੀ ਕੀ ਹੋ ਗਿਆ ਪਰ ਤੂੰ ਬਦਲ ਗਿਆ। ਕੁਛ ਇਹ ਨਹੀਂ ਮੈਂ ਵੇਖਿਆ ਤੇਰਾ ਰੂਪ। ਹਾਂਜੀ ਨਿਜਰ। ਹੁਣ ਜਿਹੜਾ ਸਾਧੂਆਂ ਦੇ ਬਾਰੇ ਮਹਾਰਾਜ ਦੱਸ ਰਹੇ ਵੀ ਸਾਧਨਾ ਕਰਨ ਵਾਲੇ ਦੇ ਕੋਲ ਕੀ ਹਥਿਆਰ ਹੁੰਦੇ ਆ, ਉਹ ਕਿਸ ਤਰੀਕੇ ਦੇ ਨਾਲ ਸੰਸਾਰ ਨੂੰ ਜਿੱਤ ਲੈਂਦਾ ਹੈ ਭਾਈ। ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ ਸਾਧਨਾ ਕਰਨ ਵਾਲਾ।
ਕੀ ਉਹਦੇ ਕੋਲ ਕਿਹੜੀ ਸੈਨਾ ਹੁੰਦੀ ਹੈ, ਉਹਦੇ ਕੋਲ ਕਿਹੜੇ ਉਹਦੇ ਕੋਲ ਤਲਵਾਰ ਹੁੰਦੀ ਹੈ, ਔਰ ਕਿਹੜੇ ਉਹਦੇ ਕੋਲ ਜਿਹੜਾ ਹੈਗਾ ਉਹ ਜਿਹੜਾ ਢਾਲ ਹੁੰਦੀ ਆ, ਕਿਹੜੀ ਚੀਜ਼ ਹੈ ਉਹਦੇ ਕੋਲ, ਕਿਹੜੇ ਘੋੜਿਆਂ ਦੇ ਉੱਤੇ ਸਵਾਰੀ ਕਰਦੇ ਆ, ਕਿਹੜੇ ਰੱਥਾਂ ਤੇ ਸਵਾਰੀ ਕਰਦਾ ਹੈ, ਕਿਹੜੇ ਹਾਥੀਆਂ ਤੇ ਸਵਾਰੀ ਕਰਦਾ ਹੈ ਉਹ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹ ਤਨੇ ਨਿਮਰਤਾ। ਕਹਿੰਦੇ ਸਾਧ ਜਿਹੜੇ ਸਾਧਨਾ ਕਰਨ ਵਾਲੇ ਹੁੰਦੇ ਆ, ਸੈਨਾ ਸਾਧ ਸਮੂਹ, ਕਹਿੰਦੇ ਸੂਰਮੇ ਹੁੰਦੇ ਆ ਭਾਈ, ਉਹਨਾਂ ਕੋਲ ਪੂਰੀ ਸੈਨਾ ਆ। ਇਹ ਧਿਆਨ ਸਿਮਰਨ ਸੈਨਾ ਸਾਧ ਸਮੂਹ ਸੂਰ, ਕਹਿੰਦੇ ਸੂਰਵੀਰ ਆ ਬਹੁਤ। ਅਜਿਤੰ, ਕਹਿੰਦੇ ਉਹਨਾਂ ਨੂੰ ਨਹੀਂ ਜਿੱਤ ਸਕਦਾ ਕੋਈ। ਧਿਆਨ ਸਿਮਰਨ ਕਰਨ ਵਾਲਿਆਂ ਨੂੰ ਕੋਈ ਜਿੱਤ ਨਹੀਂ ਸਕਦਾ, ਹਰਾ ਨਹੀਂ ਸਕਦਾ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹ ਤਨੇ ਨਿਮਰਤਾ। ਉਹਨਾਂ ਦੇ ਕੋਲ ਸਨਾਹ ਕਿਹੜੀ ਆ? ਬੁਲੇਟ ਪ੍ਰੂਫ ਕਿਹੜਾ ਹੈ ਉਹਨਾਂ ਕੋਲ, ਜਿਹਦੇ ਤੇ ਕੋਈ ਵਾਰ ਹੀ ਨਹੀਂ ਪੈਂਦਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣਾਂ ਦਾ, ਮਾਇਆ ਦਾ ਕੋਈ ਵਾਰ ਨਹੀਂ ਪੈ ਰਿਹਾ, ਨਿੰਦਾ ਦਾ, ਚੁਗਲੀ ਦਾ, ਈਰਖਾ ਦਾ ਕੋਈ ਵਾਰ ਨਹੀਂ ਹੋ ਰਿਹਾ। ਕਹਿੰਦੇ ਉਹਨਾਂ ਕੋਲ ਸਨਾਹ ਜਿਹੜੀ ਹੈਗੀ ਨਿਮਰਤਾ ਦੀ ਹੈ, ਗਰੀਬੀ ਦੀ ਹੈਗੀ, ਹੰਬਲਨੈਸ ਦੀ ਸਨਾਹ ਹੈਗੀ ਉਹਦੇ ਕੋਲ। ਇਹਦੇ ਤੇ ਕੋਈ ਵਾਰ ਨਹੀਂ ਹੁੰਦਾ। ਜੇ ਦੇਖ ਲਓ ਕਿ ਕਿੰਨਾ ਮਰਜ਼ੀ ਜਿਹੜਾ ਹੈਗਾ ਭਾਂਬੜ ਮਚਿਆ ਹੋਏ, ਲੜਾਈ ਝਗੜਾ ਹੋਏ, ਨਿਮਰਤਾ ਕਰ ਲਓ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਨੀਵਾਂ ਕਰ ਲਓ, ਉਸੇ ਟਾਈਮ ਖਤਮ ਹੋ ਜਾਏਗੀ। ਉਹਨਾਂ ਦੇ ਕੋਲ ਸਨਾਹ ਹੁੰਦੀ ਹੈ ਭਾਈ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨੇ ਨਿਮਰਤਾ। ਆਪਦਾ ਗੁਣ ਗੋਬਿੰਦ ਰਮਣੰ। ਕਹਿੰਦੇ ਸ਼ਸਤਰ ਕਿਹੜਾ ਉਹਨਾਂ ਦੇ ਕੋਲ? ਕਹਿੰਦੇ ਪਰਮਾਤਮਾ ਦਾ ਧਿਆਨ ਸਿਮਰਨ ਸ਼ਸਤਰ ਆ ਉਹਨਾਂ ਦੇ। ਗੋਬਿੰਦ ਦੇ ਗੁਣਾਂ ਦੇ ਵਿੱਚ ਰਮਣ ਕਰਨਾ, ਧਿਆਨ ਸਿਮਰਨ ਕਰਨਾ ਪਿਆਰ ਦੇ ਨਾਲ, ਮਸਤੀ ਦੇ ਨਾਲ। ਆਪਦਾ ਕਹਿੰਦੇ ਸ਼ਸਤਰ ਗੁਣ ਗੋਬਿੰਦ ਰਮਣੰ। ਓਟ ਗੁਰ ਸ਼ਬਦ ਕਰ ਚਰਮਣੈ। ਹੱਥ ਦੇ ਵਿੱਚ ਕਿਹੜਾ ਆ ਉਹਨਾਂ ਦੇ ਕੋਲ? ਜਿਹੜਾ ਢਾਲ, ਚੰਮ ਦੀ ਢਾਲ ਹੁੰਦੀ ਸੀ ਪਹਿਲਾਂ, ਜਿਹੜਾ ਉਸ ਤੇ ਤਲਵਾਰ ਮਾਰੋ ਤੇ ਕੁਛ ਨਹੀਂ ਹੁੰਦਾ ਸੀ ਉਹਨੂੰ ਢਾਲ ਨੂੰ। ਕਹਿੰਦੇ ਉਹਨਾਂ ਦੇ ਗੁਰੂ ਸ਼ਬਦ ਦੀ ਢਾਲ ਆ ਉਹਨਾਂ ਦੇ ਕੋਲ। ਉਹਦੇ ਨਾਲ ਸਾਰੇ ਵਾਰ ਰੋਕ ਲੈਂਦੇ ਆ, ਕਾਮ ਕ੍ਰੋਧ ਦੇ ਵਾਰ ਸਾਰੇ ਦੇ ਸਾਰੇ ਸ਼ਬਦ ਅਭਿਆਸ ਦੇ ਨਾਲ ਰੋਕ ਲੈਂਦੇ ਆ ਸਾਰੇ ਦੇ ਸਾਰੇ ਵਾਰ। ਆਰੂੜ ਤੇ ਅਸਵ ਰਥ ਨਾਗਾ ਹੈ। ਨਾਗਾ ਮਤਲਬ ਨਾਗ ਨਹੀਂ, ਨਾਗਾ ਮਤਲਬ ਹਾਥੀ। ਆਰੂੜ ਤੇ ਮਤਲਬ ਸਵਾਰ ਹੁੰਦੇ ਆ ਉਹ। ਅਸਵ ਕਹਿੰਦੇ ਆ ਘੋੜਾ, ਰੱਥ ਦੇ ਉੱਤੇ, ਹਾਥੀਆਂ ਦੇ ਉੱਤੇ। ਕੌਣ? ਬੁਝੰਤੇ ਪ੍ਰਭ ਮਾਰਗ ਹੈ, ਜਿਹੜੇ ਪਰਮਾਤਮਾ ਦਾ ਰਸਤਾ ਬੁੱਝ ਲੈਂਦੇ ਆ, ਸਮਝ ਲੈਂਦੇ ਆ। ਧਿਆਨ ਸਿਮਰਨ ਪਰਮਾਤਮਾ ਨੂੰ ਮਿਲਣ ਦਾ, ਅੰਦਰ ਆਤਮਾ ਨੂੰ ਮਿਲਣ ਦਾ, ਆਤਮਾ ਦੇ ਵਿੱਚ ਜਾਣ ਦਾ, ਤੇ ਇਹ ਜਿਹੜਾ ਸ਼ਬਦ ਸੁਰਤ ਦੀ ਖੇਡ ਜਿਹੜੇ ਸਮਝ ਲੈਂਦੇ ਆ, ਆਪਣੇ ਅੰਦਰ ਵੜਨਾ ਸਿੱਖ ਲੈਂਦੇ ਆ, ਉਹ ਫਿਰ ਕੀ ਕਰਦੇ ਆ? ਵਿਚਰਤੇ ਨਿਰਭਯੰ ਸ਼ਤਰੂ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ। ਕਹਿੰਦੇ ਗੋਪਾਲ ਦਾ ਜਿਹੜਾ ਕੀਰਤਨ ਕਰਦੇ, ਜਿਨ੍ਹਾਂ ਦੇ ਅੰਦਰ ਜਿਹੜਾ ਹੈ ਮਾਲਕ ਪ੍ਰਗਟ ਹੋ ਜਾਂਦਾ ਆ, ਉਹ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਜੋ ਕਾਮ ਤੇਰੇ। ਕਲਯੁਗ ਮੈਂ ਕੀਰਤਨ ਪ੍ਰਧਾਨਾ। ਕਿਹੜਾ? ਗੁਰਮੁਖ ਜਪੀਏ ਲਾਏ ਧਿਆਨਾ। ਕਹਿੰਦੇ ਉਹ ਤਾਂ ਫਿਰ ਵਿਚਰਤੇ ਨਿਰਭਯੰ, ਨਿਰਭੈ ਹੋ ਕੇ ਵਿਚਰਦੇ ਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੁਨੀਆ ਦੇ ਚੋਗਾ ਰੂਪ ਰੰਗ, ਹੋਰ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਖਿਲਾਰਿਆ ਹੈ, ਪਰਾਇਆ ਤਨ, ਪਰਾਇਆ ਧਨ, ਪਰਾਇਆ ਰੂਪ, ਇਹ ਸਾਰਾ ਜਿਹੜਾ ਹੈਗਾ ਇਹਦੇ ਵਿੱਚ ਨਿਰਭੈ ਹੋ ਕੇ ਜਿਹੜੇ ਹੈਗੇ ਵਿਚਰਦੇ ਆ ਭਾਈ। ਵਿਚਰਤੇ ਨਿਰਭਯੰ ਸ਼ਤਰੂ ਸੈਨਾ ਤਾਯੰਤੇ ਗੋਪਾਲ ਕੀਰਤਨੇ। ਕਹਿੰਦੇ ਉਹ ਤਾਂ ਬਿਲਕੁਲ ਪੂਰੀ ਤਰ੍ਹਾਂ ਫ੍ਰੀ ਜਿਹੜੇ ਹੈਗੇ ਇਸ ਸ਼ਤਰੂ ਦੀ ਸੈਨਾ ਦੇ ਵਿੱਚ ਜਿਹੜੇ ਹੈਗੇ ਇੱਧਰੋਂ ਉੱਧਰ, ਉੱਧਰੋਂ ਇੱਧਰ ਜਾਂਦੇ ਆ। ਫਿਰ ਕੀ ਕਰਦੇ ਆ ਉਹ? ਜਿੱਤਤੇ ਵਿਸ਼ਵ ਸੰਸਾਰ ਹੈ। ਕਹਿੰਦੇ ਸਾਰੇ ਸੰਸਾਰ ਨੂੰ ਹੀ ਜਿੱਤ ਲੈਂਦੇ ਆ ਉਹ। ਇਹ ਜਿਹੜੀ ਪ੍ਰਕਿਰਤੀ ਹੈ ਉਹਨੂੰ ਜਿੱਤ ਲੈਂਦੇ ਆ। ਜਿੱਤਤੇ ਵਿਸ਼ਵ ਸੰਸਾਰ ਹੈ, ਮਨ ਜੀਤੈ ਜਗ ਜੀਤ। ਜਿੱਤਤੇ ਵਿਸ਼ਵ ਸੰਸਾਰ ਹੈ ਨਾਨਕ। ਕੌਣ? ਵਸਿਅੰ ਕਰੋਤ ਪੰਚ ਤਸਕਰ ਹੈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤਸਕਰਾਂ ਨੂੰ ਵਸ ਚ ਕਰ ਲੈਂਦੇ ਆ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਬਸ ਇਹੋ ਕਹਿ ਗਿਆ ਕਿ ਜਦੋਂ ਭਗਤੀ ਕਰਦਾ ਹੈ ਬੰਦਾ, ਫਿਰ ਉਹ ਆਪਣੇ ਮਨ ਨੂੰ ਜਿੱਤ ਲੈਂਦਾ। ਤੇ ਮਨ ਨੂੰ ਜਿੱਤ ਲਿਆ ਤੇ ਮਨ ਜੀਤੇ ਜਗ ਜੀਤ ਆ। ਫਿਰ ਬਾਕੀ ਤੇ ਹੀ ਕੁਛ ਨਹੀਂ ਕਿਹਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੀ ਇੰਦਰੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਤਾਂ ਮੁੱਖੀ ਆਪਾਂ ਜਿੱਤ ਲਿਆ ਤੇ ਬਾਕੀ ਤੇ ਉਹ ਸਾਰਾ ਉਹਦੇ ਨਾਲ ਹੀ ਆ। ਪਰ ਜਦੋਂ ਮਨ ਜਿੱਤਿਆ ਗਿਆ ਫਿਰ ਤੁਹਾਡੀ
ਮੈਂ ਕਿਹਾ ਵੀ ਤੁਸੀਂ ਸ਼ਸਤਰ ਵੀ ਤਾਂ ਦੱਸੋ ਨਾ, ਹੁਣ ਕਿਹੜੇ ਸ਼ਸਤਰਾਂ ਦੇ ਨਾਲ ਮਨ ਜਿੱਤਿਆ ਆ? ਤੁਸੀਂ ਵਿਆਖਿਆ ਦੁਬਾਰਾ ਬੋਲੋ ਤੋ ਕੰਮ ਵਿਆਖਿਆ ਕਰਦੇ। ਪਹਿਲਾਂ ਤਾਂ ਨਿਮਰਤਾ ਹੈਗੀ ਗੋਰਖੀ ਸਾਹਿਬ, ਪਹਿਲਾ ਸ਼ਸਤਰ ਨਿਮਰਤਾ ਜਿਹੜੀ ਹੈਗੀ ਉਹ ਆਪਣੀ ਸਨਾਹ ਹੈਗੀ, ਕਵਚ। ਨਿਮਰਤਾ ਸੈਨਾ ਸਾਧ ਸਮੂਹ, ਨਿਮਰਤਾ ਦੇ ਬਾਰੇ ਮੈਂ ਬੋਲਦਾ। ਹਾਂਜੀ ਬਿਲਕੁਲ। ਪਹਿਲਾਂ ਨਿਮਰਤਾ ਹੈਗੀ, ਫਿਰ ਜਿਹੜਾ ਹੈਗਾ ਪਰਮਾਤਮਾ ਦੇ ਗੁਣ ਗਾਉਣੇ ਜਿਹੜੇ ਹੈਗੇ, ਧਿਆਨ ਸਿਮਰਨ ਗੁਰ ਸ਼ਬਦ ਜਿਹੜਾ ਹੈਗਾ, ਇਹ ਹੱਥ ਦੇ ਵਿੱਚ ਜਿਹੜਾ ਹੈਗਾ ਉਹ ਹੈਗੀ ਆਪਣੀ ਢਾਲ ਹੈਗੀ ਆ। ਔਰ ਜਿਹੜੇ ਹੈਗੇ ਉਹ ਸਮਝ ਲਓ ਵੀ ਹਾਥੀ ਘੋੜੇ ਸਾਰੇ ਆ ਗਏ ਜਿਨ੍ਹਾਂ ਨੇ ਪਰਮੇਸ਼ਰ ਦਾ ਇਹ ਧਿਆਨ ਸਿਮਰਨ ਵਾਲਾ ਰਸਤਾ ਜਿਹੜਾ ਹੈਗਾ, ਜਿਨ੍ਹਾਂ ਨੂੰ ਪਤਾ ਲੱਗ ਗਿਆ ਇਹ ਧਿਆਨ ਸਿਮਰਨ ਮਾਲਕ ਪਰਮਾਤਮਾ ਵੱਲ ਨੂੰ, ਆਤਮਾ ਵੱਲ ਨੂੰ ਜਾਂਦਾ ਹੈ, ਜਿਹੜੇ ਆਹ ਰਸਤਾ ਲੱਭ ਗਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਨਿੱਜਰ ਸਾਹਿਬ। ਇੱਕ ਤੇ ਹੁੰਦਾ ਨਾ ਸਧਾਰਨ ਤੌਰ ਤੇ ਨਿੱਜਰ ਸਾਹਿਬ, ਆਪਾਂ ਕਿਸੇ ਨਾਲ ਨਿਮਰਤਾ ਦਾ ਵਿਵਹਾਰ ਕਰਦੇ ਹਾਂ, ਪਤਾ ਵਾ ਇਕਨੋਮਿਕਲੀ ਮੈਂ ਸਟਰੋਂਗ ਨਹੀਂ ਆ, ਮੈਂ ਕੰਮ ਨਹੀਂ ਕਰਦਾ, ਡੇਟੇ ਡਿਪੈਂਡੈਂਟ ਆ, ਮੈਂ ਨਿਮਰਤਾ ਦੇ ਨਾਲ ਰਹਿਣਾ ਕਿਉਂਕਿ ਜੇ ਮੇਰੇ ਕੋਲ ਪੈਸੇ ਨਹੀਂ ਹੈ, ਉਹ ਮਜਬੂਰੀ ਹੈਗੀ। ਪਰ ਇਹ ਮਜਬੂਰੀ ਹੈ, ਉਹ ਨਿਮਰਤਾ ਨਹੀਂ ਕਹਿ ਸਕਦੇ ਆਪਾਂ। ਕੋਈ ਸਾਹਮਣੇ ਬਦਤਮੀਜ਼ ਹੈਗਾ, ਘਰੇ ਹੀ ਆ, ਤੇ ਉਹ ਫਾਲਤੂ ਬੋਲਦਾ ਪਿਆ, ਮੈਂ ਚੁੱਪ ਹੋ ਗਿਆ, ਉਹ ਨਿਮਰਤਾ ਨਹੀਂ ਹੈਗੀ, ਮਜਬੂਰੀ ਹੈ ਕਿ ਹਾਂ ਬਈ ਇਹ ਮੂੰਹ ਜੋੜ ਹੈਗਾ, ਕੀ ਇਹਦੇ ਨਾਲ ਮੂੰਹ ਲਾਉਣਾ। ਹਾਂ, ਉਹ ਗਧੇ ਨੂੰ ਦੁੱਖ ਪਹੁੰਚਦਾ। ਜੇ ਆਪਣਾ ਕੋਈ ਸਵਾਰਥ ਹੈ ਗੁਰਕੀ ਸਾਹਿਬ, ਤੇ ਗਧੇ ਨੂੰ ਪਿਓ ਬਣਾਉਣ ਵਾਲੀ ਗੱਲ ਆ ਉਹ। ਹਾਂ, ਉਹ ਮਜਬੂਰੀ ਹੈ, ਉਹ ਕਿ ਜਸਟ ਕੰਪਰੋਮਾਈਜ਼ ਕਹਿ ਲਓ ਨਾ, ਕੰਪਰੋਮਾਈਜ਼। ਇਹ ਨਿਮਰਤਾ ਦੀ ਗੱਲ ਕਰਦੇ ਆ। ਨਿਮਰਤਾ ਦਾ ਮਤਲਬ ਕਿ ਝੁਕਣ ਦੀ ਲੋੜ ਨਹੀਂ, ਪੈਣ ਦੀ, ਕੁਛ ਕਰਨ ਦੀ ਲੋੜ ਨਹੀਂ, ਅੰਦਰੋਂ ਇੰਨੀ ਜ਼ਿਆਦਾ ਨਿਮਰਤਾ ਵਾ ਕਿ ਜਾਣ ਕੇ ਵੀ ਉਹ ਚੀਜ਼ ਦੇ ਅੰਦਰ ਤੁਹਾਡੇ ਦਾ ਤਰੰਗ ਨਹੀਂ ਪੈਦਾ ਹੋ ਰਹੀ। ਸਾਹਮਣੇ ਬੰਦਾ ਘੰਟੇ ਤੋਂ ਮੂੰਹ ਖੋਲ ਕੇ ਬੋਲ ਰਿਹਾ ਹੈ, ਪਰ ਤੁਹਾਡੇ ਦਿਲ 'ਚ ਇੱਕ ਤਰੰਗ ਨਹੀਂ ਪੈਦਾ ਹੋ ਰਹੀ। ਆਪ ਜਸਟ ਸੋਚੋ ਕਿੰਨੀ ਉੱਚੀ ਅਵਸਥਾ ਹੋਊਗੀ। ਇੱਕ ਬੰਦਾ ਤੁਹਾਡੇ ਨਾਲ ਬੁਰਾ ਵਿਵਹਾਰ ਕਰ ਰਿਹਾ ਔਰ ਤੁਹਾਡੇ ਨਾਲ ਤਰੰਗ ਨਹੀਂ ਪੈਦਾ ਹੋ ਰਹੀ, ਤੁਸੀਂ ਇਹ ਨਹੀਂ ਕਿ ਆਪਣੇ ਆਪ ਨੂੰ ਰੋਕ ਰਹੇ ਜੋ ਗੁੱਸਾ ਨਹੀਂ ਕਰਨਾ, ਮੈਂ ਨਹੀਂ ਕਰਨਾ, ਮੈਂ ਨਿਮਰਤਾ 'ਚ ਰਹਿਣਾ। ਨਿਮਰਤਾ ਦਾ ਮਤਲਬ ਕਿ ਤੁਸੀਂ ਇੱਕ ਤੂਫਾਨ ਆ ਗਿਆ, ਤੁਸੀਂ ਖਲੋਤੇ ਬਹਿ ਜਾਓ, ਜਸਟ ਸੋਚੋ, ਕੋਈ ਰਿਐਕਸ਼ਨ ਨਹੀਂ ਅੰਦਰ। ਕਿੰਨੀ ਉੱਚੀ ਅਵਸਥਾ ਹੋਊਗੀ ਨਿੱਜਰ ਸਾਹਿਬ। ਇਹ ਨਿਮਰਤਾ ਤੁਹਾਡੇ ਅੰਦਰੋਂ ਆਈ ਹੈ ਕਿਉਂਕਿ ਇਹ ਗੁਣ ਸਾਰੇ ਪਰਮਾਤਮਾ ਦੇ ਗੁਣ ਆ। ਬਿਲਕੁਲ। ਨਿਰਭਉ, ਨਿਰਵੈਰ, ਇਹ ਕੌਣ ਆ? ਉਹ ਬੰਦਾ ਥੋੜੀ, ਉਹ ਪਰਮਾਤਮਾ। ਨਿਰਭਉ ਕੌਣ ਹੈ? ਪਰਮਾਤਮਾ। ਜਦੋਂ ਨਾਭੀ ਚੱਕਰ ਖੁੱਲ ਗਿਆ, ਧੁਨੀ ਦੇ ਲਾਗੇ ਤੁਹਾਡਾ ਪ੍ਰਕਾਸ਼ ਪਹੁੰਚਿਆ, ਤੁਸੀਂ ਆਪਣੀ ਗੱਲ ਰੱਖੋਗੇ ਅਗਲੇ ਦੇ ਸਾਹਮਣੇ, ਫੈਮਿਲੀ ਦੇ ਮੈਂਬਰ ਨਾਲ ਗੱਲ ਕਰੋਗੇ, ਬਈ ਗੁੱਸੇ 'ਚ ਨਹੀਂ, ਤੜੀ 'ਚ ਨਹੀਂ, ਪਿਆਰ ਨਾਲ ਦੱਸੋਗੇ ਵੀ ਆਹ ਸਹੀ ਨਹੀਂ ਹੈਗੀ ਤੇ ਸਾਨੂੰ ਦੁੱਖ ਲੱਗਦਾ, ਪਲੀਜ਼ ਏਦਾਂ ਨਾ ਕਰਿਆ ਕਰੋ। ਜਦ ਕਿ ਸਧਾਰਨ ਤੌਰ ਤੇ ਪਤਾ ਨਹੀਂ ਤੁਸੀਂ ਕਿੰਨੇ ਸਾਲਾਂ ਦਾ ਜੀਵਨ ਬਤੀਤ ਕਰ ਰਹੇ ਸੀ, ਪਰ ਤੁਸੀਂ ਹੁਣ ਨਹੀਂ ਕਰੋਗੇ। ਤੁਸੀਂ ਕਹੋਗੇ ਅਗਲੇ ਨੂੰ ਵੀ ਨਾਭੀ ਚੱਕਰ 'ਚ ਜਦੋਂ ਵੀ ਊਰਜਾ ਆ ਗਈ, ਤੁਹਾਡੇ ਅੰਦਰ ਸ਼ਕਤੀ ਆ ਜਾਣੀ ਹੈ, ਤੁਸੀਂ ਕਹਿ ਸਕਦੇ ਜੀ। ਅਗਲੇ ਨੂੰ ਦੱਸੋਗੇ ਵੀ ਏਦਾਂ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਮੁੜ ਕੇ ਮੈਨੂੰ ਪ੍ਰਭਾਵਿਤ ਕਰਦੀ, ਤੁਸੀਂ ਦੱਸੋਗੇ। ਇੱਥੇ ਜਿਹੜੀ ਨਿਮਰਤਾ ਦੀ ਗੱਲ ਕੀਤੀ ਗਈ, ਨਿਮਰਤਾ ਇੱਕ ਬੜਾ ਵੱਡਾ ਗੁਣ ਹੈ। ਨਿਮਰਤਾ ਦਾ ਮਤਲਬ ਇਹ ਨਹੀਂ ਕਿ ਜ਼ਬਰਦਸਤੀ ਆਪਣੇ ਆਪ ਨੂੰ ਨੀਵਾਂ ਕੀਤਾ, ਤੁਹਾਡੇ ਅੰਦਰ ਉਦਾਂ ਨਿਮਰਤਾ ਜਿੱਦਾਂ ਇੱਕ ਟੋਲੂ 'ਚ ਪਾਣੀ ਭਰਿਆ, ਉਹ ਆਵਾਜ਼ ਨਹੀਂ ਨਾ ਆਉਂਦੀ, ਭਰ ਗਏ ਤੁਸੀਂ, ਖਾਲੀ ਰੌਲਾ ਪਾਉਂਦਾ ਨਿੱਜਰ ਸਾਹਿਬ, ਉਹਦੇ 'ਚ ਥੋੜੀ ਨਿਮਰਤਾ ਹੁੰਦੀ ਹੈ। ਬਿਲਕੁਲ। ਜਿਹੜਾ ਨੱਕੋ ਆਨੰਦ ਦੇ ਨਾਲ ਭਰਿਆ ਪਿਆ, ਨੱਕੋ ਉਹ ਆਨੰਦ 'ਚੋਂ ਬਾਹਰ ਹੀ ਨਹੀਂ ਆਉਂਦਾ, ਨਾ ਅਗਲੇ ਦੀ ਗੱਲਾਂ ਤੁਹਾਡੇ ਕੋਲ ਪਹੁੰਚਣੀਆਂ, ਆ ਵੀ ਗਈਆਂ ਤੁਹਾਡੇ 'ਚ ਰੁਕਣੀਆਂ ਨਹੀਂ, ਕਿਉਂਕਿ ਤੁਹਾਡੇ 'ਚ ਹਉਮੈ ਨਹੀਂ ਹੈਗੀ। ਹਉਮੈ ਤੇ ਫੜਦੀ ਹੈ ਗੱਲ ਨੂੰ। ਇਹ ਜੀਵਨ ਜਿਹੜਾ ਏਦਾਂ ਦਾ ਬਣ ਜਾਣਾ ਵਾ, ਵਰਤਮਾਨ ਕਾਲ ਰੂਪੀ ਧਾਰਾ ਦੇ ਵਿੱਚ ਤੁਹਾਡੀ ਸੁਰਤੀ ਕਾਗਰ ਹੋ ਜਾਣੀ, ਤੁਸੀਂ ਕਿਸੇ ਚੀਜ਼ ਨੂੰ ਫੜ ਹੀ ਨਹੀਂ ਸਕਦੇ। ਹੁਣ ਤੁਹਾਡੇ ਕੋਲ ਚਿੱਤ ਨਹੀਂ ਹੈਗਾ, ਹੁਣ ਤੁਹਾਡੇ ਕੋਲ ਮਨ ਨਹੀਂ ਹੈਗਾ, ਸੁਰਤੀ ਕੀ ਹੈ? ਸੁਰਤੀ ਕੋਈ ਚੀਜ਼ ਟਿਕਣੀ ਨਹੀਂ। ਬਿਲਕੁਲ। ਤੁਸੀਂ ਥੋੜੀ ਜਾ ਸਕਦੇ ਜੋ, ਪਿਛਲੀਆਂ ਗੱਲਾਂ ਤੁਹਾਨੂੰ ਚੇਤੇ ਨਹੀਂ ਆਉਣੀਆਂ, ਆਹ ਕਰ ਸਕਦੇ ਜੋ, ਮੈਮਰੀ 'ਚ ਹੈਗੀਆਂ, ਪਰ ਤੁਸੀਂ ਜਾਣਾ ਹੀ ਨਹੀਂ। ਬਿਲਕੁਲ ਸ਼ੁੱਧ ਅਵਸਥਾ ਹੈ ਨਿੱਜਰ ਸਾਹਿਬ ਉਹ। ਤਾਂ ਤੇ ਸਾਚੀ ਚੇਤ ਆਨੰਦ ਕਿਹਾ, ਉਹਦੀ ਅਵਸਥਾ ਟੁੱਟਣੀ ਨਹੀਂ ਹੈ, ਉਹ ਤੇ ਬ੍ਰਹਮ ਅਵਸਥਾ ਹੈ, ਉਹ ਸ਼ੁੱਧ ਇੱਕ ਆਨੰਦ ਸਰੂਪ ਆ। ਉਹਦੇ ਵਿੱਚ ਕੋਈ ਕਾਰਨ ਨਹੀਂ ਆ, ਕੋਈ ਬਾਹਰੀ ਕੋਈ ਚੀਜ਼ ਨਹੀਂ ਆ, ਕੋਈ ਤੁਹਾਡੇ ਸੁੱਖ ਦਾ ਕਾਰਨ। ਉਹਦੇ ਵਿੱਚ ਤੁਹਾਡੀ ਇੱਕ ਬ੍ਰਹਮ ਦੇ ਨਾਲ ਉਹਦੀ ਦੋਸਤੀ ਹੋ ਗਈ ਹੈ, ਉਹ ਤੁਸੀਂ ਉਹਦਾ ਆਨੰਦ ਮਾਰ ਰਹੇ ਜੋ। ਉਹ ਆਨੰਦ ਕੀਰਤਨ ਆ, ਨਿਰਵਾਣ ਕੀਰਤਨ, ਉਹ ਖਤਮ ਨਹੀਂ ਹੋਣਾ। ਆਹ ਜਿਹੜੀ ਨਿਮਰਤਾ ਵੀ ਉਹਦਾ ਹੀ ਗੁਣ ਹੈ। ਇਹ ਤੁਹਾਡੇ 'ਚ ਪਹੁੰਚੀ ਹੋਈ ਜੀ, ਤੁਹਾਡੀ ਇਹ ਗੱਲ ਨੂੰ ਤਸਦੀਕ ਕਰਨਾ ਹੈ ਕਿ ਇਹ ਬੰਦਾ ਨਿਮਰ ਹੋ ਗਿਆ, ਦਾ ਮਤਲਬ ਕੀ ਹੈ? ਪਤਾ ਲੱਗਦਾ ਵਕਤ ਸਿਚੁਏਸ਼ਨ ਆ ਗਈ, ਫਿਰ ਨਿਮਰਤਾ ਨਾਲ ਆਪਣਾ ਸਮਾਂ ਕੱਢ ਰਿਹਾ, ਮਜਬੂਰੀ ਨਹੀਂ ਆ, ਉਦਾਂ ਹੀ ਅੰਦਰੋਂ ਦੀ ਆਵਾਜ਼ ਆ ਰਹੀ। ਹਾਂਜੀ ਨਿੱਜਰ ਸਾਹਿਬ। ਔਰ ਹਥਿਆਰ ਜਿਹੜਾ ਹੈਗਾ ਗੋਰਕੀ ਸਾਹਿਬ, ਉਹ ਸ਼ਬਦ ਅੰਦਰ ਪ੍ਰਗਟ ਹੋ ਗਿਆ ਉਹਦੇ। ਆਪਦੇ ਗੁਣ ਗੋਬਿੰਦੇ ਰਮਣੰ ਓਟ ਗੁਰ ਸ਼ਬਦ ਕਰ ਚਰਮਣੈ। ਕਰ ਕਹਿੰਦੇ ਹੱਥ ਦੇ ਵਿੱਚ, ਚਰਮਣੇ ਕਹਿੰਦੇ ਆ ਉਹ ਜਿਹੜਾ ਹੈਗਾ ਢਾਲ।
ਉਹਦੇ ਤੇ ਸਾਰਾ ਰੋਕ ਲੈਂਦੇ ਆ। ਉਹ ਆਪਦਾ ਉਹ ਸ਼ਸਤਰ ਆ ਉਹਨਾਂ ਦਾ, ਆਪਦਾ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣਾ। ਆਹ ਸ਼ਸਤਰ ਆ ਉਹਨਾਂ ਦੇ ਕੋਲ। ਔਰ ਜਿਹੜਾ ਹੈਗਾ ਉਹ ਸੈਨਾ ਉਹਨਾਂ ਦੀ ਕੀ ਹੈ? ਨਿਮਰਤਾ। ਨਿਮਰਤਾ ਆ ਗਈ ਕਿਸੇ ਦੇ ਅੰਦਰ ਨਾ, ਬਸ ਸੁਰਮਾ ਹੋ ਗਿਆ ਪੂਰਾ ਦਾ ਪੂਰਾ, ਸਾਰੀ ਸੈਨਾ ਆ ਗਈ ਉਹਦੇ ਕੋਲ। ਉਹਨੂੰ ਨਹੀਂ ਕੋਈ ਹਰਾ ਸਕਦਾ ਜਿਹਦੇ ਕੋਲ ਨਿਮਰਤਾ ਆ ਗਈ ਹੈ। ਆਪਦਾ ਗੁਣ ਗੋਬਿੰਦ ਰਮਣਾ ਰਮਣੰ ਓਟ ਗੁਰ ਸ਼ਬਦ ਕਰ ਚਰਮਣਾ। ਸ਼ਸਤਰ ਜਿਹੜਾ ਹੈਗਾ ਉਹ ਆ ਗਿਆ ਗੋਬਿੰਦ ਦੇ ਗੁਣਾਂ ਦੇ ਵਿੱਚ ਰਮਣ ਕਰਨਾ, ਔਰ ਓਟ ਲੈਣੀ ਆ ਉਹ ਜਿਹੜਾ ਹੈਗਾ ਜਿਹਦੇ ਤੇ ਵਾਰ ਰੋਕਣੇ ਆ, ਉਹ ਹੈਗਾ ਗੁਰੂ ਦਾ ਸ਼ਬਦ ਅੰਦਰ ਪ੍ਰਗਟ ਹੋ ਗਿਆ। ਆਰੂੜ ਤੇ ਅਸਵ ਰਥ ਨਾਗੈ ਬੁਝੰਤੇ ਪ੍ਰਭ ਮਾਰਗੈ। ਕਹਿੰਦੇ ਉਹ ਤਾਂ ਪਾਏ ਇੰਨੇ, ਕਿਉਂਕਿ ਪਹਿਲਾਂ ਜ਼ਮਾਨੇ ਦੇ ਵਿੱਚ ਜਦ ਜਿਹੜੀ ਹੈ ਫੌਜ ਲੜਾਈ ਕਰਦੀ ਸੀ, ਹਾਥੀ ਹੁੰਦੇ ਸੀ, ਘੋੜੇ ਹੁੰਦੇ ਸੀ, ਰੱਥ ਹੁੰਦੇ ਸੀ, ਕਹਿੰਦੇ ਉਹ ਸਾਰੇ ਜਿਹੜੇ ਹੈਗੇ ਭਾਈ ਪੂਰਾ ਉਹਨਾਂ ਦੇ ਕੋਲ ਤਾਂ ਪੂਰੀ ਫੋਰਸ ਹੈਗੀ ਆ ਜਿਨ੍ਹਾਂ ਨੇ ਪਰਮਾਤਮਾ ਦਾ ਮਾਰਗ ਬੁੱਝ ਲਿਆ ਭਾਈ। ਧਿਆਨ ਸਿਮਰਨ ਵਾਲੇ ਗੱਲ ਜਿਹੜੇ ਅੰਦਰ ਜਿਹੜਾ ਪ੍ਰੇਮਾ ਭਗਤੀ ਕਰਨ ਲੱਗ ਪਏ ਆ। ਵਿਚਰਤੇ ਨਿਰਪਯੰ ਸ਼ਤਰੂ ਸੈਨਾ ਤਾਯੰਤੇ ਗੋਪਾਲ ਕੀਰਤਨ। ਕਹਿੰਦੇ ਉਹ ਫਿਰ ਨਿਰਭੈ ਹੋ ਕੇ ਸ਼ਤਰੂ ਸੈਨਾ ਦੇ ਵਿੱਚ ਜਿਹੜੇ ਹੈਗੇ ਵਿਚਰਦੇ ਆ, ਉਹਨਾਂ ਨੂੰ ਕੋਈ ਜਿਹੜਾ ਹੈਗਾ ਵਾਰ ਨਹੀਂ ਕਰ ਪਾਉਂਦਾ। ਉਹ ਜਿਹੜੇ ਗੋਪਾਲ ਦਾ ਪਰਮਾਤਮਾ ਦਾ ਕੀਰਤਨ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਤੇ ਆਖਰੀ ਚ ਕਹਿ ਰਹੇ ਜਿੱਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸਿਆ ਕਰੋਤ ਪੰਚ ਤਰਸ ਕਰੈ। ਔਰ ਸਾਰੇ ਵਿਸ਼ਵ ਸੰਸਾਰ ਨੂੰ ਜਿਹੜਾ ਹੈਗਾ ਜੱਗ ਨੂੰ ਜਿੱਤ ਲੈਂਦੇ ਆ। ਤੇ ਕੌਣ? ਜਿਹੜੇ ਜਿਨ੍ਹਾਂ ਦੇ ਪੰਜ ਤਸਕਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਆਪੋਜ਼ਿਟ ਟੀਮ ਹੈ। ਕਹਿੰਦੇ ਇਹਨੂੰ ਆਪੋਜ਼ਿਟ ਟੀਮ ਨੂੰ ਜਿਨ੍ਹਾਂ ਨੇ ਹਰਾਤਾ, ਉਹਨਾਂ ਨੇ ਸਾਰੀ ਪ੍ਰਕਿਰਤੀ ਨੂੰ ਜਿੱਤ ਲਿਆ। ਉਹ ਫਿਰ ਪ੍ਰਕਿਰਤੀ ਦੀ ਪਕੜ ਚੋਂ ਬਾਹਰ ਹੋ ਗਏ ਭਾਈ, ਬੂੰਦ ਸਾਗਰ ਦੇ ਵਿੱਚ ਆ ਜਾਂਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਜਿਹੜੇ ਔਗਣ ਹੈ ਨਾ, ਜਿਹੜੇ ਆਪਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੰਸਾਰ 'ਚ ਨਹੀਂ ਹੈਗੇ। ਕਿਤੇ ਸੋਚੇ ਹੋਏ ਨਾ ਕਿ ਤੁਹਾਨੂੰ ਕਿਹਨੇ ਗੁੱਸਾ ਦਵਾਤਾ, ਉਹ ਸਾਡਾ ਆਪਣਾ ਰੂਪ ਆ। ਸੰਸਾਰ ਦੇ ਨੂੰ ਪ੍ਰਗਟ ਕਰ ਰਿਹਾ। ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਵਧੀਆ। ਇਹ ਆਪਾਂ ਲੋਕੀ ਕਹਿੰਦੇ ਕਿ ਮੈਨੂੰ ਕਿਹਨੇ ਗੁੱਸਾ ਦਵਾਤਾ, ਉਹਨੇ ਕਿਤੇ ਗੁੱਸਾ ਦਵਾਤਾ, ਅੰਦਰ ਹੈਗਾ ਉਹ ਤੇ ਆ ਗਿਆ। ਸਿਲੰਡਰ ਖਾਲੀ ਹੈ ਤੇ ਕਿੱਦਾਂ ਜਿੰਨਾ ਮਰਜ਼ੀ ਲਾਈਟਰ ਮਾਰੋ ਉਹਨੂੰ ਅੱਗ ਲੱਗਦੀ ਹੈ ਨਹੀਂ। ਉਹ ਗੋਰਖੀ ਸਾਹਿਬ ਮੈਨੂੰ ਨਾ ਇੱਕ ਕਹਾਣੀ ਯਾਦ ਆ ਗਈ ਹੈ ਇਸੇ ਤੇ, ਛੋਟੀ ਜੀ, ਸੁਣਾ ਦਿਓ। ਇੱਕ ਨਾ ਜਿਹੜਾ ਹੈਗਾ ਨਵਾਂ ਜਿਹੜਾ ਹੈਗਾ ਭਗਤੀ ਕਰਨ ਵਾਲਾ, ਭਗਤੀ ਕਰਨ ਲੱਗਿਆ ਸੀ ਨਵਾਂ ਜਿਹੜਾ ਹੈਗਾ, ਤੇ ਭਗਤੀ ਕਰਦਾ ਸੀਗਾ। ਗੁਰੂ ਮਿਲ ਗਿਆ ਵਧੀਆ ਬਿਲਕੁਲ, ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਜੋੜਨ ਵਾਲਾ ਜਿਹੜਾ ਹੈਗਾ ਬ੍ਰਹਮ ਗਿਆਨੀ ਸੀਗਾ। ਤੇ ਉਹ ਜਿਹੜਾ ਹੈਗਾ ਭਗਤੀ ਕਰੇ ਰੋਜ਼। ਤੇ ਫਿਰ ਬਾਅਦ 'ਚ ਜਦ ਥੋੜ੍ਹੀ ਦੇਰ ਬਾਅਦ ਜਦ ਉਹ ਘਰ ਦੇ ਵਿੱਚ ਵਿਚਰੇ ਤੇ ਘਰ ਵਾਲੀ ਦੇ ਨਾਲ ਫਿਰ ਉਹਦਾ ਪੰਗਾ ਪੈ ਜੇ, ਤੇ ਬਸ ਪੂਰਾ ਦਾ ਪੂਰਾ ਉਹ ਫਿਰ ਗੁੱਸਾ ਆ ਜੇ, ਤੇ ਫਿਰ ਵਾਪਸ ਜਿਹੜਾ ਹੈਗਾ ਇਸ ਤਰ੍ਹਾਂ ਹੀ ਖਾਲੀ ਜਿਹਾ ਹੋ ਜੇ। ਤੇ ਕਈ ਦਿਨ ਦੇਖਿਆ ਉਹਨੇ, ਤੇ ਫਿਰ ਚਲਾ ਗਿਆ ਆਪਣੇ ਗੁਰੂ ਦੇ ਕੋਲ ਜਾ ਕੇ, ਕਹਿੰਦਾ ਮਹਾਰਾਜ ਜੀ ਮੈਨੂੰ ਜਾਣਾ ਇੱਕ ਪ੍ਰੋਬਲਮ ਹੈਗੀ ਆ, ਤੁਸੀਂ ਜਿਹੜਾ ਹੈਗਾ ਮੇਰੀ ਹੱਲ ਕਰੋ। ਤੇ ਮੇਰੀ ਘਰ ਵਾਲੀ ਜਿਹੜੀ ਹੈਗੀ ਨਾ, ਇੰਨਾ ਮੈਨੂੰ ਉਹਦੇ ਅੰਦਰ ਇੰਨਾ ਮੈਨੂੰ ਗੁੱਸਾ ਦਵਾਉਂਦੀ ਆ ਨਾ, ਤੇ ਉਹਨੂੰ ਜਾ ਕੇ ਸੁਧਾਰੋ ਬਸ, ਉਹਨੂੰ ਜਿਹੜਾ ਸਮਝਾ ਦਿਓ ਤੇ ਮੇਰਾ ਹੱਲ ਹੋ ਜੇ ਕੰਮ। ਤੇ ਗੁਰੂ ਕਹਿੰਦਾ ਠੀਕ ਹੈ ਭਾਈ, ਚੱਲਦੇ ਆ ਆਪਾਂ। ਤੇ ਚੱਲ ਪਏ। ਤੇ ਉਹ ਇੱਕ ਡੋਲੂ ਜਿਹਾ ਲੈ ਲਿਆ, ਤੇ ਇੱਕ ਉਹਨਾਂ ਨੇ ਜਿਹੜੀ ਹੈ ਬਾਲਟੀ ਲੈ ਲਈ। ਤੇ ਅੱਗੇ ਜਾ ਕੇ ਜਿਹੜਾ ਹੈਗਾ ਇੱਕ ਖੂਹ ਸੀਗਾ, ਉੱਥੇ ਉਹਦੇ ਤੇ ਲਾ ਕੇ ਤੇ ਬਾਲਟੀ ਲਮਕਾਈ। ਕਹਿੰਦੇ ਮੈਂ ਪਾਣੀ ਪੂਣੀ ਪੀ ਲਈਏ। ਤੇ ਬਾਲਟੀ ਲਮਕਾਈ, ਤੇ ਬਾਲਟੀ ਲਮਕਾ ਕੇ ਤੇ ਬਾਲਟੀ ਖਿੱਚੀ ਜਦ ਉੱਪਰ, ਤੇ ਉੱਪਰ ਖਿੱਚ ਕੇ ਤੇ ਜਿਹੜਾ ਹੈਗਾ ਉਹਦੇ 'ਚ ਪਾਣੀ ਨਹੀਂ ਆਇਆ ਬਿਲਕੁਲ ਵੀ। ਤੇ ਪਾਣੀ ਨਹੀਂ ਆਇਆ, ਤੇ ਫਿਰ ਜਿਹੜਾ ਦੁਬਾਰਾ ਫਿਰ ਪਾਈ ਬਾਲਟੀ, ਫਿਰ ਖਿੱਚੀ, ਫਿਰ ਨਹੀਂ ਪਾਣੀ ਆਇਆ। 3 ਵਾਰੀ 4 ਵਾਰੀ ਆਇਆ। ਤੇ ਦੇਖਿਆ ਉਹ ਸ਼ਿਸ਼ ਜਿਹੜਾ ਕਹਿੰਦਾ ਮਹਾਰਾਜ ਨੇ ਅੱਜ ਪਤਾ ਨਹੀਂ ਕੀ ਇਹਨਾਂ ਨੂੰ ਹੋ ਗਿਆ। ਤੇ ਉਹਨੇ ਥੱਲੇ ਜੇ ਜਾ ਕੇ ਦੇਖਿਆ ਤੇ ਨਜ਼ਰ ਮਾਰੀ, ਤੇ ਕਹਿੰਦਾ ਪਾਣੀ ਤਾਂ ਹੈ ਨਹੀਂ ਮਹਾਰਾਜ ਜੀ, ਤੁਸੀਂ ਤਾਂ ਖਾਲੀ ਖੂਹ ਨੂੰ ਜਿਹੜਾ ਕਿ ਉਹਦੇ 'ਚੋਂ ਹੀ ਪਾਣੀ ਕੱਢ ਰਹੇ ਹੋ, ਉਹਦੇ 'ਚ ਬਾਲਟੀ ਲਮਕਾ ਰਹੇ ਹੋ। ਤੇ ਗੁਰੂ ਕਹਿੰਦਾ ਭਾਈ ਤੂੰ ਕੀ ਕਰ ਰਿਹਾ ਹੈ ਭਾਈ? ਤੇ ਤੇਰੀ ਘਰ ਵਾਲੀ ਜਿਹੜੀ ਹੈਗੀ ਉਹ ਵੀ ਬਾਲਟੀ ਲਮਕਾ ਰਹੀ ਆ, ਤੇ ਤੇਰੇ ਅੰਦਰ ਜਿਹੜਾ ਪਾਣੀ ਹੈਗਾ, ਤੇਰੇ ਅੰਦਰ ਸਾਰਾ ਕੁਝ ਗੁੱਸਾ ਕਰੋ ਤਾਂ ਤੇਰੇ ਅੰਦਰ ਹੈਗਾ ਭਾਈ। ਇਹ ਇਸ ਤਰ੍ਹਾਂ ਦੀ ਹੈਗੀ ਗੋਰਖੀ ਸਾਹਿਬ। ਆਹ ਤੇ ਨਿੱਜਰ ਸਾਹਿਬ ਸੁਕਰਾਤ ਨੂੰ ਵੇਖੋ, ਤੂੰ ਸੁਕਰਾਤ ਦੀ ਘਰ ਦੀ ਕਹਿੰਦੇ ਏਡੀ ਕੱਬੀ ਸੀ, ਪਰ ਉਹਨੇ ਜਨਾਨੀ ਨਹੀਂ ਬਦਲੀ। ਵੇਖ ਲਓ, ਬਦਲ ਸਕਦਾ ਸੀ ਉਹ, ਪਰ ਉਹਨੂੰ ਬਦਲ ਕੇ ਤੇ ਸੁਕਰਾਤ ਫਿਰ ਸੁਕਰਾਤ ਨਹੀਂ ਨਾ ਰਹਿੰਦਾ। ਕਬੀਰ ਜੀ ਕਹਿੰਦੇ ਆ, ਵੇਖੋ ਕਬੀਰ ਜੀ ਆਪਣੀ ਮੰਮੀ ਬਾਰੇ ਲਿਖਦੇ ਪਏ, ਕੀ ਕਹਿੰਦੀ ਹੈ ਨਖਾਫਣਾ ਬਣ, ਕੀ ਕਹਿੰਦੀ ਨਿਪੂਤ, ਕੀ ਕਹਿੰਦੀ ਨਿਪੂਤਾ
ਜਬ ਤੇ ਮਾਲਾ ਲਈ ਨਿਪੁੱਤੇ ਤਬ ਤੇ ਸੁਖ ਨਾ ਪਇਓ। ਕਹਿੰਦੇ ਜਦ ਦੀ ਇਹਨੇ ਮਾਲਾ ਫੜੀ ਹੈ ਸੁਖ ਹੋ ਹੀ ਨਹੀਂ ਰਿਹਾ। ਹਾਂ ਵੇਖੋ ਉਹ ਕਿਦਾਂ ਦੀ ਅਵਸਥਾ ਹੋ ਗਈ ਘਰ ਦੀ। ਉਹ ਕਹਿੰਦੇ ਮਾਲਾ ਫੜੀ ਸਾਡੇ ਘਰ ਜੱਬ ਪਾਇਆ ਹੀ ਸੋਚਿਆ ਕੰਮ ਕੁਮ ਕਰੂਗੇ ਤੇ ਕੰਮ ਹੀ ਨਹੀਂ ਕਰਦਾ। ਵੇਲੜ ਹੋਰ 5-7 ਸਾਧ ਰਹਿੰਦਾ ਜਿਹੜਾ ਰੂੰ ਕੱਤਦਾ ਵਾ ਉਹਦਾ ਵੀ ਉਹਨਾਂ ਨੂੰ ਵੇਚ ਕੇ ਤੇ ਰੋਟੀ ਖਵਾ ਦਿੰਦਾ। ਇਹ ਕਿਹੜੇ ਚੱਕਰਾਂ 'ਚ ਫਿਰਦਾ? ਇਹ ਕੋਈ ਬਿਜ਼ਨਸ ਥੋੜੀ ਕਰਨ ਦਿਆ, ਇਹ ਤੇ ਨੁਕਸਾਨ ਕਰਨ ਦਿਆ। ਉਹ ਸੰਸਾਰਿਕ ਬੁੱਧੀ ਆ। ਵੇਖੋ ਸ਼ੁਕਰਾਤ ਦੀ ਘਰ ਦੀ ਕਹਿੰਦੇ ਏਡੀ ਉਹਦੀ ਸੋਚ ਸੀ, ਜਿੱਥੇ ਉਹ ਕਥਾ ਕੁਥਾ ਕਰਦੇ ਉੱਥੇ ਪਹੁੰਚ ਜਾਂਦੀ ਸੀ ਨਿੱਜਦਾ ਉਹ ਗਾਲਾਂ ਕੱਢਣਾ। ਦੇਖੋ ਐਸੇ ਕੱਬੇ ਲੋਕ ਵੀ ਹੈਗੇ ਤੇ ਵੇਖੋ ਉਹਨਾਂ ਕਿਤੇ ਕਹੇ ਨਹੀਂ ਕਿ ਮੈਂ ਇਹਨੂੰ ਦਫਾ ਕਰਾਂ। ਅਬ ਜਸਟ ਸੋਚੋ ਨਿੱਜਾ ਸਾਹਿਬ, ਕਿਉਂਕਿ ਅੰਦਰੋਂ ਸ਼ਾਂਤ ਆ, ਪੰਗਾ ਤੇ ਆ। ਇਹ ਨਹੀਂ ਆ ਕਿ ਉਹਨੂੰ ਕਦੇ ਗੁੱਸਾ। ਹਾਂ ਸਧਾਰਨ ਬੰਦੇ ਨੂੰ ਦੇਖੂਗਾ ਕਿ ਕਿੱਦਾਂ ਦੀ ਕਬੱਤੀ ਜਨਾਨੀ ਨਾਲ ਜੀਵਨ ਬਤੀਤ ਕੰਮ ਤੇ ਆ, ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਨਿੱਜਾ ਸਾਹਿਬ। ਉਹੀ ਤਾਂ ਟੈਸਟ ਸੋਚੋ ਕਿ ਸਕਰਾਤ ਦੀ ਅਵਸਥਾ ਕਿੰਨੀ ਉੱਚੀ ਹੋ ਗਈ। ਹਾਂ ਉਹੀ ਤਾਂ ਟੈਸਟ ਆ। ਮੈਂ ਕਿਹਾ ਉਹ ਕਹਿੰਦਾ ਜਿੰਨੀਆਂ ਮਰਜ਼ੀ ਸੈਲਫਾਂ ਮਾਰੀ ਜਾਂਦੇ ਹੈ ਹੀ ਨਹੀਂ, ਹੁਣ ਗੈਸ ਹੀ ਨਹੀਂ ਹੈਗੀ। ਉਹ ਸਾਰੀ ਜ਼ਿੰਦਗੀ ਸੈਲਫਾਂ ਮਾਰੀਆਂ ਉਹਨੇ। ਔਰ ਐਸੇ ਬੰਦੇ ਦੇ ਨਾਲ ਹੀ ਰਹਿਣ ਦਾ ਫਾਇਦਾ ਜਿਹੜਾ ਸਾਨੂੰ ਮਿੱਠੀਆਂ ਚੋਪੜੀਆਂ ਗੱਲਾਂ ਕਰਦਾ ਹੈ, ਜਿਹੜਾ ਸਾਨੂੰ ਸਾਡੇ ਸੱਚ ਨਾਲ ਮਿਲਾਉਂਦਾ ਹੀ ਨਹੀਂ। ਔਰ ਉਹ ਫਿਰ ਕਿੱਦਾਂ ਪਤਾ ਲੱਗੂਗਾ ਸਾਨੂੰ? ਔਰ ਅਕਸਰ ਅਸੀਂ ਕਹਿੰਦੇ ਹਾਂ ਕਿ ਜੇ ਕੋਈ ਸੱਚ ਬੋਲਣ ਦੀ ਕੋਸ਼ਿਸ਼ ਵੀ ਕਰਦਾ ਅਸੀਂ ਚੁੱਪ ਕਰਾ ਦਿੰਦੇ। ਅਸੀਂ ਉੱਥੇ ਦੂਰੀਆਂ ਕਰਨ ਲੱਗ ਜਾਂਦੇ ਹਾਂ ਕਿ ਵੀ ਸਾਡੇ ਬਾਰੇ ਔਗਣ ਨਾ ਦੱਸ ਮੈਨੂੰ, ਤੂੰ ਇਹ ਨਾ ਗੱਲ ਕਰ। ਅਸੀਂ ਉਹਨਾਂ ਨੂੰ ਦੋਸਤ ਨਹੀਂ ਸਮਝਦੇ, ਜਦਕਿ ਦੋਸਤ ਤੇ ਉਹ ਹੁੰਦੇ ਨੇ ਕਿ ਜਿਹੜੇ ਸਾਡੇ ਅੰਦਰ ਜਿਹੜੇ ਔਗਣ ਉਹਨਾਂ ਨੂੰ ਪ੍ਰਗਟ ਕਰਨ। ਜਿੱਦੋਂ ਬਿਮਾਰੀ ਦਾ ਪਤਾ ਲੱਗ ਜਾਏ ਨਾ, ਡਾਇਗਨੋਸ ਹੋ ਜਾਏ ਨਾ। ਇੱਕ ਸਾਧ ਸੰਗਤ ਜੀ ਹੋ ਗਈ ਨਾ ਸਮਾਪਤੀ ਨੇ ਸਾਹਿਬ? ਹਾਂਜੀ ਬਿਲਕੁਲ ਹੋ ਗਈ ਜੀ। ਠੀਕ ਹੈ। ਦੇਖੋ ਪਤਾ ਕੀ ਹੁੰਦਾ ਸਾਧ ਸੰਗਤ ਜੀ, ਮਿਹਨਤ ਹੁੰਦਾ ਬਿਮਾਰੀ ਦਾ ਪਤਾ ਲੱਗ ਜਾਏ। ਜਦੋਂ ਬਿਮਾਰੀ ਦਾ ਪਤਾ ਲੱਗ ਜਾਏ ਤੇ ਫਿਰ ਇਲਾਜ ਕਰਨਾ ਔਖਾ ਨਹੀਂ ਹੁੰਦਾ। ਕਿਉਂਕਿ ਤੁਹਾਡੇ ਮਨ ਨੂੰ ਪਤਾ ਲੱਗ ਗਿਆ ਨਾ ਕਿ ਔਗਣ ਹੈਗਾ ਤੇ ਨੇ ਆਪੇ ਭੜਕਾ ਦੇਣਾ। ਪਰ ਪ੍ਰੋਬਲਮ ਇਹ ਹੁੰਦੀ ਕਿ ਸਾਡੇ ਘਰ ਦੇ ਸਾਨੂੰ ਦੱਸਦੇ ਨਹੀਂ ਆ, ਕਿਉਂਕਿ ਅਸੀਂ ਸੁਣਨਾ ਨਹੀਂ ਚਾਹੁੰਦੇ। ਤੇ ਜਦੋਂ ਕੋਈ ਦੱਸ ਦਿੰਦਾ ਵਾ ਕਿ ਤੇਰੇ 'ਚ ਔਗਣ, ਆਪਾਂ ਉਦੋਂ ਤੋਂ ਕੰਮ ਕਰਨਾ ਸ਼ੁਰੂ ਕਰ ਦਈਏ ਤੇ 2-4 ਮਹੀਨਿਆਂ 'ਚ ਉਹ ਚੀਜ਼ ਖਤਮ ਹੋ ਜਾਂਦੀ। ਤੇ ਬਾਕੀ ਔਗਣ ਜਿਹੜੇ ਹੁੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕੇਵਲ ਸਾਡਾ ਕਾਰਨ ਸਰੀਰ, ਸਾਡਾ ਚਿੱਤ, ਸਾਡੇ ਸੰਸਕਾਰ ਹਨ, ਉਹੀ ਪ੍ਰਗਟ ਹੋ ਰਹੇ। ਜਦੋਂ ਅੰਦਰੋਂ ਸੁਰਤੀ ਅੰਦਰ ਚਲ ਗਈ ਨਾ, ਆਤਮਾ ਤੱਤ ਦੇ ਵਿੱਚ ਜੀਵ ਦੀ ਸੁਰਤੀ ਆਤਮਾ 'ਚ ਚਲ ਗਈ, ਤੇ ਫਿਰ ਇਹ ਜਿਹੜੀ ਪ੍ਰਕਿਰਤੀ ਇਹ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰਾਹੀਂ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਇਹ ਜਿਹੜੇ ਕੰਨ ਆ ਨਾ ਫਿਰ ਟਿਊਨ ਹੋ ਜਾਣੇ। ਤੇ ਫਿਰ ਇਹ ਕੋਈ ਜੋ ਮਰਜ਼ੀ ਕਹਦੇ ਉਹ ਸਾਡੇ ਤੇ ਕੁਝ ਫਰਕ ਨਹੀਂ ਪੈਂਦਾ ਉਹਦਾ, ਕਿਉਂਕਿ ਅਸੀਂ ਜਿੱਥੇ ਬਹਿ ਗਏ ਹਾਂ ਉੱਥੋਂ ਬਾਹਰ ਨਹੀਂ ਆਉਣਾ। ਠੀਕ ਹੈ ਨਾ ਜੀ ਸਾਹਿਬ? ਅੱਜ ਦੇ ਵਿਚਾਰ ਬਹੁਤ ਵਧੀਆ ਗੋਪੀ ਸਾਹਿਬ।